सत श्री अकाल मेरे सारे दोस्तों, की हाल ने जी। उम्मीद करता बिल्कुल ठीक होवोगे। तो राजे अज तुहाडे वास्ते मैं लैके आएगा लैक्चर नंबर 2, जिहदे विच आपां अगले MCQ करांगे। तो जिहड़े MCQ करवा रहे हैं राजे, मैं तुहानूं पहलां दसना चाहुंदा कि यह MCQ हाई लेवल MCQ हैगा। ठीक है जी। पेपर दे विच तुहानूं इहदे विचों 100% MCQ मिलणगे। ठीक है जी। हरेक टॉपिक का इस करके मैं हरेक MCQ डिटेल दे विच करवाउणा। ठीक है जी। तो हरेक MCQ की किसी बच्चे नूं मतलब आए देखने की लोड़ नहीं। जे किसी बच्चे को टाइम घट है, वह बच्चा थ्योरी नहीं पढ़ सकता। जेकर तुसीं आ MCQ ला लैणो, तुहानूं पोल्ट्री दे विच इदों अगे करन दी कोई भी लोड़ नहीं हैगी। ठीक है जी। देखो राजे, मेरा रिकॉर्डेड क्लास लाउण दा देखो, मैं क्लास बना के पूरी दी पूरी अपलोड कर दिंदा हुंदा। अपलोड करन दा मतलब ये है कि बहुत बच्चे इहो जिहे हुंदे आ ਜਿਹੜੇ ਬਾਅਦ ਵਿੱਚ ਕਲਾਸਾਂ ਲਾ ਸਕਦੇ, ਜਦੋਂ ਮਰਜ਼ੀ ਤੁਸੀਂ ਕਲਾਸ ਲਾ ਸਕਦੇ ਹੋ ਜੀ। ਠੀਕ ਹੈ ਜੀ। ਇਹ ਤੁਹਾਨੂੰ YouTube 'ਤੇ ਮਿਲ ਜਾਣਗੀਆਂ। ਅਤੇ ਬਾਕੀ ਰਾਜੇ ਜਿਹੜੀ ਵੀ ਕਲਾਸ ਹੋਊਗੀ ਰਾਜੇ, ਦੇਖੋ ਹਾਈ ਲੈਵਲ ਦਾ ਮਤਲਬ ਮੇਰਾ ਇਹ ਹੈਗਾ, ਕਿਉਂਕਿ ਪੇਪਰ ਵਾਲਾ ਰਾਜੇ ਜਿਹੜਾ, ਠੀਕ ਹੈ, ਉਹ ਜਿਹੜੇ ਪੇਪਰ ਪਾਉਣਾ ਹੋਊਗੇ ਆਪਣਾ ਰਿਸ਼ਤੇਦਾਰ ਤਾਂ ਲੱਗਦਾ ਨਹੀਂ, ਨਾ ਤਾਂ ਕੋਈ ਆਪਣੇ ਚਾਚੇ ਦਾ ਮੁੰਡਾ ਜਾਂ ਤਾਏ ਦਾ ਮੁੰਡਾ ਜਾਂ ਕੋਈ ਹੋਰ ਬੰਦਾ ਉਹ ਜਿਹੜਾ ਆਪਣੀ ਜਾਣ ਪਛਾਣ ਵਾਲਾ। ਠੀਕ ਹੈ। ਉਹਨੇ ਤਾਂ ਆਪਾਂ ਨੂੰ ਇਹੋ ਜਿਹਾ MCQ ਕੱਢ ਕੇ ਲਿਆ ਕੇ ਪਾਉਣਾਗਾ ਜਿਹੜੇ ਨਾਲ ਆਪਣਾ ਕੋਈ ਸੰਬੰਧ ਹੀ ਨਹੀਂ ਹੈਗਾ। ਉਹਨੇ ਔਖੀ ਤੋਂ ਔਖੀ, ਜਦੋਂ ਵੀ ਮੈਂ ਤੁਹਾਨੂੰ ਹਰ ਵਾਰ ਕਹਿਣਾ ਹੁੰਦਾ ਕਿ ਜਿਹੜਾ ਵੀ ਪੇਪਰ ਬੰਦਾ ਆਪਾਂ ਨੂੰ ਪਾਊਗਾ, ਠੀਕ ਹੈ ਜੀ, ਜਿਹੜਾ ਬੰਦਾ ਐਗਜ਼ਾਮ ਸੈੱਟ ਕਰਦਾ ਗਾ, ਉਹਨੇ ਇਹ ਸੋਚ ਕੇ ਨਹੀਂ ਪੇਪਰ ਪਾਉਣਾ ਹੁੰਦਾ ਕਦੇ ਵੀ ਕਿ ਜੀ ਮੂਹਰੇ ਸਟੂਡੈਂਟ ਬੈਠੇ ਆ। ਉਹਨੇ ਇਹ ਸੋਚ ਕੇ ਪੇਪਰ ਪਾਉਣਾ ਕਿ ਮੂਹਰੇ ਟੀਚਰ ਬੈਠਾ ਗਾ, ਮੂਹਰੇ ਟੀਚਰ ਬੈਠਾ। ਉਹਨੇ ਸਾਨੂੰ ਇਹ ਚੀਜ਼ ਦੱਸਣੀ ਹੈ ਕਿ ਇਹਦਾ ਆਨਸਰ ਕੀ ਆਊਗਾ। ਉਹਨੇ ਬਤੌਰ ਟੀਚਰ ਸਮਝ ਕੇ ਆਪਾਂ ਨੂੰ ਪੇਪਰ ਪਾਉਣਾ ਗਾ। ਠੀਕ ਹੈ। ਇਹ ਨਹੀਂ ਹੈਗਾ ਕਿ ਉਹਨੇ ਆਪਾਂ ਨੂੰ ਸਟੂਡੈਂਟ ਸਮਝ ਕੇ ਪੇਪਰ ਪਾਉਣਾ ਗਾ। ਤਾਂ ਕਰਕੇ ਉਹ ਬੰਦਾ ਉਹ ਚੀਜ਼ ਲੈ ਕੇ ਆਊਗਾ ਜਿਹਦੇ ਵਿੱਚ ਉਲਝਣ ਹੋਊਗੀ। ਪੇਪਰ ਸੈੱਟ ਕਰਨ ਵਾਸਤੇ ਕੋਈ ਇਹ ਨਹੀਂ ਹੈਗਾ ਰਾਜੇ ਕਿ ਦੋ ਬੰਦੇ ਵਗ ਗਏ ਆਪਾਂ ਦੋ ਪੇਪਰ। ਇੱਕ ਬਕਾਇਦਾ ਟੀਮ ਬਹਿੰਦੀ ਹੈ, ਬਕਾਇਦਾ ਉਹਦੇ 'ਤੇ ਪ੍ਰੋਫੈਸਰ ਬਹਿੰਦੇ ਉਹ ਚੀਜ਼ ਦੇ, ਬਕਾਇਦਾ ਉਹ ਚੀਜ਼ ਨੂੰ ਸਾਰੇ ਡਿਸਕਸ਼ਨ ਕਰਕੇ ਫਿਰ ਉਹਦੇ 'ਚ MCQ ਕੱਢ ਕੇ ਪਾਏ ਜਾਂਦੇ ਆ। ਠੀਕ ਹੈ। ਤਾਂ ਕਰਕੇ ਕਿਸੇ ਵੀ ਚੀਜ਼ ਨੂੰ ਲਾਈਟਲੀ ਨਾ ਲਿਆ ਕਰੋ। ਹੁਣ ਵਿੱਚ ਬੱਚੇ ਕਹੀ ਜਾਂਦੇ ਸਰ ਜੀ ਅਸੀਂ ਤਾਂ ਪੰਜਾਬ ਪੁਲਿਸ ਦਾ ਪੇਪਰ ਦੇਣਾ ਗਾ ਜਾਂ ਅਸੀਂ ਫਾਇਰਮੈਨ ਦਾ ਪੇਪਰ ਦੇਣਾ ਗਾ, ਇਹਦੇ ਵਿੱਚ ਜੀ ਇੰਨੇ ਲੈਵਲ ਮਾੜਾ ਹਾਈ ਲੈਵਲ ਹੈ ਜੀ, ਇਹਨਾਂ ਪੜ੍ਹਨ ਦੀ ਕੀ ਲੋੜ ਹੈ। ਨਾ ਪੜ੍ਹੋ ਰਾਜੇ, ਮੇਰਾ ਕੁਛ ਨਹੀਂ ਕਹਿੰਦਾ, ਪਰ ਪੇਪਰ ਦੇ ਵਿੱਚ ਜਾ ਕੇ ਅਗਲੇ ਦਿਨ ਮੈਨੂੰ ਇਹ ਕਮੈਂਟ ਨਾ ਕਰਿਓ ਜੀ ਪੇਪਰ ਬਾਹਰੋਂ ਆ ਗਿਆ। ਠੀਕ ਹੈ। ਕਿਉਂਕਿ ਮੈਂ ਸਿਰਫ ਉਹੀ ਚੀਜ਼ ਕਰਵਾਉਣਾ ਹੁੰਦਾ ਜਿਹੜੀ ਪੇਪਰ 'ਚ ਆਉਂਦੀ ਹੈ ਅਤੇ ਆਊਗੀ ਵੀ। ਠੀਕ ਹੈ। ਤੁਸੀਂ ਇਹ ਨਾ ਦੇਖਿਆ ਕਰੋ ਕਿ ਪੰਜਾਬ ਪੁਲਿਸ ਫਾਇਰਮੈਨ ਦਾ ਪੇਪਰ ਦੇਣਾ, ਉਹਨਾਂ ਨੇ ਤਾਂ ਰਾਜੇ ਲੈਵਲ 19 ਚੱਕ ਕੇ ਪਾਉਣਾ, ਚਾਹੇ ਤੁਸੀਂ ਕੋਈ ਮਰਜ਼ੀ ਪੇਪਰ ਦੇਣਾ ਗਾ, ਉਹਨਾਂ ਦਾ ਲੈਵਲ ਤੁਹਾਡੇ ਮੂਹਰੇ ਉਹੀ ਰੱਖਣਾ ਗਾ। ਤਾਂ ਕਰਕੇ ਜਿਹੜੀ ਚੀਜ਼ ਮੈਂ ਤੁਹਾਨੂੰ ਕਰਵਾ ਰਿਹਾ ਰਾਜੇ, ਹਰੇਕ ਨੂੰ ਜਿਵੇਂ ਮੈਂ ਪ੍ਰਸ਼ਨ ਪੜ੍ਹਦਾ ਡਿਟੇਲ ਦੇ ਵਿੱਚ ਸਮਝੋ ਉਹਨੂੰ। ਠੀਕ ਹੈ। ਅਤੇ ਬਾਕੀ ਰਾਜੇ ਵੀਡੀਓ ਦੀ ਕਲੀਅਰਟੀ ਘੱਟ ਕਰ ਲਿਆ ਕਰੋ। ਠੀਕ ਹੈ ਜੀ। ਵੀਡੀਓ ਦੀ ਕਲੀਅਰਟੀ ਘੱਟ ਕਰ। ਠੀਕ ਹੈ ਜੀ। ਅਤੇ ਚੱਲਦੇ ਹਾਂ ਅੱਜ ਦੇ ਆਪਾਂ ਪਹਿਲੇ ਲੈਕਚਰ 'ਤੇ। ਜਿਵੇਂ ਮੈਂ ਕਰਾਊਂਗਾ ਰਾਜੇ ਪ੍ਰਸ਼ਨ ਪੜ੍ਹਾਊਂਗਾ, ਠੀਕ ਹੈ ਜੀ, ਸਾਰੇ ਬੱਚਿਆਂ ਨੇ ਉਵੇਂ ਪੜ੍ਹਨਾ, ਕਿਉਂਕਿ ਮੈਂ ਕਰਵਾਉਣਾ ਹੁੰਦਾ ਹਰੇਕ ਚੀਜ਼ ਡਿਟੇਲ ਦੇ ਵਿੱਚ। ਆਪਣਾ ਉਹ ਕੰਮ ਨਹੀਂ ਹੈਗਾ ਕਿ ਇੱਕ ਫੋਰਮੈਲਿਟੀ ਵਜੋਂ ਲੈਕਚਰ ਲਾਤਾ। ਜੇ ਲੈਕਚਰ ਲਾਉਣੇ ਆ, ਜਿਹੜਾ ਵੀ ਲੈਕਚਰ ਲਾਉਣੇ, ਚਾਹੇ YouTube 'ਤੇ ਲਾਉਣੇ ਚਾਹੇ ਐਪ 'ਤੇ ਲਾਉਣੇ ਆ ਰਾਜੇ, ਉਹਦਾ ਰਿਜ਼ਲਟ ਤੁਹਾਨੂੰ ਮਿਲੂਗਾ। ਮੇਰਾ ਉਹ ਕੰਮ ਨਹੀਂ ਹੈਗਾ, ਮੈਂ ਕਦੇ ਵੀ, ਠੀਕ ਹੈ ਜੀ, ਕੁਆਲਿਟੀ ਦੇ ਵਿੱਚ ਯਕੀਨ ਰੱਖਦਾ ਰਾਜੇ, ਕੁਆਂਟੀਟੀ ਦੇ ਵਿੱਚ ਕਦੇ ਯਕੀਨ ਨਹੀਂ ਰੱਖਦਾ। ਠੀਕ ਹੈ। ਜਿਵੇਂ ਮੈਂ ਆਪਣੇ ਉਵੇਂ ਜਿਵੇਂ ਤੁਹਾਨੂੰ ਪੜ੍ਹਾਊਂਗਾ ਅਤੇ ਹਰੇਕ ਚੀਜ਼ ਦਾ ਤੁਹਾਨੂੰ ਪੂਰਾ ਬੈਨੀਫਿਟ ਮਿਲੂਗਾ। ਪੇਪਰ ਦੇ ਵਿੱਚ ਜਾ ਕੇ ਤੁਹਾਨੂੰ ਵੀ ਆਪ ਪਤਾ ਲੱਗੂਗਾ ਕਿ ਸਾਡਾ ਲੈਵਲ ਕਿੱਥੇ ਖੜ੍ਹਾ ਗਾ। ਠੀਕ ਹੈ ਜੀ। ਜਿਹੜੀ ਚੀਜ਼ ਮੈਂ ਕਹਿਤੀ ਇੰਪੋਰਟੈਂਟ ਹੈ ਉਹ ਤਾਂ ਬਸ ਕਰ ਲਿਓ ਪੱਕਾ। ਮੇਰੀ ਅੰਗਰੇਜ਼ੀ 'ਤੇ ਨਾ ਜਾ ਕਰੋ, ਅੰਗਰੇਜ਼ੀ ਮੇਰੀ ਥੋੜ੍ਹੀ ਜਿਹੀ ਕਮਜ਼ੋਰ ਹੈ। ਠੀਕ ਹੈ ਜੀ। ਚਲੋ, ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਗਾ। ਜੇ ਕੋਈ ਕੈਂਡੀਡੇਟ ਰਾਜੇ ਫੁੱਲ ਬੈਚ ਲੈਣਾ ਚਾਹੁੰਦਾ ਗਾ, ਠੀਕ ਹੈ ਜੀ, ਉਹ ਵੀ ਲੈ ਸਕਦਾ ਗਾ। ਉਹ ਆਪਣੀ ਐਪ ਤੋਂ ਲੈ ਸਕਦਾ ਗਾ। ਐਪ ਦਾ ਨਾਮ ਹੈਗਾ ਆਪਣੀ ਦਾ ਦੀਪ ਭੁੱਲਰ। ਠੀਕ ਹੈ ਜੀ। ਐਜੂਕੇਸ਼ਨ ਅਰਾ ਇਹ ਐਪ ਆ ਰਾਜੇ, ਆਪਣੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਰਾਜੇ। ਜਿਹੜਾ ਵੀ ਕੋਈ ਕੈਂਡੀਡੇਟ ਬੈਚ ਲਊਗਾ ਰਾਜੇ, ਠੀਕ ਹੈ ਜੀ, ਇੱਕ ਬੈਚ ਲੈ ਲੈਣਾ ਗਾ ਕੋਈ ਵੀ, ਉਹਦੇ ਵਿੱਚ ਹੀ ਤੁਹਾਡੇ ਪੰਜਾਬ ਦੇ ਸਾਰੇ ਪੇਪਰ ਕਵਰ ਹੋ ਜਾਣਗੇ। ਐਕਸਟਰਾ ਤੁਹਾਨੂੰ ਬੈਚ ਲੈਣ ਦੀ ਕੋਈ ਲੋੜ ਨਹੀਂ ਹੈਗੀ। ਬਾਕੀ ਰਾਜੇ ਜਿਹਨਾਂ ਬੱਚਿਆਂ ਨੇ ਹੁਣ ਫਾਇਰਮੈਨ ਦਾ ਪੇਪਰ ਦੇਣਾ ਅਤੇ ਕਾਂਸਟੇਬਲ ਦਾ ਪੇਪਰ ਦੇਣਾ, ਉਹਨਾਂ ਵਾਸਤੇ ਟਾਈਮ ਕਾਫੀ ਹੈ ਹਜੇ, 2 ਤੋਂ 3 ਮਹੀਨੇ ਹੈਗੇ ਆ। ਅਤੇ ਉਹਨਾਂ ਦੀ ਸਿਲੈਕਸ਼ਨ ਦੀ 100% ਗਰੰਟੀ ਵੀ ਲੈਂਦਾ। ਜੇਕਰ ਉਹ ਕੈਂਡੀਡੇਟ ਮੇਰਾ ਕਰਵਾਇਆ ਹੋਇਆ ਪੜ੍ਹ ਲੈਂਦਾ ਅਤੇ 90 ਤੋਂ 92% ਸਿਲੇਬਸ ਤੁਹਾਨੂੰ ਰਾਜੇ ਮਿਲੂਗਾ। ਅਤੇ ਹਰੇਕ ਚੀਜ਼ ਕਲਾਸ ਤੁਹਾਨੂੰ 0 ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਮਿਲੂਗੀ ਰਾਜੇ, ਕਿਉਂਕਿ ਮੈਂ ਐਪ 'ਤੇ ਥਿਊਰੀ ਦੀ ਕੰਪਲੀਟ ਕਰਵਾ ਚੁੱਕਿਆ ਗਾ। ਠੀਕ ਹੈ ਜੀ। ਹੁਣ ਐਡਵਾਂਸ ਲੈਵਲ ਕਰਨ ਦੀ ਤਿਆਰੀ ਹੈ ਆਪਣੀ। ਠੀਕ ਹੈ ਜੀ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ, ਅਤੇ ORG ਕੋਡ ਫਿਲ ਕਰਨਾ ਗਾ XX RAM। ਠੀਕ ਹੈ ਜੀ। 7814485915 'ਤੇ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਜੇ ਕਿਸੇ ਕੈਂਡੀਡੇਟ ਨੂੰ ਕਿਸੇ ਪ੍ਰੋਬਲਮ ਆਉਂਦੀ ਹੈ। ਠੀਕ ਹੈ ਜੀ। ਚਲੋ, ਹੁਣ ਰਾਜੇ ਸਭ ਤੋਂ ਪਹਿਲਾ ਪ੍ਰਸ਼ਨ ਆਪਣੇ ਕੋਲ ਆ ਗਿਆ। ਇਹ ਪ੍ਰਸ਼ਨ ਆਏ ਹੋਏ ਆ ਸਾਰੇ ਰਾਜੇ, ਅਤੇ ਤੁਹਾਨੂੰ ਪੇਪਰ ਵਿੱਚ ਮਿਲਣਗੇ ਵੀ। ਹਾਈ ਲੈਵਲ ਦੇ ਪ੍ਰਸ਼ਨ ਆ ਵਧੀਆ। ਕਹਿੰਦੇ ਪਰਸਨ ਮੇ ਬੀ ਚੇਂਜ ਵਟ ਰੂਲਸ ਸ਼ੁੱਡ ਨਾਟ ਚੇਂਜ, ਇਟ ਇਜ਼ ਦਾ ਪ੍ਰਿੰਸੀਪਲ ਆਫ। ਕਹਿੰਦੇ ਵਿਅਕਤੀ ਬਦਲ ਜਾਂਦੇ ਹਨ ਪਰ ਨਿਯਮ ਕਦੇ ਨਹੀਂ ਬਦਲਦੇ। ਇਹ ਸਿਧਾਂਤ ਦਿੱਤਾ ਗਿਆ ਗਾ। ਇਹ ਸਿਧਾਂਤ ਕਿਹੜੀ ਚੀਜ਼ ਨੂੰ ਲੈ ਕੇ ਦਿੱਤਾ ਗਿਆ ਗਾ, ਇਹ ਚੀਜ਼ ਆਪਾਂ ਤੋਂ ਪੁੱਛ ਰਹੇ ਨੇ ਰਾਜੇ। ਇਹ ਚੀਜ਼ ਪੁੱਛ ਰਹੇ ਨੇ, ਕਹਿੰਦੇ ਵਿਅਕਤੀ ਤਾਂ ਬਦਲ ਜਾਂਦੇ ਨੇ ਪਰ ਨਿਯਮ ਕਦੇ ਨਹੀਂ ਬਦਲਦੇ। ਇਹ ਕਿਹੜੇ, ਇਹਨਾਂ ਵਿੱਚੋਂ ਕਿਹੜੀ ਸੰਸਥਾ ਰਾਜੇ ਜਿਹੜੀ ਇਹ ਪ੍ਰਿੰਸੀਪਲ 'ਤੇ ਕੰਮ ਕਰਦੀ ਹੈ, ਆਪਾਂ ਤੋਂ ਇਹ ਪੁੱਛ ਰਹੇ ਨੇ।
ਇਹ ਗੱਲ ਕਰਦੀ ਹੈ ਕੌਂਸਟੀਟਿਊਸ਼ਨ ਗਵਰਨਮੈਂਟ। ਕੌਂਸਟੀਟਿਊਸ਼ਨ ਗਵਰਨਮੈਂਟ ਕੀ ਹੈ? ਆਪਣੀ ਸੰਵਿਧਾਨਕ ਸਰਕਾਰ, ਸੰਵਿਧਾਨਕ ਸਰਕਾਰ। ਠੀਕ ਹੈ ਜੀ, ਨਾਲ ਪੰਜਾਬੀ ਦੇ ਵਿੱਚ ਲਿਖਦਾ ਜਾਊਂਗਾ ਮੈਂ। ਐਬਸੋਲੂਟ ਮੋਨਾਰਚੀ, ਮੋਨਾਰਚੀ ਦਾ ਮਤਲਬ ਹੁੰਦਾ ਤਾਨਾਸ਼ਾਹੀ। ਦੇਖੋ ਰਾਜੇ, ਇਸ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਉਹ ਹੈਗਾ ਕੌਂਸਟੀਟਿਊਸ਼ਨ ਗਵਰਨਮੈਂਟ, ਕਿ ਸੰਵਿਧਾਨਕ ਸਰਕਾਰ ਆ ਭਾਈ ਜਿਹੜੀ, ਉਹ ਕਹਿੰਦੀ ਹੈ ਸੰਵਿਧਾਨਕ ਸਰਕਾਰ ਜਿਹੜੀ ਆਪਣੀ ਸਰਕਾਰ ਆ ਰਾਜੇ, ਉਹ ਸੰਵਿਧਾਨ 'ਤੇ ਚੱਲਦੀ ਹੈ ਕਿ ਜੀ ਵਿਅਕਤੀ ਤਾਂ ਬਦਲ ਜਾਣਗੇ ਪਰ ਨਿਯਮ ਕਦੇ ਨਹੀਂ ਬਦਲਦੇ, ਨਿਯਮ ਆਪਣੇ ਉਹੀ ਰਹਿਣਗੇ। ਠੀਕ ਹੈ ਜੀ, ਹੁਣ ਆਪਾਂ ਦੂਜੀਆਂ ਆਪਸ਼ਨ ਡਿਸਕਸ਼ਨ ਕਰ ਲਈਏ। ਐਬਸੋਲੂਟ ਮੋਨਾਰਚੀ, ਜਿੱਥੇ ਵੀ ਕਿਤੇ ਵੀ ਮੋਨਾਰਚੀ ਸ਼ਬਦ ਆ ਗਿਆ ਉਹਦਾ ਮਤਲਬ ਤਾਨਾਸ਼ਾਹੀ। ਤਾਨਾਸ਼ਾਹੀ ਦਾ ਮਤਲਬ ਰਾਜੇ ਜਿੱਥੇ ਕਿਤੇ ਕੋਈ ਇੱਕ ਪਰਿਵਾਰ ਰਾਜ ਕਰਦਾ ਗਾ, ਜਿਵੇਂ ਤੁਸੀਂ ਦੇਖਿਆ ਹੋਵੋਗੇ ਮੁਗਲਾਂ ਨੇ ਰਾਜ ਕੀਤਾ ਰਾਜੇ। ਠੀਕ ਹੈ ਜੀ, ਇਦੋਂ ਪਹਿਲਾਂ ਲੋਧੀ ਹੁੰਦੇ ਸੀ, ਲੋਧੀ ਰਾਜ ਕਰੀ ਗਏ। ਠੀਕ ਹੈ ਜੀ, ਇਸ ਤੋਂ ਪਹਿਲਾਂ ਸੈਯਦ ਹੁੰਦੇ ਸੀ, ਉਹ ਰਾਜ ਕਰੀ ਗਏ। ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਕਹਾ ਪੁੱਤ ਬਣਦੇ ਸੀ, ਪੁੱਤ ਪੜਪੋਤੇ ਫਲਾਨਾ ਤੇ ਕੰਮ ਆਈ ਬਣੀ ਜਾਂਦੇ ਸੀ। ਠੀਕ ਹੈ ਜੀ, ਆਈ ਬਣੀ ਜਾਂਦੇ ਸੀ। ਜਿੱਥੇ ਵੀ ਕਿਤੇ ਇੱਕ ਪਰਿਵਾਰ ਸ਼ਾਸਨ ਕਰੇ ਰਾਜੇ, ਜਦੋਂ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਸੀ ਤਾਂ ਉਹਨਾਂ ਨੂੰ ਮੋਨਾਰਚੀ ਕਹਿ ਦਿੰਦੇ ਆਪਾਂ। ਠੀਕ ਹੈ ਜੀ, ਅਨਰਿਟਨ ਕੌਂਸਟੀਟਿਊਸ਼ਨ, ਅਨਰਿਟਨ ਕੌਂਸਟੀਟਿਊਸ਼ਨ ਆਪਣਾ ਨਹੀਂ ਹੈਗਾ ਇੰਗਲੈਂਡ ਦਾ, ਅਨਰਿਟਨ ਕੌਂਸਟੀਟਿਊਸ਼ਨ ਹੈ। ਰਿਪਬਲਿਕ, ਰਿਪਬਲਿਕ ਸ਼ਬਦ ਕਿਤੇ ਵੀ ਆ ਗਿਆ ਰਾਜੇ, ਰਿਪਬਲਿਕ ਸ਼ਬਦ ਦਾ ਮਤਲਬ ਪਤਾ ਕੀ ਹੁੰਦਾ ਗਾ? ਰਿਪਬਲਿਕ ਸ਼ਬਦ ਤੁਹਾਨੂੰ ਕਿਤੇ ਵੀ ਮਿਲ ਗਿਆ, ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਸਟੇਟ ਰਿਪਬਲਿਕ ਹੋਊਗੀ, ਜਿਹੜੀ ਕੰਟਰੀ ਰਿਪਬਲਿਕ ਹੋਊਗੀ, ਉਹ ਆਪਦਾ ਹੈੱਡ ਆਫ ਸਟੇਟ ਆਪ ਚੁਣੂਗੀ। ਕਹਿਣ ਦਾ ਮਤਲਬ ਕਿ ਉਹ ਸਟੇਟ ਕੋਲੇ ਪਾਵਰ ਹੋਊਗੀ ਕਿ ਉਹ ਆਪਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, MLA, MP ਉਹ ਆਪ ਚੁਣਨਗੇ ਆਪਦਾ। ਰਿਪਬਲਿਕ ਸ਼ਬਦ ਦਾ ਮਤਲਬ ਇਹ ਹੁੰਦਾ ਗਾ। ਠੀਕ ਹੈ ਜੀ, ਹੁਣ ਬਹੁਤ ਕੈਂਡੀਡੇਟ ਕਹਿਣਗੇ ਜੀ ਪ੍ਰੈਜ਼ੀਡੈਂਟ ਤਾਂ ਆਪਾਂ ਚੁਣਦੇ ਨਹੀਂ, ਚੁਣਿਆ ਦਾ ਰਾਜੀ ਪ੍ਰੈਜ਼ੀਡੈਂਟ ਵੀ ਆਪਣੇ ਵੱਲੋਂ ਹੀ ਜਾਂਦਾ ਗਾ, ਉਹ ਇੰਡਾਇਰੈਕਟ ਤਰੀਕੇ ਨਾਲ ਚੁਣਿਆ ਜਾਂਦਾ ਗਾ। ਇੰਡਾਇਰੈਕਟ ਤਰੀਕੇ ਨਾਲ ਕਿਵੇਂ ਚੁਣਿਆ ਜਾਂਦਾ ਗਾ? ਹੁਣ ਆਪਾਂ MP ਚੁਣ ਲਏ, ਠੀਕ ਹੈ ਜੀ, ਆਪਾਂ MP ਚੁਣ ਲਏ, ਆਪਾਂ MLA ਚੁਣ ਲਏ, ਚੁਣੇ ਤਾਂ ਆਪਾਂ ਹੀ ਆ। ਉਹੀ MLA ਤੇ MP ਜਾ ਕੇ ਕਿਹਨੂੰ ਚੁਣਨਗੇ? ਪ੍ਰੈਜ਼ੀਡੈਂਟ ਨੂੰ ਚੁਣਨਗੇ। ਭੇਜੇ ਤਾਂ ਆਪੇ ਹੀ ਚੁਣ ਕੇ, ਜਿਹੜੇ ਬੰਦੇ ਉਹੀ ਗਾਹਾਂ ਚੋਣ ਕਰ ਰਹੇ ਆ ਨਾ। ਤਾਂ ਰਿਪਬਲਿਕ ਦੀ ਗੱਲ ਇਹ ਹੁੰਦੀ ਹੈ। ਹੁਣ ਚਾਰੇ ਆਪਸ਼ਨ ਕਲੀਅਰ ਹੈ। ਤਾਂ ਜੇ ਇਹ ਗੱਲ ਕਿਹਨੇ ਕਹੀ ਹੈ ਰਾਜੇ? ਇਹ ਗੱਲ ਕਹੀ ਹੈ ਕੌਂਸਟੀਟਿਊਸ਼ਨ ਗਵਰਨਮੈਂਟ ਨੇ। ਪ੍ਰਸ਼ਨ ਦੀਆਂ ਚਾਰੇ ਦੇ ਚਾਰੇ ਆਪਸ਼ਨ ਤੁਹਾਨੂੰ ਮੈਂ ਕਲੀਅਰ ਕਰਵਾ ਦਿੰਦਾ। ਆਹ ਦੇਖੋ ਰਾਜੇ, ਹੁਣ ਨਾਲ ਮੈਂ ਡਿਟੇਲ ਵੀ ਲਿਖੀ ਹੋਈ ਹੈ। ਰਿਪਬਲਿਕ ਆਫ ਸਟੇਟ ਉਹ ਹੁੰਦਾ ਹੈ ਜਿਸ ਕੋਲ ਆਪਣੇ ਪ੍ਰਤੀਨਿਧੀ ਆਪ ਵੋਟ ਪਾ ਕੇ ਲੋਕਤੰਤਰ ਵਿੱਚ ਚੁਣਦੇ ਹਨ। ਲੋਕਤੰਤਰ ਦਾ ਮਤਲਬ ਹੁੰਦਾ ਰਾਜੇ ਡੈਮੋਕ੍ਰੇਸੀ। ਡੈਮੋਕ੍ਰੇਸੀ, ਡੈਮੋਕ੍ਰੇਸੀ ਦਾ ਸ਼ਬਦ ਹੁੰਦਾ ਜਿੱਥੇ ਲੋਕਾਂ ਦੀ ਚੱਲਦੀ ਹੈ। ਠੀਕ ਹੈ ਜੀ, ਮੋਨਾਰਚੀ ਦਾ ਅਰਥ ਹੈ ਰਾਜਾ ਰਾਣੀ ਸ਼ਾਸਨ ਕਰਦੇ ਹਨ। ਠੀਕ ਹੈ ਜੀ, ਦੋ ਚੀਜ਼ਾਂ ਕਲੀਅਰ ਹੈ। ਹੁਣ ਚੱਲਦੇ ਆਪਾਂ ਅਗਲੇ MCQ ਤੇ। ਅਗਲੇ MCQ ਦੇ ਵਿੱਚ ਕੀ ਕਹਿੰਦੇ ਨੇ ਰਾਜਾ? ਪ੍ਰਸ਼ਨ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ। ਕਹਿੰਦੇ ਵਿਚ ਆਫ ਦਾ ਫੋਲੋਇੰਗ ਕੰਟਰੀ ਹੈਜ਼ ਇੰਟਰੋਡਿਊਸ ਡਾਇਰੈਕਟ ਡੈਮੋਕ੍ਰੇਸੀ। ਕਿਤੇ ਵੀ ਤੁਹਾਨੂੰ ਡਾਇਰੈਕਟ ਡੈਮੋਕ੍ਰੇਸੀ ਸ਼ਬਦ ਮਿਲ ਗਿਆ, ਕਹਿੰਦੇ ਹੇਠ ਲਿਖੇ ਦੇਸ਼ ਵਿੱਚੋਂ ਸਿੱਧੇ ਲੋਕਤੰਤਰ ਦੀ ਸ਼ੁਰੂਆਤ ਕਿਸ ਨੇ ਕੀਤੀ ਜਾਂਦੀ ਹੈ। ਦੇਖੋ ਸਿੱਧੇ ਰਾਜੇ ਉੱਥੇ ਲੋਕਾਂ ਨੇ ਮਤਲਬ ਸਿੱਧੀ ਆਪਦੀ ਮਰਜ਼ੀ ਨਾਲ ਹੀ, ਬਸ ਤੁਸੀਂ ਇੱਕ ਵਨ ਲਾਈਨਰ ਕਰਾਵਾਂ ਤੁਹਾਨੂੰ। ਵਨ ਲਾਈਨਰ ਇਹ ਹੈ ਕਿਤੇ ਵੀ ਤੁਹਾਨੂੰ ਡਾਇਰੈਕਟ ਡੈਮੋਕ੍ਰੇਸੀ ਸ਼ਬਦ ਮਿਲ ਜੇ, ਡਾਇਰੈਕਟ ਡੈਮੋਕ੍ਰੇਸੀ ਸ਼ਬਦ ਮਿਲ ਜੇ, ਬਸ ਤੁਸੀਂ ਸਵਿਟਜ਼ਰਲੈਂਡ 'ਤੇ ਆਨਸਰ ਲਾਇਓ। ਬਸ ਇੱਦੋਂ ਸੌਖਾ ਕੁਛ ਨਹੀਂ ਹੈਗਾ, ਵਨ ਲਾਈਨਰ ਹੈ ਬਸ। ਡਾਇਰੈਕਟ ਡੈਮੋਕ੍ਰੇਸੀ ਸਵਿਟਜ਼ਰਲੈਂਡ 'ਤੇ ਆਨਸਰ ਲਾਇਓ ਬਸ। ਇੱਦੋਂ ਬਾਅਦ ਆ ਗਿਆ ਰਾਜੇ ਅਗਲੇ 'ਤੇ। ਇਹ ਪ੍ਰਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਹਿੰਦੇ ਹਾਊ ਮੈਨੀ ਸੈਸ਼ਨ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਅਸੈਂਬਲੀ ਵਾਜ ਚੇਅਰਡ। ਕਹਿੰਦੇ ਭਾਰਤੀ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ ਗਈ ਸੀ। ਹੁਣ ਰਾਜੇ ਦੇਖੋ ਆਪਾਂ ਕੀ ਬਣਾਈ ਸੀ? ਆਪਾਂ ਬਣਾਈ ਸੀ ਕੌਂਸਟੀਟਿਊਸ਼ਨ ਅਸੈਂਬਲੀ, ਜਿਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨ ਸਭਾ ਬਣਾਈ ਸੀ ਜਦੋਂ ਆਪਾਂ। ਠੀਕ ਹੈ ਜੀ, ਸੰਵਿਧਾਨ ਸਭਾ ਬਣਾਈ ਸੀ। ਹੁਣ ਸੰਵਿਧਾਨ ਸਭਾ ਦੀ ਜੋ ਗੱਲ ਚੱਲ ਹੀ ਪਈ ਤਾਂ ਰਾਜੇ ਸੰਵਿਧਾਨ ਸਭਾ ਦੀ ਜਦੋਂ ਪਹਿਲੀ ਬੈਠਕ ਹੋਈ ਸੀ ਉਹ ਹੋਈ ਸੀ 9 ਦਸੰਬਰ ਕਦੋਂ ਦੱਸੋ? 1946 ਨੂੰ। ਠੀਕ ਹੈ ਜੀ, 9 ਦਸੰਬਰ 1946 ਨੂੰ ਆਈ ਸੀ। ਇਹਦੇ ਬਾਰੇ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਇਹ ਜਿਹੜੀ ਬਣਾਈ ਗਈ ਸੀ ਰਾਜੇ ਸੰਵਿਧਾਨ ਸਭਾ, ਇਹ ਬਣਾਈ ਗਈ ਸੀ ਕਿਹੜੇ ਮਿਸ਼ਨ ਦੇ ਤਹਿਤ ਬਣਾਈ ਗਈ ਸੀ? ਦੱਸੋ, ਪਹਿਲੇ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਡਿਸਕਸ ਕਰਕੇ ਗਿਆ। 1946 ਦੇ ਵਿੱਚ ਹੋਈ ਸੀ ਉਹ ਗੱਲ। ਦੱਸੋ ਕਿਹਦੇ ਤਹਿਤ ਬਣਾਈ ਗਈ ਸੀ ਸੰਵਿਧਾਨ ਸਭਾ? 3 ਬੰਦੇ ਸੀ ਉਹਦੇ ਵਿੱਚ, ਦੱਸਿਓ ਕਮੈਂਟਾਂ ਦੇ ਵਿੱਚ। ਤਾਂ 9 ਦਸੰਬਰ ਨੂੰ ਜਦੋਂ ਰਾਜੇ ਸੰਵਿਧਾਨ ਸਭਾ ਬੈਠ ਗਈ ਆਪਣੀ, ਤਾਂ ਉਦੋਂ ਕੀ ਕੀਤਾ? ਸਾਰੇ ਬੰਦੇ ਜਾ ਕੇ ਉੱਥੇ ਬਹਿ ਕੇ ਕਹਿੰਦੇ ਵੀ ਸਾਰੇ ਆ ਜਾਓ ਕਿ ਆਪਾਂ ਸੰਵਿਧਾਨ ਸਭਾ ਬਣਾਉਣੀ ਹੈ। ਸੰਵਿਧਾਨ ਸਭਾ ਮਤਲਬ ਆਪਾਂ ਉਹਦਾ ਸੰਵਿਧਾਨ ਬਣਾਉਣਾ ਗਾ। ਸਾਰੇ ਵਗ ਗਏ। ਉੱਥੇ ਜਾ ਕੇ ਕੀ ਹੋਇਆ? ਉੱਥੇ ਜਾ ਕੇ ਇੱਕ ਨੇ ਫੌੜਾ ਚੱਕ ਲਿਆ, ਇੱਕ ਨੇ ਡਾਂਗ ਚੱਕ ਲਈ, ਇੱਕ ਨੇ ਕਹੀ ਦਾ ਬਾਹਾਂ 'ਚ ਚੱਕ ਲਿਆ, ਲੜ ਪਿਆ ਆਪਸ ਦੇ ਵਿੱਚ ਪਤੰਦਰ। ਸਾਰੇ ਜੱਫੋ ਜੱਫੀ ਹੋ ਗਏ। ਉਹ ਕਹਿੰਦਾ ਆਏਂ ਨਹੀਂ ਹੋਣਾ ਜੀ, ਉਹ ਕਹਿੰਦਾ ਆਏਂ ਨਹੀਂ ਹੋਣਾ, ਉਹ ਕਹਿੰਦਾ ਆਏਂ ਨਹੀਂ ਹੋਣਾ। ਫਿਰ ਮੇਰੇ ਵਰਗਾ ਸਿਆਣਾ ਬੰਦਾ ਖੜਾ ਹੋਇਆ। ਠੀਕ ਹੈ ਜੀ, ਅਤੇ ਨਾਲ ਮੇਰਾ ਸਾਡੇ ਪਿੰਡ ਵਾਲਾ ਨਾਜਰ ਸੀ, ਅਸੀਂ ਦੋਨੇ ਗਏ ਸੀ ਉਦੋਂ। ਅਸੀਂ ਵਿੱਚ ਹੀ ਸੀ ਗੱਲਬਾਤ ਤੇ ਸਾਰੀ ਦੇ। ਗੱਲ ਗਾਹਾਂ ਨਾ ਕਰੋ, ਲੀਕ ਹੋ ਜਾਂਦੀ ਕਈ ਵਾਰੀ ਪਰਸਨਲ ਗੱਲਾਂ ਇਹ। ਅਤੇ ਜਦੋਂ ਇਹ ਗੱਲਬਾਤ ਹੋਈ ਰਾਜੇ ਸਾਰੀ, ਤਾਂ ਇੱਕ ਮੈਂ ਉੱਠਿਆ ਅਤੇ ਨਾਲ ਹੀ ਨਾਜਰ ਉੱਠਿਆ। ਅਸੀਂ ਕਿਹਾ ਯਾਰ ਰੌਲਾ ਨਾ ਪਾਓ, ਆਪਾਂ ਐਂ ਕਰਦੇ ਕਿ ਆਪਾਂ ਰੌਲੀ ਮਨੇੜ ਦਿੰਦੇ, ਜਿਹੜੀ ਸੰਵਿਧਾਨ ਸਭਾ ਬਣਾ ਰਹੇ ਹਾਂ ਇਹਦੇ ਆਪਾਂ ਪ੍ਰੈਜ਼ੀਡੈਂਟ ਲਾ ਦਿੰਦੇ ਹਾਂ। ਕਿਉਂਕਿ ਲਾ ਦਿਓ ਜੀ, ਪ੍ਰੈਜ਼ੀਡੈਂਟ ਤਾਂ ਰੌਲਾ ਪਈ ਜਾਂਦਾ। ਮੈਨੂੰ ਕਹਿੰਦੇ, ਮੈਂ ਕਿਹਾ ਲਾ ਦਿੰਦੇ ਹਾਂ, ਕੋਈ ਚੱਕਰ ਨਹੀਂ। ਮੈਂ ਕਿਹਾ ਪ੍ਰੈਜ਼ੀਡੈਂਟ ਉਹਨੂੰ ਲਾਵਾਂਗੇ ਜਿਹੜਾ ਸਭ ਤੋਂ ਵੱਡੀ ਉਮਰ ਦਾ ਹੋਊਗਾ। ਠੀਕ ਹੈ ਜੀ, ਉਹਨੂੰ ਲਾਵਾਂਗੇ ਪ੍ਰੈਜ਼ੀਡੈਂਟ। ਉੱਥੇ ਭਾਈ ਜਦੋਂ ਭਾਲਿਆ ਭੂਲਿਆ ਤਾਂ ਸਭ ਤੋਂ ਵੱਡਾ ਸਾਨੂੰ ਸੱਚੀਦਾਨੰਦ ਸਿਨਹਾਥਿਆ ਆ ਗਿਆ। ਸੱਚੀਦਾਨੰਦ ਸਿਨਹਾਥਿਆ ਆ ਗਿਆ। ਮੈਂ ਕਿਹਾ ਭਾਈ ਆਹ ਬੰਦਾ ਹੈਗਾ ਵੱਡੀ ਉਮਰ ਦਾ, ਇਹਨੂੰ ਲਾਓ ਪ੍ਰੈਜ਼ੀਡੈਂਟ, ਇਹਨੂੰ ਲਾਤਾ। ਮੁੜ ਕੇ ਭਾਈ ਫਿਰ ਥੋੜ੍ਹੇ ਕੁ ਦਿਨਾਂ ਬਾਅਦ, 2 ਕੁ ਦਿਨਾਂ ਬਾਅਦ 11 ਦਸੰਬਰ ਨੂੰ ਕਹਿੰਦੇ ਭਾਈ ਇਹਨੂੰ ਤਾਂ ਆਪਾਂ ਅਸਥਾਈ ਲਾਇਆ।
ਕੱਚੇ ਤੌਰ 'ਤੇ ਲਾਤਾ, ਇੱਕ ਵਾਰੀ ਕਿ ਲੜਾਈ ਝਗੜਾ ਸ਼ਾਂਤ ਹੋ ਜਾਊਗਾ, ਅਸਥਾਈ ਲਾਇਆ ਹੈਗਾ, ਅਸਥਾਈ, ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਨੇ ਨੌਨ ਪਰਮਾਨੈਂਟ ਲਾਇਆ। ਇਹ ਤੋਂ ਬਾਅਦ 11 ਦਸੰਬਰ ਨੂੰ ਫਿਰ ਰਾਜੇ ਇਹਨਾਂ ਨੇ ਲਾਤਾ ਰਜਿੰਦਰ ਪ੍ਰਸਾਦ ਨੂੰ, ਡਾਕਟਰ ਰਜਿੰਦਰ ਪ੍ਰਸਾਦ ਨੂੰ ਲਾਤਾ, ਇਹਨੂੰ ਲਾਤਾ ਉਹਨਾਂ ਨੇ ਕਿਹੜਾ, ਪਰਮਾਨੈਂਟ ਪ੍ਰੈਜ਼ੀਡੈਂਟ, ਪਰਮਾਨੈਂਟ ਪ੍ਰੈਜ਼ੀਡੈਂਟ, ਠੀਕ ਹੈ ਜੀ। ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨਾ। ਚਲੋ ਇੱਥੇ ਤੁਹਾਨੂੰ ਸੰਵਿਧਾਨ ਸਭਾ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ। ਹੁਣ ਕਹਿੰਦੇ ਜਦੋਂ ਕਹਿੰਦੇ ਸੰਵਿਧਾਨ ਸਭਾ ਬਣਦੀ ਸੀ ਰਾਜੇ, ਇਹਦੇ ਤਾਂ ਹੁਣ ਮੀਟਿੰਗਾਂ ਦੇ ਸੈਸ਼ਨ ਤਾਂ ਹੋਈ ਕਰਨਗੇ। ਸੰਵਿਧਾਨ ਸਭਾ ਦੇ ਵਿੱਚ ਜੋ ਸੰਵਿਧਾਨ ਬਣਿਆ ਤੁਹਾਨੂੰ ਪਤਾ ਕਿ 2000 ਤੋਂ ਵੱਧ ਸੋਧਾਂ ਹੋਈਆਂ ਸੀ ਸੰਵਿਧਾਨ ਦੇ ਵਿੱਚ ਜਾ ਕੇ, ਫਿਰ ਕਿਤੇ ਸੰਵਿਧਾਨ ਬਣਿਆ ਆਪਣਾ। ਅਤੇ ਫਿਰ ਕਹਿੰਦੇ ਉਦੋਂ ਕਿੰਨੇ ਸੈਸ਼ਨ ਚੱਲੇ ਰਾਜੇ, ਜਿਵੇਂ ਐਤਕੀ ਹੁਣ ਸੰਵਿਧਾਨ 'ਤੇ ਗੱਲ ਕੀਤੀ, ਪੇਸ਼ ਕੀਤਾ, ਇਹ ਤੋਂ ਬਾਅਦ ਕਹਿੰਦੇ ਭਾਈ ਇੰਨੀ ਗੱਲ ਕੰਪਲੀਟ ਹੋ ਗਈ, ਹੁਣ ਆਪਾਂ ਅਗਲੇ ਸੈਸ਼ਨ ਦੇ ਵਿੱਚ ਇਹਦੀ ਗੱਲ ਕਰਾਂਗੇ। ਫਿਰ ਦੂਜੇ ਸੈਸ਼ਨ ਦੇ ਵਿੱਚ ਥੋੜ੍ਹੀ ਗੱਲ ਹੋਈ, ਫਿਰ ਤੀਜੇ ਸੈਸ਼ਨ 'ਚ ਚਲੇ ਗਏ। ਐਂ ਸੈਸ਼ਨ ਹੋਏ ਸੀ ਰਾਜੇ ਸੰਵਿਧਾਨ ਸਭਾ ਦੇ। ਕਹਿੰਦੇ ਕੁੱਲ ਕਿੰਨੇ ਸੈਸ਼ਨ ਹੋਏ ਸੀ ਰਾਜੇ, ਕੁੱਲ 11 ਸੈਸ਼ਨ ਹੋਏ ਸੀ, ਠੀਕ ਹੈ ਜੀ। ਕੁੱਲ ਕਿੰਨੇ ਸੈਸ਼ਨ ਹੋਏ ਸੀ, 11 ਸੈਸ਼ਨ ਹੋਏ ਸੀ, ਇੰਨੀ ਚੀਜ਼ ਯਾਦ ਰੱਖ ਲਓ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ, ਕਹਿੰਦੇ ਦਾ ਸਟੇਟ ਓਪਰੇਟ ਥਰੂ, ਕਹਿੰਦੇ ਜਿਹੜੀ ਆਪਣੀ ਸਟੇਟ ਆ ਰਾਜੇ, ਆਪਣੀ ਰਾਜ ਹੈ ਆਪਣਾ, ਜਿਹੜੀ ਆਪਣਾ ਰਾਜ ਚੱਲਦਾ ਰਾਜੇ, ਚਾਹੇ ਤੁਸੀਂ ਸੈਂਟਰ ਦੇ ਵਿੱਚ ਲਾ ਲਓ, ਚਾਹੇ ਆਪਣੀ ਸਟੇਟ ਦੇ ਵਿੱਚ ਲਾ ਲਓ, ਰਾਜ ਨੂੰ ਚਲਾਇਆ ਜਾਂਦਾ। ਇਹਨਾਂ 'ਚੋਂ ਕਿਸ ਦੁਆਰਾ ਰਾਜ ਨੂੰ ਚਲਾਇਆ ਜਾਂਦਾ ਹੈਗਾ, ਆਪਾਂ ਤੋਂ ਇਹ ਪ੍ਰਸ਼ਨ ਪੁੱਛ ਰਿਹਾ। ਇਹਦਾ ਪ੍ਰਸ਼ਨ ਨਿੱਕਾ ਜਿਹਾ ਬੱਚਾ ਵੀ ਦੇ ਦੂਗਾ। ਕੌਣ ਚਲਾਉਂਦਾ ਰਾਜੇ, ਗਵਰਨਮੈਂਟ ਚਲਾਉਂਦੀ ਹੈ ਰਾਜ, ਗਵਰਨਮੈਂਟ ਹੀ ਚਲਾਉਂਦੀ ਹੈ ਰਾਜ ਨੂੰ, ਆਪਣੇ ਨੂੰ, ਸਟੇਟ ਨੂੰ। ਜੇ ਤੁਸੀਂ ਸੈਂਟਰ ਦੇ ਵਿੱਚ ਦੇਖੋਗੇ ਮੋਦੀ ਸਰਕਾਰ ਚਲਾ ਰਹੀ ਹੈ, ਪੰਜਾਬ ਦੇ ਵਿੱਚ ਦੇਖੋਗੇ ਆਮ ਆਦਮੀ ਪਾਰਟੀ ਸਰਕਾਰ ਚਲਾ ਰਹੀ ਹੈ, ਵਿੱਚ ਪ੍ਰਸ਼ਨ ਬਣ ਲੈਂਦੇ ਵੀ ਮਿਲਣਗੇ। ਹੁਣ ਆ ਗਿਆ ਆਪਣਾ ਆ ਪ੍ਰਸ਼ਨ, ਚਲੋ ਇਹਦੇ ਬਾਰੇ ਗੱਲ ਕਰਦੇ ਹਾਂ, 3 ਆਪਸ਼ਨ ਹੀ ਹਾਂ। ਹੁਣ ਧਿਆਨ ਨਾਲ ਸੁਣ ਲਿਓ, ਸਰੇ ਚੀਜ਼ ਡਿਸਕਸ ਕਰਦੇ ਜਾਊਂਗਾ ਆਪਾਂ। ਆਹ ਚੀਜ਼ ਨਾਲ ਰਿਲੇਟਡ ਆਪਾਂ ਨੂੰ ਡੈਫੀਨੇਸ਼ਨ ਪੁੱਛੀ ਗਈ ਹੈ। ਕਹਿੰਦੇ ਦਾ ਰੈਗੂਲੇਟਿੰਗ ਐਕਟ 1773 ਨੂੰ ਜਦੋਂ ਪਾਸ ਕੀਤਾ ਗਿਆ ਸੀ ਰਾਜੇ, ਠੀਕ ਹੈ ਜੀ, ਤਾਂ ਉਦੋਂ ਕੀ ਕੁਛ ਹੋਇਆ ਸੀ, ਥੱਲੇ ਆਪਾਂ ਤੋਂ ਇਹ ਪੁੱਛਦੇ ਕਿ ਇਹਨਾਂ 'ਚੋਂ ਕਿਹੜੀ ਚੀਜ਼ ਸਹੀ ਹੈ ਉਹਨਾਂ ਦੇ ਵਿੱਚੋਂ। ਹੁਣ ਧਿਆਨ ਨਾਲ ਮੇਰੀ ਗੱਲ ਸੁਣ ਲਿਓ, ਕੰਨ ਖੋਲ੍ਹ ਕੇ ਦੇਖੋ। ਸਭ ਤੋਂ ਪਹਿਲਾਂ ਇਸਟੈਲਿਸ਼ ਪਾਰਲੀਮੈਂਟ ਕੰਟਰੋਲ ਓਵਰ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਈਸਟ ਇੰਡੀਆ ਕੰਪਨੀ ਟੈਰਾਟੋਰੀਜ਼ ਇਨ ਇੰਡੀਆ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਖੇਤਰ ਵਿੱਚ ਪ੍ਰਸ਼ਾਸਨ ਉੱਤੇ ਸੰਸਦੀ ਨਰਿੰਦਰ ਸਥਾਪਿਤ ਕਰਤਾ। ਸਹੀ ਗੱਲ ਹੈ ਰਾਜੇ, ਠੀਕ ਹੈ ਜੀ। ਈਸਟ ਇੰਡੀਆ ਉੱਤੇ ਕੰਟਰੋਲ ਕਰ ਲਿਆ ਅੰਗਰੇਜ਼ਾਂ ਨੇ, ਠੀਕ ਹੈ ਜੀ, ਰੈਗੂਲੇਟਿੰਗ ਐਕਟ ਦੇ ਤਹਿਤ। ਇਹ ਗੱਲ ਸਹੀ ਹੈ, ਇਹ ਗੱਲ ਬਿਲਕੁਲ ਸਹੀ ਹੈ ਰਾਜੇ, ਇਹਦੇ ਵਿੱਚ ਕੋਈ ਵੀ ਲੁਕਾਉ ਨਹੀਂ ਹੈਗਾ, ਬਿਲਕੁਲ ਸਹੀ ਹੈ, ਠੀਕ ਹੈ ਜੀ। ਤਾਂ ਇਹ ਗੱਲ ਰਿਵੀਜ਼ ਕਰ ਲਈ। ਦੂਜੀ ਕਹਿੰਦੇ ਪਹਿਲਾਂ ਗਵਰਨਰ ਆਫ ਬੰਗਾਲ ਬਣਦਾ ਸੀ, ਪਹਿਲਾਂ ਗਵਰਨਰ ਆਫ ਬੰਗਾਲ ਬਣਦਾ ਹੁੰਦਾ ਸੀ ਰਾਜੇ। ਇਹ ਤੋਂ ਬਾਅਦ, ਠੀਕ ਹੈ ਜੀ, ਚਲੋ ਇਹ ਤੋਂ ਬਾਅਦ ਨੰਬਰ ਤੀਜੇ 'ਤੇ ਆ ਗਿਆ। ਦੂਜੀ ਆਪਸ਼ਨ ਵੀ ਦੱਸਤੀ ਕਿ ਜਿਹੜੇ ਬਿੱਲ ਪਾਸ ਕਰਦਾ ਉਦੋਂ ਕੀ ਕਹਿਣ ਲੱਗ ਪਿਆ ਰਾਜੇ, ਉਦੋਂ ਕਹਿਣ ਲੱਗ ਗਏ ਭਾਈ ਹੁਣ ਬੰਗਾਲ ਦਾ ਕੀ ਬਣਿਆ ਕਰੂਗਾ, ਜਿਹੜਾ ਬੰਗਾਲ ਦਾ ਗਵਰਨਰ ਬਣਿਆ ਕਰੂ ਉਹਨੂੰ ਗਵਰਨਰ ਜਨਰਲ ਕਹਿ ਦਾਂਗੇ। ਆਹ ਐਕਟ ਦੇ ਤਹਿਤ ਹੋਈ ਜਾਂਦਾ ਸੀ ਸਾਰਾ ਕੁਛ। ਇਹਦੇ ਨਾਲ ਕੀ ਕਰਦੇ, ਐਂਡ ਆਫ ਡੂਅਲ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਆਫ ਇੰਡੀਆ, ਕਹਿੰਦਾ ਜਿਹੜੀ ਭਾਰਤ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਸੀ ਉਹਦਾ ਵੀ ਅੰਤ ਹੋ ਗਿਆ ਸੀ। ਬਿਲਕੁਲ ਸਹੀ ਹੈ ਰਾਜੇ, ਤਿੰਨੇ ਚੀਜ਼ਾਂ ਹੋਈਆਂ ਸੀ ਰੈਗੂਲੇਟਿੰਗ ਐਕਟ ਦੇ ਤਹਿਤ। ਪਹਿਲੀ ਵੀ ਸਹੀ ਹੈ, ਦੂਜੀ ਵੀ ਸਹੀ ਹੈ, ਤੀਜੀ ਵੀ ਸਹੀ ਹੈ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਰਾਜੇ ਆਪਣਾ ਅਗਲਾ ਪ੍ਰਸ਼ਨ ਆ ਗਿਆ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਦੇਖੋ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਹੁਣ ਇਹ ਨਾ ਕਹਿ ਦਿਓ ਕਿ ਇੰਗਲਿਸ਼ ਦੇ ਵਿੱਚ ਨਹੀਂ ਲਿਖੇ ਰਾਜੇ, ਐਂ ਲਿਖੇ ਜਾਣਗੇ, ਪੰਜਾਬੀ ਦੇ ਵਿੱਚ ਵੀ ਐਂ ਲਿਖੇ ਜਾਣਗੇ, ਜਿਹਨੇ ਲਿਖਣ ਦੀ ਲੋੜ ਹੋਊ ਮੈਂ ਲਿਖੀ ਜਾਂਦਾ, ਠੀਕ ਹੈ। ਦੇਖੋ, ਐਟ ਵਿਚ ਇਟਸ ਸੈਸ਼ਨ ਡਿਡ ਦਾ ਕਾਂਗਰਸ ਆਫੀਸ਼ੀਅਲੀ ਐਕਸੈਪਟਡ ਦਾ ਸੋਸ਼ਲਿਸਟ ਪੈਟਰਨ ਆਫ ਸੋਸਾਇਟੀ, ਆਪਣੇ ਕਿਸ ਸੈਸ਼ਨ ਦੇ ਵਿੱਚ ਕਾਂਗਰਸ ਨੇ ਅਧਿਕਾਰਕ ਤੌਰ 'ਤੇ ਸਮਾਜ ਦੇ ਸਮਾਜਵਾਦੀ ਪੈਟਰਨ ਨੂੰ ਸਵੀਕਾਰ ਕੀਤਾ। ਕਹਿੰਦੇ ਕਿਹੜਾ ਸੈਸ਼ਨ ਹੋਇਆ ਸੀ ਰਾਜੇ ਕਾਂਗਰਸ ਦਾ, ਕਾਂਗਰਸ ਕਹਿੰਦੀ ਭਾਈ ਅਸੀਂ ਸਮਾਜਵਾਦੀ ਤੌਰ 'ਤੇ ਹੀ ਵਿਚਰਾਂਗੇ। ਕਹਿੰਦਾ ਮਤਲਬ ਕਿ ਅਸੀਂ ਆਪਣੀ ਪਾਰਟੀ ਨੂੰ ਇਸ ਤਰ੍ਹਾਂ ਨਾਲ ਚਲਾਵਾਂਗੇ ਕਿ ਅਸੀਂ ਇੱਕ ਸਮਾਜਿਕ ਤੌਰ 'ਤੇ ਲੋਕਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ, ਸਮਾਜਿਕ ਤੌਰ 'ਤੇ ਕੀ ਲੋਕਾਂ ਦੀਆਂ ਪਰੇਸ਼ਾਨੀਆਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਕੰਮ ਕਰਾਂਗੇ। ਤਾਂ ਇਹ ਜਿਹੜਾ ਰਾਜੇ ਉਹਨਾਂ ਨੇ ਕੀਤਾ ਸੀ, ਠੀਕ ਹੈ ਜੀ, ਇਹ ਪੈਟਰਨ ਜਿਹੜਾ ਉਹਨੇ ਲਿੱਤਾ ਸੀ ਸੁਸਾਇਟੀ ਆਫ ਸੋਸ਼ਲਿਸਟ ਦਾ, ਠੀਕ ਹੈ ਜੀ। ਇਹ ਕਿਹੜੇ ਸੈਸ਼ਨ ਦੇ ਵਿੱਚ ਲਿੱਤਾ ਸੀ, ਆਪ ਤੋਂ ਇਹੀ ਪੁੱਛ ਰਹੇ ਨੇ ਜੀ। ਇਹ ਸੈਸ਼ਨ ਦੇ ਵਿੱਚ ਲਿੱਤਾ ਸੀ ਉਹਨੇ ਅਵਧੀ ਸੈਸ਼ਨ 1955 ਦੇ ਵਿੱਚ। ਹੁਣ ਡਾਇਰੈਕਟ ਪ੍ਰਸ਼ਨ ਇਹ ਵੀ ਆ ਸਕਦਾ ਕਿ ਅਵਧੀ ਸੈਸ਼ਨ ਹੋਇਆ ਕਦੋਂ ਸੀ, 1955 ਦੇ ਵਿੱਚ। ਤਾਂ ਰਾਜੇ ਸਾਰੀਆਂ ਚੀਜ਼ਾਂ ਇੰਪੋਰਟੈਂਟ ਆ ਰਾਜੇ, ਇਹ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਵਿੱਚ ਮਿਲਣਗੇ, ਫਿਰ ਤੁਸੀਂ ਕਹਿੰਦੇ ਪੋਲਿਟੀ ਕਿੱਥੋਂ ਆ ਗਈ, ਠੀਕ ਹੈ ਜੀ। ਜਿਹੜੇ ਦੇ ਨਾਲ ਲੋੜ ਹੋਊਗੀ ਲਿਖਣ ਦੀ ਡਿਟੇਲ, ਉਸ ਨੂੰ ਡਿਟੇਲ ਵੀ ਜ਼ਰੂਰ ਲਿਖੀ ਜਾਊਗੀ। ਹੁਣ ਆਹ ਪ੍ਰਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੇਖੋ ਜੀ, ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਦਾ ਰਿਪਬਲਿਕ ਆਫ ਇੰਡੀਆ ਹੂ ਕੌਂਸਟੀਟਿਊਟ, ਠੀਕ ਹੈ ਜੀ, ਕੌਂਸਟੀਟੈਂਟਲੀ ਡਿਸਕ੍ਰਾਈਬ ਇੰਡੀਆ ਸੈਕੂਲਰਿਜ਼ਮ ਐਜ਼ ਸਰਬ ਧਰਮ ਸੰਭਵ ਆ। ਹੁਣ ਰਾਜੇ ਸੈਕੂਲਰ ਦਾ ਕੀ ਮਤਲਬ, ਦੇਖੋ ਸੈਕੂਲਰ ਸ਼ਬਦ ਮਿਲ ਗਿਆ। ਸੈਕੂਲਰ ਦਾ ਸ਼ਬਦ ਕੀ ਹੈ ਕਿ ਮਤਲਬ ਆਪਣਾ ਜਿਹੜਾ ਭਾਰਤ ਹੈ ਉਹ ਧਰਮ ਨਿਰਪੱਖ ਰਾਜ ਹੈ। ਧਰਮ ਨਿਰਪੱਖ ਰਾਜ ਦਾ ਮਤਲਬ ਇਹ ਹੈ ਰਾਜੇ ਕਿ ਪਾਰਟ 25 ਤੋਂ ਲੈ ਕੇ 28 ਤੱਕ ਆਪਣੇ ਧਰਮ। ਇਹ ਗੱਲ ਕਹਿੰਦੇ ਇਹਨਾਂ ਦੇ ਵਿੱਚੋਂ ਕਿਹਨੇ ਕਹੀ ਸੀ, ਉਹ ਰਿਪਬਲਿਕ ਆਫ ਇੰਡੀਆ ਸੀ। ਰਿਪਬਲਿਕ ਆਫ ਇੰਡੀਆ ਦਾ ਮਤਲਬ ਕਿ ਉਹ ਭਾਰਤ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਸੀ ਇੱਕ, ਜਿਹਨੇ ਇਹ ਗੱਲ ਕਹੀ ਸੀ। ਤਾਂ ਉਹ ਕੌਣ ਆ ਉਹ ਬੰਦਾ ਜਿਹਨੇ ਇੰਨੀ ਤਕੜੀ ਗੱਲ ਕਹੀ ਸੀ? ਤਾਂ ਇਹ ਗੱਲ ਕਹੀ ਸੀ ਰਾਜੇ ਡਾਕਟਰ ਰਾਧਾ ਕ੍ਰਿਸ਼ਨ ਨੇ। ਡਾਕਟਰ ਰਾਧਾ ਕ੍ਰਿਸ਼ਨ ਪਤਾ ਕੌਣ ਆ ਰਾਜੇ? ਇਹ ਡਾਕਟਰ ਰਾਧਾ ਕ੍ਰਿਸ਼ਨ ਉਹੀ ਹੈ 5 ਸਤੰਬਰ ਨੂੰ ਜਿਨ੍ਹਾਂ ਦੀ ਆਪਾਂ ਬਰਥ ਐਨਵਰਸਰੀ ਨੂੰ ਕੀ ਮਨਾਉਣੇ ਆ, ਟੀਚਰ ਡੇ ਮਨਾਉਣੇ ਆ। ਥੋੜ੍ਹੇ ਲਿਖਿਆ ਹੋਇਆ ਹੋਇਆ ਹੈਗਾ। ਚਲੋ ਆਹ ਦੇਖੋ, ਹੁਣ ਇਹ 'ਚ ਧਿਆਨ ਨਾਲ ਦੇਖੋ, ਸਾਰੀਆਂ ਆਪਸ਼ਨ ਡਿਸਕਸ ਕਰਾਂਗੇ।
ਇਸ ਦਿਨ ਇਹਨਾਂ ਦਾ ਜਨਮ ਦਿਨ 5 ਸਤੰਬਰ ਨੂੰ ਅਸੀਂ ਟੀਚਰ ਡੇ ਮਨਾਉਂਦੇ ਹਾਂ ਰਾਧਾ ਕ੍ਰਿਸ਼ਨ ਜੀ ਦੀ ਗੱਲ ਦੇ ਵਿੱਚ। ਇਹ ਤੋਂ ਬਾਅਦ ਜ਼ਾਕਿਰ ਹੁਸੈਨ ਦੀ ਗੱਲ ਕਰੀਏ, ਜੇਕਰ ਜ਼ਾਕਿਰ ਹੁਸੈਨ ਦੀ ਗੱਲ ਕਰੀਏ, ਇਹ ਆਪਣੇ ਪਹਿਲੇ ਮੁਸਲਿਮ ਰਾਸ਼ਟਰਪਤੀ ਸੀ ਰਾਜੇ। ਸਭ ਤੋਂ ਪਹਿਲਾਂ ਪ੍ਰਸ਼ਨ ਬਣੂਗਾ ਫਸਟ ਮੁਸਲਿਮ ਪ੍ਰੈਜ਼ੀਡੈਂਟ ਕਿਹੜਾ ਸੀ? ਤੁਸੀਂ ਕਹਿੰਦੇ ਡਾਕਟਰ ਜ਼ਾਕਿਰ ਹੁਸੈਨ, ਜਿਨ੍ਹਾਂ ਦੀ ਮੌਤ ਰਾਜੇ ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਹੋਈ ਸੀ। ਪੁੱਛਿਆ ਗਿਆ ਕਿ ਕਿਹੜਾ ਉਹ ਸੀ ਜਿਨ੍ਹਾਂ ਦੀ ਮੌਤ ਉਹਨਾਂ ਦੇ ਆਫਿਸ ਦੇ ਵਿੱਚ ਡੈਥ ਹੋ ਗਈ ਸੀ। ਠੀਕ ਹੈ ਜੀ, ਆਫਿਸ ਦੇ ਵਿੱਚ ਡੈਥ ਹੋ ਗਈ ਸੀ। ਕਿਹਨਾਂ ਦੀ ਹੋਈ ਸੀ ਡੈਥ? ਉਹ ਜ਼ਾਕਿਰ ਹੁਸੈਨ ਜੀ ਦੀ ਹੋਈ ਸੀ, ਜਿਹੜੇ ਆਪਣੇ ਪਹਿਲੇ ਮੁਸਲਿਮ ਰਾਸ਼ਟਰਪਤੀ ਸੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਰਜਿੰਦਰ ਪ੍ਰਸਾਦ ਬਾਰੇ। ਡਾਕਟਰ ਰਜਿੰਦਰ ਪ੍ਰਸਾਦ ਸੀ ਜਿਹੜੇ ਆਪਣੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀ। ਹੁਣ ਗੱਲ ਕਰਦੇ ਹਾਂ ਗਿਆਨੀ ਜੈਲ ਸਿੰਘ ਬਾਰੇ। ਗਿਆਨੀ ਜੈਲ ਸਿੰਘ ਆਪਣੇ ਪਹਿਲੇ ਸਿੱਖ ਰਾਸ਼ਟਰਪਤੀ ਸਨ। ਠੀਕ ਹੈ ਜੀ, ਪ੍ਰਸ਼ਨ ਕਲੀਅਰ ਹੋਈ ਜਾਂਦੇ ਸਾਰੀਆਂ ਆਪਸ਼ਨ। ਦੇਖੋ ਜਿੰਨਾ ਚਿਰ ਤੁਹਾਡੇ ਰਾਜੇ ਪ੍ਰਸ਼ਨ ਨਹੀਂ ਸਮਝ ਆਊਗਾ ਉਹਨਾਂ 'ਚ ਤੁਸੀਂ ਆਨਸਰ ਵੀ ਨਹੀਂ ਸਹੀ ਦੇ ਸਕਦੇ। ਦੇਖੋ ਕਹਿੰਦੇ ਦਾ ਮੈਥਡ ਆਫ ਦਾ ਅਮੈਂਡਿੰਗ ਦਾ ਕੌਨਸਟੀਟਿਊਸ਼ਨ ਬਾਏ ਪਾਪੂਲਰ ਵੀਟੋ ਇਜ਼ ਫਾਊਂਡ। ਹੁਣ ਦੇਖੋ ਕਹਿੰਦੇ ਆਪਾਂ ਅਮੈਂਡਮੈਂਟ ਕਰਦੇ ਹਾਂ ਸੰਵਿਧਾਨ ਦੇ ਵਿੱਚ। ਸੰਵਿਧਾਨ ਦੇ ਵਿੱਚ ਆਪਾਂ ਕੀ ਕਰਦੇ ਹਾਂ? ਅਮੈਂਡਮੈਂਟ ਦਾ ਮਤਲਬ ਹੁੰਦਾ ਰਾਜੇ ਸੰਸ਼ੋਧਨ ਕਰਦੇ ਹਾਂ, ਸੋਧ ਕਰਦੇ ਹਾਂ। ਠੀਕ ਹੈ ਜੀ, ਤਾਂ ਸੋਧ ਆਪਾਂ ਕਿਹੜੇ ਆਰਟੀਕਲ ਦੇ ਤਹਿਤ ਕਰਦੇ? ਆਰਟੀਕਲ 368 ਦੇ ਤਹਿਤ ਕਰਦੇ ਆ। ਇਹ ਕਹਿੰਦੇ ਪਾਪੂਲਰ ਵੀਟੋ ਦੁਆਰਾ ਸੰਵਿਧਾਨ ਨੂੰ ਸੋਧਣ ਦਾ ਤਰੀਕਾ ਇੱਕ। ਇਹ ਤਰੀਕਾ ਕਿਤੋਂ ਲੈਤਾ ਆਪਾਂ ਤੋਂ? ਇਹੀ ਪੁੱਛ ਰਹੇ ਨੇ ਇਹਨਾਂ ਵਿੱਚੋਂ ਕਿਤੋਂ ਲੈਤਾ ਇਹ ਤਰੀਕਾ ਆਪਾਂ? ਤਾਂ ਵਨ ਲਾਈਨਰ ਦੇ ਵਿੱਚ ਯਾਦ ਕਰ ਲਓ ਰਾਜੇ, ਇਹ ਤਰੀਕਾ ਲੈਤਾ ਆਪਾਂ ਸਵਿਟਜ਼ਰਲੈਂਡ ਤੋਂ। ਅਤੇ ਸਵਿਟਜ਼ਰਲੈਂਡ ਦੇ ਵਿੱਚ ਕੀ ਹੈ ਰਾਜੇ? ਪਹਿਲਾਂ ਵੀ ਡਿਸਕਸ ਕਰਕੇ ਗਏ ਆ, ਡਾਇਰੈਕਟ ਡੈਮੋਕ੍ਰੇਸੀ। ਤੁਹਾਨੂੰ ਕਿਤੇ ਵੀ ਸ਼ਬਦ ਮਿਲ ਗਿਆ ਉੱਥੇ ਅੱਖਾਂ ਮੀਚ ਕੇ ਮੇਰਾ ਨਾਂ ਲੈ ਕੇ ਸਵਿਟਜ਼ਰਲੈਂਡ ਆਨਸਰ ਲਾ ਕੇ ਆਉਣਾ। ਅਤੇ ਰੂਸ ਦੀ ਗੱਲ ਕਰ ਲਈਏ ਰਾਜੇ, ਜਿੰਨੀਆਂ ਵੀ ਆਪਣੀਆਂ ਸਟੇਟ, ਜਿੰਨੇ ਵੀ ਆਪਣੇ ਦੇਸ਼ ਹੈਗੇ ਆ, ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਰੂਸ ਹੈਗਾ। ਠੀਕ ਹੈ ਜੀ, ਸਭ ਤੋਂ ਵੱਡਾ ਦੇਸ਼ ਕੀ ਹੈ? ਰੂਸ। ਅਤੇ ਭਾਰਤ ਦਾ ਸਥਾਨ ਕਿੰਮਾਗਾ? 7ਵਾਂ ਕਿ 5ਵਾਂ? ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਵੱਡੇ ਤੌਰ 'ਤੇ। ਬ੍ਰਿਟੇਨ ਨੂੰ ਆਪਾਂ ਯੂਕੇ ਕਹਿ ਦਿੰਦੇ ਹਾਂ। ਠੀਕ ਹੈ ਜੀ, ਚਲੋ ਆ ਗਿਆ ਪ੍ਰਸ਼ਨ ਹੋਰ। ਕਹਿੰਦੇ ਸੋਵਰੀਅਨ ਪਾਰਲੀਮੈਂਟ ਇਜ਼ ਏ ਕੰਟਰੀਬਿਊਸ਼ਨ। ਦੇਖੋ ਕਿਤੇ ਵੀ ਤੁਹਾਨੂੰ ਕਿਹਾ ਸੀ ਆਹ ਸ਼ਬਦ ਮਿਲ ਗਿਆ ਤੁਹਾਨੂੰ, ਇਹਦਾ ਮਤਲਬ ਕੀ ਹੈਗਾ? ਅਸੀਂ ਆਪਣੇ ਰੂਲ ਆਪ ਬਣਾ ਸਕਦੇ ਹਾਂ, ਆਪਾਂ ਕਿਸੇ ਦੇ ਅਧੀਨ ਨਹੀਂ ਹੈਗੇ। ਰੂਲ ਅਸੀਂ ਆਪਣੇ ਰੂਲ ਆਪ ਬਣਾਉਂਦੇ ਹਾਂ। ਪਾਰਲੀਮੈਂਟ ਦਾ ਮਤਲਬ ਜਿਹੜੇ ਰੂਲ ਵੀ ਬਣਾਏ ਜਾਂਦੇ ਰਾਜੇ, ਕੌਣ ਬਣਾਉਂਦਾ ਗਾ? ਜਿਹੜੇ ਰੂਲ ਵੀ ਬਣਾਉਣਗੇ, ਚਾਹੇ ਤਾਂ ਆਪਾਂ ਕੋਈ ਸੋਧ ਕਰੀ ਹੈ ਕਿਸੇ ਚੀਜ਼ ਦੇ ਵਿੱਚ, ਚਾਹੇ ਕੋਈ ਆਪਾਂ ਨਵਾਂ ਕਾਨੂੰਨ ਲੈ ਕੇ ਆਏ ਆ, ਉਹ ਸਾਰਿਆਂ ਦੀ ਅਥਾਰਟੀ ਕਿਹਦੇ ਕੋਲ ਆ? ਸੰਸਦ ਕੋਲ ਆ, ਪਾਰਲੀਮੈਂਟ ਦੇ ਕੋਲ ਆ। ਠੀਕ ਹੈ ਜੀ, ਪਾਰਲੀਮੈਂਟ ਕੋਈ ਵੀ ਰੂਲ ਬਣਾ ਸਕਦੀ ਹੈ। ਤਾਂ ਕਰਕੇ ਸੋਵਰੀਅਨ ਦਾ ਮਤਲਬ ਹੈਗਾ ਕਿ ਰਾਜੇ ਜਿੱਥੋਂ ਆਪਾਂ ਰੂਲ ਬਣਾ ਸਕਦੇ ਹਾਂ। ਰੂਲ ਆਪਾਂ ਕਿਹਦੇ ਦੁਆਰਾ ਬਣਾ ਸਕਦੇ ਹਾਂ? ਪਾਰਲੀਮੈਂਟ ਦੁਆਰਾ ਬਣਾਈ ਜਾਂਦੇ ਹਾਂ। ਤਾਂ ਸੋਵਰੀਅਨ ਪਾਰਲੀਮੈਂਟ, ਠੀਕ ਹੈ ਜੀ, ਇਹ ਚੀਜ਼ ਆਪਾਂ ਨੂੰ ਕਿਸ ਦੇਸ਼ ਤੋਂ ਪ੍ਰਾਪਤ ਹੋਈ ਹੈ? ਇਹ ਚੀਜ਼ ਗੱਲ ਆਪਾਂ ਨੂੰ ਕਿਸੇ ਦੇਸ਼ ਤੋਂ ਪ੍ਰਾਪਤ ਹੋਈ ਹੈ ਕਿ ਭਾਈ ਅਸੀਂ ਆਪਦੇ ਰੂਲ ਤਾਂ ਆਪ ਬਣਾਇਆ ਕਰਾਂਗੇ। ਇਹ ਗੱਲ ਪ੍ਰਾਪਤ ਹੋਈ ਆਪਾਂ ਨੂੰ ਇੰਗਲੈਂਡ ਤੋਂ। ਠੀਕ ਹੈ ਜੀ, ਸੋਵਰੀਅਨ ਪਾਰਲੀਮੈਂਟ ਦੀ ਕਿਤੇ ਵੀ ਗੱਲ ਆ ਗਈ, ਠੀਕ ਹੈ ਜੀ, ਇਹ ਕਿਸ ਦੇਸ਼ ਤੋਂ ਲੈਤੀ ਹੈ ਕੰਟਰੀਬਿਊਸ਼ਨ? ਇਹ ਲੈਤੀ ਆਪਾਂ ਇੰਗਲੈਂਡ ਤੋਂ। ਹੁਣ ਆ ਗਿਆ ਅਗਲੇ ਦੀ ਗੱਲ, ਆ ਵੀ ਮਹੱਤਵਪੂਰਨ ਪ੍ਰਸ਼ਨ ਹੈ ਰਾਜੇ। ਪੁੱਛ ਕੀ ਰਹੇ ਹੈ? ਕਹਿੰਦੇ ਡੀਫੇਅਰਮੈਂਟ ਆਫ ਦਾ ਅਡਲਟ ਫਰੈਂਚਾਈਜ਼ ਫਰੋਮ ਦਾ 15 ਈਅਰ ਵਾਜ ਐਡਵੋਕੇਟ ਇਨ ਦਾ ਕੌਨਸਟੀਟਿਊਸ਼ਨ ਅਸੈਂਬਲੀ। ਦੇਖੋ ਰਾਜੇ ਕਿਤੇ ਵੀ ਤੁਹਾਨੂੰ ਮਿਲ ਗਿਆ ਨੇ, ਬਾਲਕ ਫਰੈਂਚਾਈਜ਼ੀ ਨੂੰ 15 ਸਾਲਾਂ ਲਈ ਮੁਲਤਵੀ ਕਰਨ ਦੀ ਵਕਾਲਤ ਸੰਵਿਧਾਨ ਸਭਾ ਵਿੱਚ ਕਿਸ ਨੇ ਕੀਤੀ ਸੀ? ਬਸ ਤੁਸੀਂ ਡਾਇਰੈਕਟ ਹੀ ਯਾਦ ਕਰ ਲਿਓ। ਅਡਲਟ ਫਰੈਂਚਾਈਜ਼ੀ ਦੀ ਗੱਲ ਤੁਹਾਨੂੰ ਅੱਗੇ ਜਾ ਕੇ ਦੱਸਦਾ ਮੈਂ। ਠੀਕ ਹੈ ਜੀ, ਇਹ ਗੱਲ ਕੀਤੀ ਸੀ ਮੌਲਾਨਾ ਅਬੁਲ ਆਜ਼ਾਦ ਨੇ। ਅਬੁਲ ਆਜ਼ਾਦ ਵੀ ਮਿਲ ਸਕਦਾ ਤੁਹਾਨੂੰ। ਇਹ ਅਬਦੁਲ ਕਲਾਮ, ਆਏ ਨਾ ਕਹਿੰਦੇ ਕਿ ਨਾਮ ਮੈਂ ਗਲਤ ਕਹੀ ਜਾਂਦਾ, ਅਬਦੁਲ ਕਹੀ ਜਾਂਦਾ। ਅਬਦੁਲ ਨਹੀਂ ਰਾਜੇ, ਅਬੁਲ ਕਲਾਮ ਆਜ਼ਾਦ ਸੀ। ਅਬੁਲ ਆਜ਼ਾਦ। ਠੀਕ ਹੈ ਜੀ, ਮੌਲਾਨਾ ਅਬੁਲ ਆਜ਼ਾਦ, ਇਹ ਆਪਣੇ ਐਜੂਕੇਸ਼ਨ ਮਿਨਿਸਟਰ ਸੀ ਰਾਜੇ। ਠੀਕ ਹੈ ਜੀ, ਅਤੇ ਡਾਕਟਰ ਰਜਿੰਦਰ ਪ੍ਰਸਾਦ ਬਾਰੇ ਡਿਸਕਸ ਕਰ ਚੁੱਕੇ ਆ। ਡਾਕਟਰ ਰਜਿੰਦਰ ਪ੍ਰਸਾਦ ਜੀ ਕੌਣ ਸੀ ਰਾਜੇ? ਡਾਕਟਰ ਰਜਿੰਦਰ ਪ੍ਰਸਾਦ ਆਪਣੇ ਪਹਿਲੇ ਰਾਸ਼ਟਰਪਤੀ ਸੀ। ਜਵਾਹਰ ਨਹਿਰੂ ਆਪਣੇ ਪਹਿਲੇ PM ਸੀ। ਭੀਮ ਰਾਓ ਅੰਬੇਦਕਰ ਡਰਾਫਟ ਕਮੇਟੀ ਦੇ ਚੇਅਰਮੈਨ ਸੀ। ਠੀਕ ਹੈ, ਸਾਰੀਆਂ ਆਪਸ਼ਨ ਡਿਸਕਸ ਹੋ ਗਈਆਂ। ਇਹਨਾਂ ਨੇ ਗੱਲ ਕੀਤੀ ਸੀ। ਹੁਣ ਰਾਜੇ ਆਪਾਂ ਅਡਲਟ ਫਰੈਂਚਾਈਜ਼ੀ ਦੀ ਗੱਲ ਕਰ ਲਈਏ ਕਿ ਚੀਜ਼ ਕੀ ਹੁੰਦੀ ਹੈ ਇਹ। ਆ ਜਾਓ, ਕਹਿੰਦੇ ਅਡਲਟ ਫਰੈਂਚਾਈਜ਼ੀ ਬਾਰੇ ਚਰਚਾ ਕੀਤੀ ਗਈ ਹੈ 326 ਆਰਟੀਕਲ ਦੇ ਵਿੱਚ। ਠੀਕ ਹੈ ਜੀ, 326 ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਹੈ। ਸਾਡੇ ਸੰਵਿਧਾਨ ਵਿੱਚ 61ਵੇਂ ਸੰਸ਼ੋਧਨ ਦੁਆਰਾ 21 ਤੋਂ 18 ਸਾਲ ਉਮਰ ਕਰ ਦਿੱਤੀ। ਪਹਿਲਾਂ ਆਪਣੇ ਉਮਰ ਵੋਟ ਪਾਉਣ ਦੀ ਹੱਦ ਨਾ ਰਾਜੇ 21 ਸਾਲ ਸੀ। ਮੁੜ ਕੇ ਆਪਣੇ ਕਿੰਨਵਾਂ ਸੰਸ਼ੋਧਨ ਹੋਇਆ? 61ਵਾਂ ਸੰਸ਼ੋਧਨ ਹੋਇਆ, ਜਿਹਦੇ ਤਹਿਤ ਆਪਣੇ ਹੁਣ 21 ਤੋਂ 18 ਸਾਲ, 21 ਤੋਂ ਘਟਾ ਕੇ ਉਮਰ 18 ਸਾਲ ਕਰਤੀ ਗਈ। 18 ਸਾਲ ਵਾਲਾ ਬੰਦਾ ਵੀ ਵੋਟ ਪਾ ਸਕਦਾ ਗਾ। ਇਹ ਕੰਮ ਪਹਿਲੀ ਗੱਲ ਕਿਹਨੇ ਕੀਤੀ ਸੀ? ਅਡਲਟ ਫਰੈਂਚਾਈਜ਼ੀ ਨੂੰ ਲੈ ਕੇ ਐਜੂਕੇਸ਼ਨ ਮਿਨਿਸਟਰ ਮੌਲਾਨਾ ਆਜ਼ਾਦ ਦੁਆਰਾ ਗੱਲ ਕੀਤੀ ਗਈ ਸੀ। ਹੁਣ ਪ੍ਰਸ਼ਨ ਇੱਥੋਂ ਹੀ ਬਣਨਾ ਰਾਜੇ ਕਿ ਜਿਹੜੀ 21 ਤੋਂ 18 ਸਾਲ ਉਮਰ ਕੀਤੀ ਹੈ, ਇਹ ਕਿਹੜੇ ਆਰਟੀਕਲ ਦੇ, ਕਿਹੜੀ ਸੰਸ਼ੋਧਨ ਦੇ ਤਹਿਤ ਕੀਤੀ ਗਈ ਹੈ ਅਤੇ ਕਿਹਦੇ ਦੁਆਰਾ ਇਹ ਮੁੱਦਾ ਚੱਕਿਆ ਗਿਆ ਸੀ? ਮੌਲਾਨਾ ਆਜ਼ਾਦ ਦੇ ਦੁਆਰਾ। ਕਿਹੜੇ ਆਰਟੀਕਲ ਦੇ ਵਿੱਚ ਇਹ ਚਰਚਾ ਕੀਤੀ, ਕਿਹੜੇ ਆਰਟੀਕਲ ਦੇ ਤਹਿਤ ਇਹ ਚਰਚਾ ਕੀਤੀ ਗਈ ਸੀ? 326 ਦੇ ਵਿੱਚ ਵੋਟਰ ਪਾਉਣ ਦਾ ਅਧਿਕਾਰ ਆ ਜਿਹੜਾ ਆਪਾਂ ਨੂੰ ਆਉਂਦਾ ਗਾ। ਠੀਕ ਹੈ ਜੀ, ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ। ਕਹਿੰਦੇ ਜਿਹੜਾ ਆਹ ਸੀ ਭਾਰਤ ਦਾ ਇੰਡੀਅਨ ਇੰਡੀਪੈਂਡੈਂਸ ਬਿੱਲ ਰਿਸੀਵਰ ਦਾ ਰਾਇਲ ਐਸੈਂਟ ਆਨ। ਕਹਿੰਦੇ ਭਾਰਤੀ ਆਜ਼ਾਦ ਬਿੱਲ ਨੂੰ ਸ਼ਾਹੀ ਮਨਜ਼ੂਰੀ ਕਦੋਂ ਮਿਲੀ ਸੀ? ਦੇਖੋ ਆਪਾਂ ਬਿੱਲ ਪਾਸ, ਦੇਖੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਆਪਣਾ ਸ਼ਿਮਲਾ ਐਗਰੀਮੈਂਟ ਹੋਇਆ, ਫਿਰ ਕ੍ਰਿਪਸ ਮਿਸ਼ਨ ਆਇਆ, ਫਿਰ ਬਾਈਬਲ ਪਲਾਨ ਆਇਆ, ਕਿੰਨੇ ਆਪਣੇ ਕਿੰਨਾ ਕੁਛ ਆਇਆ ਹੈ ਨਾ। ਇਹ ਤੋਂ ਬਾਅਦ ਜਾ ਕੇ ਕਿਤੇ ਆਪਾਂ ਨੂੰ ਮਨਜ਼ੂਰੀ ਮਿਲ ਗਈ ਕਿ ਭਾਈ ਆਪਾਂ ਹੁਣ ਆਜ਼ਾਦੀ ਲੈ ਸਕਦੇ ਹਾਂ।
ਕਹਿੰਦੇ ਜਦੋਂ ਆਪਣਾ ਸਾਰਾ ਬਿੱਲ ਚੰਗੀ ਤਰ੍ਹਾਂ ਪਾਸ ਹੋ ਗਿਆ ਸੀ, ਭਾਈ ਲੋ ਹੁਣ ਤੁਸੀਂ ਆਜ਼ਾਦੀ ਲੈਣ ਦੇ ਯੋਗ ਬਣ ਗਏ, ਹੁਣ ਤੁਸੀਂ ਆਜ਼ਾਦੀ ਲੈ ਸਕਦੇ ਹੋ, ਤਾਂ ਇਹ ਬਿੱਲ ਕਿਹਦੋਂ ਮਨਜ਼ੂਰੀ ਮਿਲ ਗਈ ਸੀ ਭਾਈ, ਲੈ ਹੁਣ ਪੱਕਾ ਬਿੱਲ ਪਾਸ ਹੋ ਗਿਆ। ਇਹ ਮਨਜ਼ੂਰੀ ਮਿਲੀ ਸੀ ਰਾਜੇ ਆਪਾਂ ਨੂੰ 18 ਜੁਲਾਈ 1947 ਨੂੰ। ਠੀਕ ਹੈ ਜੀ, ਦੇਖੋ ਹੁਣ ਡਿਸਕਸ ਕਰਦੇ ਨੀਚੇ ਜਾ ਕੇ, ਦੇਖੋ ਹੁਣ ਧਿਆਨ ਨਾਲ ਸੁਣ ਲਿਓ ਸਾਰੀ ਚੀਜ਼। ਭਾਰਤ ਦੇਸ਼ ਮਾਊਂਟ ਬੈਟਨ ਪਲਾਨ ਦੇ ਤਹਿਤ ਆਜ਼ਾਦ ਹੋਇਆ। ਜੇ ਤੂੰ ਪੁੱਛ ਲੈਣਾ ਕਿ ਭਾਰਤ ਜਿਹੜਾ ਆਜ਼ਾਦ ਹੋਇਆ ਕਿਹੜੇ ਪਲਾਨ ਦੇ ਤਹਿਤ ਆਜ਼ਾਦ ਹੋਇਆ, ਮਾਊਂਟ ਬੈਟਨ ਪਲਾਨ। ਇਹ ਪਲਾਨ ਕਦੋਂ ਆਇਆ ਸੀ ਮਾਊਂਟ ਬੈਟਨ ਪਲਾਨ? ਇਹ ਆਇਆ ਸੀ 3 ਜੂਨ 1947 ਦੇ ਵਿੱਚ ਆਇਆ ਸੀ। ਠੀਕ ਹੈ ਜੀ, ਅਤੇ ਇਸੇ ਪਲਾਨ ਨੂੰ ਹੀ 3 ਜੂਨ ਪਲਾਨ ਕਹਿ ਦਿੰਦੇ ਆ। ਹੁਣ ਕੀ ਹੋਇਆ ਸੀ ਰਾਜੇ, ਇੱਕ ਪੇਪਰ ਹੋਇਆ, ਉਹਦੇ ਵਿੱਚ ਕਹਿੰਦੇ ਭਾਰਤ ਕਿਹੜੇ ਪਲਾਨ ਦੇ ਤਹਿਤ ਆਜ਼ਾਦ ਹੋਇਆ ਹੈਗਾ। ਦੇਖੋ ਉੱਥੇ ਹੋਰ ਆਪਸ਼ਨਾਂ ਦੇ ਕੇ ਨਾ ਉਹਨਾਂ ਨੇ ਮਾਊਂਟ ਬੈਟਨ ਪਲਾਨ ਨਹੀਂ ਦਿੱਤਾ, ਉਹਨਾਂ ਨੇ ਕੀ ਲਿਖਤਾ 3 ਜੂਨ ਪਲਾਨ। ਹੁਣ ਬਹੁਤ ਬੱਚੇ ਤਾਂ ਜਿਹੜੇ ਨੂੰ ਪਤਾ ਸੀ, ਪੜ੍ਹਿਆ ਹੋਇਆ ਸੀ ਆਪਣੇ ਵਰਗਾ ਕੰਮ, ਉਹ ਤਾਂ ਲਾਏ 3 ਜੂਨ 'ਤੇ, ਬਾਕੀ ਆਪਸ਼ਨ ਲਾਏ ਹੋਏ ਨਨ ਆਫ ਦੀਜ਼ ਦੇ ਵਿੱਚ, ਉਹਦੇ ਖਾਸ ਤਾਂ ਮਾਊਂਟ ਬੈਟਨ ਪਲਾਨ ਪੜ੍ਹਿਆ ਹੋਇਆ। ਪਰ ਮਾਊਂਟ ਬੈਟਨ ਪਲਾਨ ਦਾ ਹੀ ਦੂਜਾ ਨਾਮ 3 ਜੂਨ ਪਲਾਨ ਹੈਗਾ। ਠੀਕ ਹੈ ਜੀ, ਇਹ ਮਾਊਂਟ ਬੈਟਨ ਕਿਉਂ ਕਿਹਾ ਜਾਂਦਾ, ਕਿਉਂਕਿ ਉਹ ਬੰਦੇ ਦਾ ਮਾਊਂਟ ਬੈਟਨ ਉਸ ਸਮੇਂ ਹੁੰਦਾ ਸੀ, ਆਹ ਵਾਇਸਰਾਏ ਜਿਹੜਾ ਹੁੰਦਾ ਸੀ ਉਹ ਹੁੰਦਾ ਸੀ, ਤਾਂ ਕਰਕੇ ਉਹਨੇ ਇਹ ਲੈ ਕੇ ਆਇਆ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਇਹ ਬਿੱਲ 5 ਜੁਲਾਈ 1947 ਨੂੰ ਪਾਸ ਹੋਇਆ, ਪਾਸ ਕਰਤਾ ਇਹ 5 ਜੁਲਾਈ 1947 ਨੂੰ। ਪਰ ਜਦੋਂ ਉਹਨੂੰ ਪੂਰੀ ਮਨਜ਼ੂਰੀ ਮਿਲ ਗਈ ਕਿ ਬਿੱਲ ਪਾਸ ਹੋ ਗਿਆ, ਤਾਂ ਇਹ ਬਿੱਲ ਪਾਸ ਹੋਇਆ ਸੀ 18 ਜੁਲਾਈ 1947 ਨੂੰ ਕਿ ਭਾਈ ਹੁਣ ਸਾਡਾ ਬਿੱਲ ਬਣ ਗਿਆ ਕਿ ਹੁਣ ਤੁਹਾਨੂੰ ਇੰਨੀ ਤਰੀਕ ਤੁਹਾਨੂੰ ਉਹ ਮਿਲ ਜੂਗੀ, ਆਜ਼ਾਦੀ ਮਿਲ ਜੂਗੀ। ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 2 ਦੇਸ਼ ਬਣ ਗਏ ਕਹਿੰਦੇ। ਠੀਕ ਹੈ ਜੀ, ਇਹਨਾਂ ਦੀ ਜਿਹੜੀ ਹੱਦ ਹੈਗੀ ਰਾਜੇ ਉਹ ਰੈੱਡ ਕਲਿਫ ਦੁਆਰਾ ਰੱਖੀ ਜਾਊਗੀ, ਰੈੱਡ ਕਲਿਫ ਦੁਆਰਾ ਰੱਖੀ ਜਾਊਗੀ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਕਹਿੰਦੇ ਕੋਈ ਵੀ ਪ੍ਰਿੰਸਲੀ ਸਟੇਟ ਕਿਸੇ ਨੂੰ ਵੀ ਜੁਆਇਨ ਕਰ ਸਕਦੇ। ਪ੍ਰਿੰਸਲੀ ਸਟੇਟ ਕੌਣ ਸੀ ਰਾਜੇ ਉਸ ਸਮੇਂ ਦੇ ਵਿੱਚ? ਜਿਵੇਂ ਤੁਸੀਂ ਦੇਖਿਆ ਹੋਊਗਾ ਪੈਪਸੂ ਹੁੰਦੀ ਸੀ ਆਪਣੇ, ਜਿਵੇਂ ਪੈਪਸੂ ਹੋ ਗਈ, ਤਾਂ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਹੋਣਗੀਆਂ ਰਾਜੇ ਆਪਣੇ, ਉਹ ਹੁੰਦੀਆਂ ਸੀ ਪ੍ਰਿੰਸਲੀ ਸਟੇਟ। ਠੀਕ ਹੈ ਜੀ, ਜਿੱਥੇ ਆਪਦਾ ਆਪਣੇ ਜਿਵੇਂ ਹੁਣ ਯਾਦਵਿੰਦਰ ਵਰਗੇ ਸੀ ਆਪਦੇ ਅਲੱਗ ਬਣਾਉਂਦੇ ਸੀ ਆਪਾਂ ਮੁੱਖ ਮੰਤਰੀ ਪੈਪਸੂ ਦੇ ਵਿੱਚ। ਕਹਿੰਦੇ ਪੈਪਸੂ ਨੂੰ ਇੱਕ ਜਿਹੜੀਆਂ ਇਹ ਪ੍ਰਿੰਸਲੀ ਸਟੇਟਾਂ ਸੀ ਇਹਨਾਂ ਨੂੰ ਇੱਕ ਉਹਨਾਂ ਨੇ ਕੀ ਕਹਿਤਾ, ਕਹਿੰਦੇ ਭਾਈ ਤੁਸੀਂ ਕਿਸੇ ਨੂੰ ਮਰਜ਼ੀ ਜੁਆਇਨ ਕਰ ਸਕਦੇ ਹੋ, ਉਹਨੂੰ ਖੁੱਲ੍ਹੀ ਛੁੱਟੀ ਦੇਤੀ। ਕਹਿੰਦੇ ਜਾਂ ਤਾਂ ਤੁਸੀਂ ਪਾਕਿਸਤਾਨ 'ਚ ਜਾ ਸਕਦੇ ਹੋ, ਠੀਕ ਹੈ ਜੀ, ਜਾਂ ਤੁਸੀਂ ਕਿੱਥੇ ਜਾ ਸਕਦੇ ਹੋ, ਆਪਣੇ ਭਾਰਤ ਦੇ ਵਿੱਚ ਜਾ ਸਕਦੇ ਹੋ। ਹੁਣ ਪੈਪਸੂ ਵਾਲੇ ਆਪਣੇ ਵਾਲੇ ਸੀ, ਉਹ ਕਹਿੰਦੇ ਬਸ ਭਾਰਤ ਇੱਥੇ ਜਾਣਾ, ਭਾਰਤ ਦੇ ਵਿੱਚ ਜਾਣਾ, ਬਾਕੀ ਜਿਹੜੇ ਦੂਜੇ ਸੀ ਉਹਦੇ 'ਚ ਕੁਛ ਪਾਕਿਸਤਾਨ ਦੇ ਵਿੱਚ ਵੀ ਚਲੇ ਗਏ। ਠੀਕ ਹੈ ਜੀ, ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਸੀ। ਇਸ ਤੋਂ ਬਾਅਦ ਕੋਈ ਵੀ ਕਾਨੂੰਨ ਭਾਰਤ ਵਿੱਚ ਬਣੇਗਾ ਔਰ 1935 ਐਕਟ ਦੇ ਤਹਿਤ ਬਣੇਗਾ। ਬਸ ਇੰਨੀਆਂ ਚੀਜ਼ਾਂ ਕਲੀਅਰ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਹੈਗਾ, ਕਹਿੰਦੇ ਦਾ ਫੈਰਸ ਇਕੁਅਲਿਟੀ ਬਿਫੋਰ ਲਾ, ਇਕੁਅਲਿਟੀ ਬਿਫੋਰ ਲਾ ਯੂਜ਼ ਇਨ ਦਾ ਆਰਟੀਕਲ 14 ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਬੀਨ ਬੋਰਡ। ਠੀਕ ਹੈ ਜੀ, ਕਹਿੰਦੇ ਭਾਰਤੀ ਸੰਵਿਧਾਨ ਦੇ ਅਨੁਛੇਦ 14 ਵਿੱਚ ਵਰਤੇ ਗਏ ਵਾਕੰਸ਼ ਕਾਨੂੰਨ ਤੋਂ ਪਹਿਲਾਂ ਸਮਾਨਤਾ ਇਸ ਤੋਂ ਉਧਾਰ ਲਿਆ ਗਿਆ। ਕਿਸ ਤੋਂ ਉਧਾਰ ਲਿਆ ਗਿਆ? ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਕੁਅਲਿਟੀ ਬਿਫੋਰ ਲਾ। ਹੁਣ ਬਹੁਤ ਬੱਚੇ ਇੱਥੇ ਉਲਝਣਗੇ, ਬਹੁਤ ਬੱਚੇ ਇਹ ਚੀਜ਼ ਦੇ ਵਿੱਚ ਉਲਝਣਗੇ, ਬਸ ਇਹੀ ਚੀਜ਼ਾਂ ਆਪਾਂ ਨੂੰ ਪੇਪਰਾਂ ਨੇ ਉਲਝਾਉਣਾ ਹੁੰਦਾ। ਬਹੁਤ ਬੱਚੇ ਇੱਥੇ ਆਨਸਰ ਲਾ ਕੇ ਆਉਣਗੇ USA। ਕਿਉਂ ਲਾ ਕੇ ਆਉਣਗੇ USA? ਮੈਨੂੰ ਸਾਰਾ ਪਤਾ। ਤੁਸੀਂ ਆਨਸਰ ਲਾ ਕੇ ਆਓਗੇ ਕਿਉਂਕਿ ਜੀ ਅਸੀਂ ਫੰਡਾਮੈਂਟਲ ਰਾਈਟ ਆ ਜਿਹੜੇ ਉਹ USA ਤੋਂ ਲੈਤੇ ਆ। ਜੇ ਅਸੀਂ USA ਤੋਂ ਲੈਤੇ ਆ ਫੰਡਾਮੈਂਟਲ ਰਾਈਟ, ਅਤੇ ਫੰਡਾਮੈਂਟਲ ਰਾਈਟ ਹੈਗੇ ਆਪਣੇ 14 ਤੋਂ ਲੈ ਕੇ 35 ਤੱਕ। ਠੀਕ ਹੈ ਜੀ, 12 ਤੋਂ ਲੈ ਕੇ 35 ਤੱਕ, ਸੌਰੀ 12 ਤੋਂ ਲੈ ਕੇ 35 ਤੱਕ ਹੈ। ਠੀਕ ਹੈ ਜੀ, ਅਤੇ ਉਹਦੇ ਵਿੱਚ ਗੱਲ ਕੀਤੀ ਗਈ ਆਰਟੀਕਲ 14 ਵਿੱਚ ਇਕੁਅਲਿਟੀ ਬਿਫੋਰ ਲਾ। ਇਕੁਅਲਿਟੀ ਬਿਫੋਰ ਲਾ ਦਾ ਮਤਲਬ ਕੀ ਹੈ ਰਾਜੇ? ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਊਗਾ, ਚਾਹੇ ਤਾਂ ਜੇਕਰ ਕੋਈ ਮੰਤਰੀ ਟ੍ਰੈਫਿਕ ਰੂਲ ਜਾਂ ਕੋਈ ਵੀ ਰੂਲ ਆ ਜਿਹੜੀ ਉਹਦੀ ਉਲੰਘਣਾ ਕਰਦਾ ਉਹਨੂੰ ਵੀ ਉਨੀ ਸਜ਼ਾ ਮਿਲੂਗੀ ਕਿ ਆਮ ਬੰਦੇ ਨੂੰ ਵੀ ਉਨੀ ਸਜ਼ਾ ਮਿਲੂਗੀ। ਇਹ ਗੱਲ ਕਹੀ ਗਈ ਹੈ। ਕਹਿੰਦੇ ਆਰਟੀਕਲ, ਜੇ ਤਾਂ ਉਹ ਪੁੱਛ ਲੈਂਦੇ ਆਰਟੀਕਲ 14 ਆਪਾਂ ਕਿੱਥੋਂ ਲੈਤਾ, ਫਿਰ ਤਾਂ ਆਪਾਂ USA ਲਾ ਕੇ ਆਉਣਾ ਸੀ। ਜਿਹਨਾਂ ਨੇ ਮੂਹਰੇ ਆਪਣੇ ਆਹ ਚੀਜ਼ ਲਾਤੀ ਨਾ, ਦਾ ਫੈਰਸ ਇਕੁਅਲਿਟੀ ਫੋਰ ਲਾ ਯੂਜ਼ ਜਿਹੜਾ ਕੀਤਾ ਜਾਂਦਾ ਆਰਟੀਕਲ 14 ਦੇ ਵਿੱਚ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ, ਇਹ ਬੋਰੋ ਕਿੱਥੋਂ ਕੀਤਾ ਗਿਆ ਹੈਗਾ। ਠੀਕ ਹੈ ਜੀ, ਇਹ ਬੋਰੋ ਜੇ ਲਾਵਾਂਗੇ ਫਿਰ ਆਪਾਂ ਬ੍ਰਿਟੇਨ ਆਨਸਰ ਲਾਵਾਂਗੇ। ਜੇ ਮੂਹਰੇ ਫੈਰਸ ਲੱਗ ਗਿਆ, ਜੇ ਇਕੱਲਾ ਪੁੱਛ ਲਿਆ ਫਿਰ ਆਪਣਾ USA ਆਨਸਰ ਹੋਊਗਾ। ਆਹ ਸ਼ਬਦ ਨੇ ਹੀ ਇਕੱਲੇ ਨੇ ਸਾਰਾ ਪ੍ਰਸ਼ਨ ਦਾ ਆਨਸਰ ਬਦਲ ਲੈਣਾ। ਤਾਂ ਇਹ ਗੱਲ ਧਿਆਨ ਨਾਲ ਸੁਣ ਲਿਓ ਹੁਣ ਮੇਰੀ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ ਆਪਾਂ। ਹੁਣ ਧਿਆਨ ਨਾਲ ਸੁਣ ਲਿਓ ਅਗਲਾ ਪ੍ਰਸ਼ਨ ਵੀ ਕੀ ਕਹਿ ਰਹੇ ਨੇ। ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਇਨ ਨਾਵਲ ਐਟਰੀਬਿਊਟ ਆਫ ਦਾ ਪਾਰਲੀਮੈਂਟਰੀ ਸਿਸਟਮ ਆਫ ਦਾ ਗਵਰਨਮੈਂਟ। ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜੀ ਸਰਕਾਰ ਦਾ ਸੰਸਦੀ ਪ੍ਰਣਾਲੀ ਦਾ ਅਟੁੱਟ ਗੁਣ ਹੈ? ਸੰਸਦੀ ਪ੍ਰਣਾਲੀ ਮਤਲਬ ਜਿਹੜੀ ਆਪਣੀ ਪਾਰਲੀਮੈਂਟ ਆ ਰਾਜੇ, ਪਾਰਲੀਮੈਂਟ ਸਿਸਟਮ ਹੈ ਜਿਹੜਾ ਰਾਜੇ, ਉਹਦਾ ਕਹਿੰਦੇ ਆਪਣਾ ਸਭ ਤੋਂ ਮਹੱਤਵਪੂਰਨ ਗੁਣ ਕਿਹੜਾ ਇਹਨਾਂ ਦੇ ਵਿੱਚੋਂ? ਠੀਕ ਹੈ ਜੀ, ਜੇ ਮੈਂ ਇਹ ਪ੍ਰਸ਼ਨ ਦੁਬਾਰੇ ਰਿਪੀਟ ਹੋਇਆ ਵਾ ਇਹਦੇ ਬਾਰੇ ਤੁਹਾਨੂੰ ਦੱਸ ਕੇ ਗਿਆਗਾ। ਦੇਖੋ ਆਪਣਾ ਆਪਸ਼ਨ ਆ, ਦੇਖੋ ਸੰਵਿਧਾਨ ਦੀ ਲਚਕਤਾ, ਇਹ ਕਿਹੜਾ ਗੁਣ ਆਪਣੇ? ਜੁਡੀਸ਼ਰੀ ਕਹਿੰਦੇ ਸਭ ਤੋਂ ਉੱਚੀ ਜੁਡੀਸ਼ਰੀ ਆਪਣੇ ਨਹੀਂ, ਜੁਡੀਸ਼ਰੀ ਦੇ ਉੱਤੇ ਤਾਂ ਰਾਜੇ ਆਪਣੇ ਐਕਸੀਕਿਊਟਿਵ ਹੈ, ਲੈਜਿਸਲੇਚਰ ਵੀ ਹੈਗੇ ਆ, ਐਕਸੀਕਿਊਟਿਵ ਵੀ ਹੈਗੇ ਆ, ਪਾਰਲੀਮੈਂਟ ਸੋਵਰਨ ਕਿ ਆਪਣੀ ਜਿਹੜੀ ਸੰਸਦ ਹੈਗੀ ਉਹ ਆਪਦੇ ਕਾਨੂੰਨ ਆਪ ਰੂਲ ਬਣਾ ਸਕਦੀ ਹੈ। ਕਹਿੰਦੇ ਸਭ ਤੋਂ ਵੱਡਾ ਗੁਣ ਹੈ। ਨਹੀਂ ਰਾਜੇ, ਆਪਣੇ ਜਿਹੜੇ ਦੋਨੋਂ, ਜੇ ਸੰਸਦੀ ਗੁਣ ਤਾਂ ਹੀ ਬਣੂਗਾ ਜੇ ਐਗਜ਼ੀਕਿਊਟਿਵ ਅਤੇ ਲੈਜਿਸਲੇਚਰ ਮਿਲ ਕੇ ਕੰਮ ਕਰਨਗੇ। ਠੀਕ ਹੈ ਜੀ, ਤਾਂ ਜਿੱਥੇ ਵੀ ਕਿਤੇ ਤੁਹਾਨੂੰ ਇਹ ਸਿਸਟਮ ਆ ਗਿਆ ਕਿ ਸੰਸਦ ਦੀ ਜਿਹੜੀ ਆਪਣੀ ਪਾਰਲੀਮੈਂਟ ਸਿਸਟਮ ਹੈਗੀ, ਗਵਰਨਮੈਂਟ ਹੈ,
ਉਹਦਾ ਗੁਣ ਕੀ ਹੈ ਤੁਸੀਂ ਲਾ ਕੇ ਐਗਜ਼ੀਕਿਊਟਿਵ ਅਤੇ ਲੈਗਸਲੇਚਰ। ਐਗਜ਼ੀਕਿਊਟਿਵ ਉਹ ਹੁੰਦੇ ਆ, ਲੈਗਸਲੇਚਰ ਤਾਂ ਰਾਜੇ ਕਾਨੂੰਨ ਨੂੰ ਬਣਾਉਂਦੇ ਆ ਅਤੇ ਐਗਜ਼ੀਕਿਊਟਿਵ ਕਾਨੂੰਨ ਨੂੰ ਲਾਗੂ ਕਰਦੇ ਆ। ਠੀਕ ਹੈ ਜੀ। ਐਗਜ਼ੀਕਿਊਟਿਵ ਦੇ ਵਿੱਚ ਲਾਗੂ ਕੌਣ ਕਰਦਾ, ਜਿਵੇਂ ਪ੍ਰੈਜ਼ੀਡੈਂਟ ਹੋ ਗਿਆ, ਸਟੇਟਾਂ ਦੇ ਵਿੱਚ ਗਵਰਨਰ ਹੋ ਗਿਆ, MLA ਹੋ ਗਏ, MP ਹੋ ਗਿਆ, MLA ਹੋ ਗਏ। ਠੀਕ ਹੈ ਜੀ, ਇਹ ਬਣਾਉਂਦੇ ਆ। ਹੁਣ ਇਹ ਦੁਬਾਰਾ ਅਗਲਾ ਪ੍ਰਸ਼ਨ, ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ, ਵਿੱਚ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਫੈਡਰਲ ਸਿਸਟਮ ਇਨ ਇੰਡੀਆ ਆਰ ਕਰੈਕਟ। ਫੈਡਰਲ ਸਿਸਟਮ ਕੀ ਹੁੰਦਾ ਰਾਜੇ, ਕਿ ਆਪਣੇ ਦੋ ਸਰਕਾਰਾਂ ਰਾਜੇ, ਸੈਂਟਰ ਦੇ ਵਿੱਚ ਆਪਣੇ ਹੋਰ ਸਰਕਾਰ ਹੈ, ਠੀਕ ਹੈ ਜੀ, ਅਤੇ ਸਟੇਟ ਦੇ ਵਿੱਚ ਆਪਣੇ ਹੋਰ ਸਰਕਾਰ ਹੈ। ਓਕੇ, ਇਹਨੂੰ ਕਹਿੰਦੇ ਫੈਡਰਲ। ਜੇ ਆਪਣੇ ਫੈਡਰਲ ਸਿਸਟਮ ਹੈ ਅਤੇ ਆਪਣੀ ਸਰਕਾਰ ਕਿਹੜੀ ਹੈ ਰਾਜੇ, ਆਪਣਾ ਸਿਸਟਮ ਕਿਹੜਾ, ਆਪਣੇ ਸਿਸਟਮ ਹੈਗਾ ਕੁਐਸੀ ਫੈਡਰਲ। ਕੁਐਸੀ ਫੈਡਰਲ ਦਾ ਮਤਲਬ ਕੀ ਹੈ ਕਿ ਆਪਣੇ ਦੋਨੇ ਸਰਕਾਰਾਂ ਹੈਗੀਆਂ, ਸੰਘੀ ਵੀ ਹੈਗੀ ਹੈ ਅਤੇ ਸਟੇਟ ਸਰਕਾਰ ਵੀ ਹੈਗੀ ਹੈ। ਜੇ ਕੋਈ ਪੁੱਛਣਾ ਆਪਣੇ ਕਿਹੜੀ ਗਵਰਨਮੈਂਟ ਬਣਦੀ ਹੈ ਜਾਂ ਕਿਹੜਾ ਸਿਸਟਮ, ਆਪਣੇ ਕੁਐਸੀ ਫੈਡਰਲ ਹੈਗਾ। ਠੀਕ ਹੈ ਜੀ। ਹੁਣ ਕਹਿੰਦੇ ਫੈਡਰਲ ਸਿਸਟਮ ਨੂੰ ਲੈ ਕੇ ਇਹਨਾਂ 'ਚੋਂ ਕਿਹੜੀ ਲਾਈਨ ਸਹੀ ਹੈਗੀ, ਇਹ ਪੁੱਛ ਰਹੇ ਨੇ। 4 ਲਾਈਨਾਂ ਹੈਗੀਆਂ, ਦੇਖੋ ਧਿਆਨ ਨਾਲ ਡਿਸਕਸ ਕਰਾਂਗੇ ਇਹਦੇ ਬਾਰੇ ਆਪਾਂ, ਇਹਦੇ 'ਚ ਕਿਹੜੀ ਸਹੀ ਹੈ। ਕਹਿੰਦੇ ਦਾ ਕੌਨਸਟੀਟਿਊਸ਼ਨ ਇੰਟਰੋਡਿਊਸ ਏ ਫੈਡਰਲ ਸਿਸਟਮ ਇਨ ਦਾ ਬੇਸਿਕ ਸਟਰਕਚਰ ਆਫ ਦਾ ਗਵਰਨਮੈਂਟ। ਸਿੱਧੀ ਗੱਲ ਹੈ, ਕਹਿੰਦੇ ਜਿਹੜਾ ਆਪਣਾ ਫੈਡਰਲ ਸਿਸਟਮ ਹੈ ਕਿ ਆਪਣੇ ਦੋ ਸਰਕਾਰਾਂ ਬਣਦੀਆਂ, ਇੱਕ ਸੈਂਟਰ ਦੇ ਵਿੱਚ ਇੱਕ ਸਟੇਟ ਦੇ ਵਿੱਚ। ਠੀਕ ਹੈ ਜੀ, ਇਹ ਆਪਣਾ ਬੇਸਿਕ ਫੀਚਰ ਹੈ ਗਵਰਨਮੈਂਟ ਦਾ, ਬਿਲਕੁਲ ਸਹੀ ਹੈ, ਇੱਕ ਬੇਸਿਕ ਫੀਚਰ ਹੈ, ਇਹਨੂੰ ਯਾਦ ਕਰਨਾ ਰਾਜੀ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਫੈਡਰਲ ਸਿਸਟਮ ਦੀ ਚਰਚਾ ਕਰੀ ਜਾਂਦੇ ਆ। ਦੂਜਾ, ਦਿਸ ਇਜ਼ ਏ ਸਟਰੋਂਗ ਐਡਮਿਕਸਚਰ ਆਫ ਦਾ ਯੂਨੀਟਰੀ ਵਾਈਸ। ਠੀਕ ਹੈ ਜੀ, ਯੂਨੀਟਰੀ ਵਾਈਸ, ਯੂਨੀਟਰੀ ਦਾ ਮਤਲਬ ਕੀ ਹੈ ਰਾਜੇ ਆਪਣੇ, ਯੂਨੀਟਰੀ ਦਾ ਮਤਲਬ ਕੀ, ਯੂਨੀਟਰੀ ਦਾ ਮਤਲਬ ਹੈਗਾ ਕਿ ਆਪਣੇ ਸਟੇਟ ਦੇ ਨਾਲੋਂ ਜਿਹੜੀ ਸੈਂਟਰ ਯੂਨਿਟ ਦਾ ਮਤਲਬ ਹੁੰਦਾ ਕਿ ਸੰਘ, ਯੂਨੀਟਰੀ ਗਵਰਨਮੈਂਟ ਜਿਹੜੀ ਆਪਣੇ ਸੈਂਟਰ ਦੇ ਵਿੱਚ ਗਵਰਨਮੈਂਟ ਬੈਠੀ ਉਹਨੂੰ ਯੂਨੀਟਰੀ ਗਵਰਨਮੈਂਟ ਕਹਿ ਦਿੰਦੇ ਆ। ਕਹਿੰਦੇ ਉਹ ਸਟਰੋਂਗ ਹੋਊਗੀ ਜ਼ਿਆਦਾ, ਸਹੀ ਗੱਲ, ਉਹ ਸਟਰੋਂਗ ਹੋਊਗੀ ਰਾਜੇ, ਸਟੇਟ ਦੀ ਸਰਕਾਰ ਨਾਲੋਂ ਜ਼ਿਆਦਾ ਸਟਰੋਂਗ ਹੁੰਦੀ ਹੈ। ਇਸ ਤੋਂ ਬਾਅਦ ਕਹਿੰਦੇ ਬੂਥ ਦਾ ਯੂਨੀਅਨ ਐਂਡ ਸਟੇਟ ਲੈਗਸਲੇਚਰ ਆਰ ਸੋਵਰੀਅਨ। ਕਹਿੰਦੇ ਸੰਘ ਅਤੇ ਰਾਜ ਬਣਾ ਦੋਨੇ ਪ੍ਰਭੂ ਸੱਤਾ ਸੰਪੰਨ ਹਨ। ਕਹਿੰਦਾ ਮਤਲਬ ਕਿ ਯੂਨੀਅਨ, ਸੈਂਟਰ ਅਤੇ ਜਿਹੜੀ ਆਪਣੀ ਸਟੇਟ ਦੀ ਲੈਗਸਲੇਚਰ ਹੈ, ਇਹ ਦੋਨੇ ਮਿਲ ਕੇ ਕਾਨੂੰਨ ਬਣਾ ਸਕਦਾ, ਨਹੀਂ ਰਾਜੇ, ਐਗਜ਼ੀਕਿਊਟਿਵ ਜੇ ਨਾਲ ਸਾਈਨ ਕਰੂਗਾ ਫਿਰ ਹੀ ਕਾਨੂੰਨ ਬਣਾਵਾਂਗੇ। ਦਾ ਲੈਗਸਲੇਚਰ ਫਾਈਨੈਂਸ਼ੀਅਲ ਜੁਡੀਸ਼ਰੀ ਪਾਵਰ ਹੈਜ਼ ਬੀਨ ਡਿਵਾਈਡਡ ਬਿਟਵੀਨ ਦਾ ਯੂਨੀਅਨ ਐਂਡ ਯੂਨਿਟ। ਕਹਿੰਦੇ ਜਿਹੜੀ ਆਪਣੀ ਫਾਈਨੈਂਸ਼ੀਅਲ ਹੈ ਜੁਡੀਸ਼ਰੀ ਪਾਵਰ ਹੈ, ਇਹ ਡਿਵਾਈਡ ਕੀਤੀ ਹੋਈ, ਕਿਤੇ ਨਹੀਂ ਡਿਵਾਈਡ ਕੀਤੀ ਹੋਈ ਇਹ। ਠੀਕ ਹੈ ਜੀ, ਜੁਡੀਸ਼ੀਅਲ ਕੋਲ ਆਪਦੀ ਪਾਵਰ ਆ, ਤਾਂ ਕਰਕੇ ਪਹਿਲਾ ਤੇ ਦੂਜਾ ਆਪਸ਼ਨ ਬਿਲਕੁਲ ਸਹੀ ਹੋਣਗੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ, ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਹਿੰਦੇ ਸੰਵਿਧਾਨ ਸਭਾ ਦੇ ਮੈਂਬਰ ਸਨ, ਮੈਂਬਰ ਆਫ ਦਾ ਕੌਂਸਟੀਟਿਊਸ਼ਨ ਅਸੈਂਬਲੀ ਕੌਣ ਕੌਣ ਸੀ, ਇਹ ਪੁੱਛ ਰਹੇ ਨੇ। ਸੰਵਿਧਾਨ ਸਭਾ ਬਾਰੇ ਆਪਾਂ ਡਿਸਕਸ ਕਰਕੇ ਦੁਬਾਰਾ ਨਹੀਂ ਡਿਸਕਸ ਕਰਾਂਗੇ। ਇਹ ਜਿਹੜੇ ਮੈਂਬਰ ਚੁਣੇ ਗਏ ਸੀ ਉਹ ਕਿਹੜੇ ਹਿਸਾਬ 'ਤੇ ਚੁਣੇ ਗਏ ਸੀ ਰਾਜੇ, ਦੇਖੋ ਇਹਦੇ ਵਿੱਚ ਜੇ ਤਾਂ ਮੈਂ ਗੱਲ ਕਰਾਂ, ਇਹ 'ਚ ਨੋਮੀਨੇਟਡ ਮੈਂਬਰ ਵੀ ਗਏ ਸੀ ਅਤੇ ਇਲੈਕਟਡ ਮੈਂਬਰ ਵੀ ਗਏ ਸੀ। ਠੀਕ ਹੈ ਜੀ, ਤਾਂ ਕਰਕੇ ਜੇ ਤੁਹਾਨੂੰ ਕਦੇ ਵੀ ਇਹ ਪ੍ਰਸ਼ਨ ਹੁੰਦਾ ਤੁਸੀਂ ਆਨਸਰ ਲਾ ਕੇ ਆਉਣਾ A ਨੰਬਰ ਆਪਸ਼ਨ, ਇਲੈਕਟਡ ਬਾਏ ਦਾ ਪ੍ਰੋਵੀਜ਼ਨਲ ਅਸੈਂਬਲੀ। ਠੀਕ ਹੈ ਜੀ, ਪ੍ਰਾਂਤਾਂ ਦੀਆਂ ਵਿਧਾਨ ਸਭਾ ਦੁਆਰਾ ਚੁਣੇ ਹੋਏ ਵੀ ਬੰਦੇ ਗਏ ਸੀ। ਠੀਕ ਹੈ ਜੀ, ਤੁਸੀਂ ਆਨਸਰ ਲਾ ਕੇ ਆਉਣਾ ਇਹ। ਹੁਣ ਕੌਂਸਟੀਟਿਊਸ਼ਨ ਅਸੈਂਬਲੀ ਦੀ ਗੱਲ ਹੋਈ ਸੀ ਜੀ, ਟੋਟਲ 399 ਮੈਂਬਰ ਗਏ ਸੀ, ਉਹ ਥੱਲੇ ਲਿਖਿਆ ਹੋਇਆ। ਚਲੋ, ਸੰਵਿਧਾਨ ਸਭਾ ਦੇ ਵਿੱਚ ਕੁੱਲ 399 ਮੈਂਬਰ ਗਏ ਸੀ ਰਾਜੇ, ਇਹਨਾਂ 'ਚੋਂ 292 ਮੈਂਬਰ ਸਟੇਟਾਂ ਦੇ ਵਿੱਚੋਂ ਗਏ ਸੀ, 93 ਪ੍ਰਿੰਸਲੀ ਸਟੇਟ ਦੇ ਵਿੱਚੋਂ ਗਏ ਸੀ, 4 ਗਏ ਸੀ CCP ਦੇ ਵਿੱਚੋਂ। ਕਹਿੰਦਾ ਮਤਲਬ ਕਿ ਚੀਫ ਕਮਿਊਨੀਕੇਸ਼ਨ ਪ੍ਰੋਵਿੰਸ ਦੇ ਵਿੱਚੋਂ ਗਏ ਸੀ, ਦਿੱਲੀ, ਅਜਮੇਰ, ਕੁਰਗ, ਬਲੋਚਿਸਤਾਨ। ਕਈ ਵਾਰੀ ਪੁੱਛ ਸਕਦੇ ਆ ਕਿ ਸੰਵਿਧਾਨ ਸਭਾ ਦੇ ਵਿੱਚ ਜਿਹੜੇ 4 ਮੈਂਬਰ ਗਏ ਸੀ ਚੀਫ ਕਮਿਸ਼ਨ ਪ੍ਰੋਵਿੰਸ ਤੋਂ ਕਿੱਥੋਂ ਗਏ ਸੀ, ਇੱਕ ਚੀਜ਼ ਅਲੱਗ ਦੇ ਦੇਣਗੇ, ਤਾਂ ਕਰਕੇ ਇਹ ਚੀਜ਼ ਯਾਦ ਕਰਨੀ ਹੈ। ਠੀਕ ਹੈ ਜੀ, ਤਾਂ ਕਰਕੇ ਮੈਂ ਇੱਥੇ ਕਿਹਾ ਹੈਗਾ, ਦੇਖੋ ਅਸੈਂਬਲੀ ਦਾ ਨਾਮ ਵੀ ਲੈਤਾ ਮੈਂ ਇੱਥੇ ਅਤੇ ਪ੍ਰੋਵੀਜ਼ਨ ਦਾ ਨਾਮ ਵੀ ਲੈਤਾ। ਠੀਕ ਹੈ ਜੀ, ਅਸੈਂਬਲੀ 'ਚੋਂ ਆ ਗਏ ਸੀ ਅਤੇ ਪ੍ਰਿੰਸਲੀ ਪ੍ਰੋਵੀਜ਼ਨ ਸਟੇਟਾਂ ਦੇ ਵਿੱਚੋਂ ਇਹ ਗਏ ਸੀ, ਤਾਂ ਕਰਕੇ ਤੁਸੀਂ ਆਨਸਰ ਲਾ ਸਕਦੇ ਹੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਕਹਿੰਦੇ ਵਿੱਚ ਆਫ ਦਾ ਫੋਲੋਇੰਗ ਕੰਟਰੀ ਅਨਰਿਟਨ ਕੰਸਟੀਟਿਊਸ਼ਨ ਕਿੱਥੋਂ ਦਾ, UK ਦਾ। ਇਹ ਤਾਂ ਤੁਹਾਨੂੰ ਕਿੰਨੇ ਵਾਰੀ ਕਰਵਾ ਕੇ ਗਿਆ ਰਾਜੇ, ਇਹ ਤਾਂ ਮੈਂ ਕਿੰਨੇ ਵਾਰੀ ਕਰਵਾ ਗਿਆ, ਤਾਂ ਤੁਹਾਨੂੰ ਵਾਸਤੇ ਕੋਈ ਵੱਡੀ ਗੱਲ ਨਹੀਂ। ਇਸ ਤੋਂ ਬਾਅਦ ਆ ਗਿਆ ਸਭ ਤੋਂ ਜ਼ਿਆਦਾ ਇੰਪੋਰਟੈਂਟ, ਗ੍ਰਾਸ ਰੂਟ ਡੈਮੋਕ੍ਰੇਸੀ ਇਜ਼ ਰਿਲੇਟਡ। ਗ੍ਰਾਸ ਰੂਟ ਕੀ ਹੁੰਦਾ ਰਾਜੇ, ਜੜ੍ਹਾਂ, ਕਿਸੇ ਵੀ ਚੀਜ਼ ਦੀ ਜੜ ਹੁੰਦੀ ਜਿਹੜੀ ਉਹਨੂੰ ਆਪਾਂ ਕਹਿੰਦੇ ਨੇ ਗ੍ਰਾਸ ਰੂਟ। ਕਹਿੰਦੇ ਗ੍ਰਾਸ ਰੂਟ ਲੋਕਤੰਤਰ ਕਿਸ ਨਾਲ ਸੰਬੰਧਿਤ ਹੈ ਇਹਨਾਂ ਦੇ ਵਿੱਚੋਂ। ਕਹਿੰਦੇ ਸ਼ਕਤੀਆਂ ਦਾ ਵਿਕਾਸ, ਸਹੀ ਗੱਲ ਹੈ। ਕਹਿੰਦੇ ਸ਼ਕਤੀਆਂ ਦਾ ਵਿਕੇਂਦਰੀਕਰਨ, ਸਹੀ ਗੱਲ ਹੈ। ਇਹ ਗੱਲ ਕਰਦੇ ਜਦੋਂ ਰਾਜੇ ਗ੍ਰਾਸ ਰੂਟ ਦੀ ਗੱਲ ਆ ਜੇ, ਸਮਝ ਲਓ ਇਹ ਗੱਲ ਕਰਦੇ ਆ ਗ੍ਰਾਮ ਪੰਚਾਇਤਾਂ ਦੀ, ਨਗਰ ਨਿਗਮ ਦੀ ਗੱਲ ਕਰ ਰਹੇ ਆ ਗ੍ਰਾਸ ਰੂਟ, ਕਿਉਂਕਿ ਗ੍ਰਾਸ ਰੂਟ ਰਾਜੇ ਨੀਚੇ ਤੋਂ ਚੱਲਦੀ ਹੁੰਦੀ ਹੈ, ਕੋਈ ਵੀ ਚੀਜ਼ ਨੀਚੇ ਤੋਂ ਚੱਲਦੀ ਹੈ। ਨੀਚੇ ਤੋਂ ਪਹਿਲਾਂ ਆਪਣੇ ਪੰਚਾਇਤਾਂ ਬਣਦੀਆਂ ਹੁੰਦੀਆਂ ਸੀ, ਸਰਪੰਚ ਬਣਦੇ ਹੁੰਦੇ ਸੀ, ਫਿਰ ਜਾ ਕੇ ਅੱਗੇ ਜਾ ਕੇ ਉਹ ਚੀਜ਼ਾਂ ਬਣ ਲੱਗੀਆਂ। ਜਿਹੜੀ ਜੜ ਹੈ ਉਹ ਤਾਂ ਗ੍ਰਾਮ ਪੰਚਾਇਤਾਂ ਦੇ ਨਗਰ ਹੀ ਹੈ। ਸ਼ਕਤੀਆਂ ਦਾ ਵਿਕੇਂਦਰੀਕਰਨ ਵੀ ਕੀਤਾ ਜਾਂਦਾ ਰਾਜੇ। ਠੀਕ ਹੈ ਜੀ, ਜਿਵੇਂ ਗ੍ਰਾਮ ਪੰਚਾਇਤ ਹੁੰਦੀ ਹੈ, ਫਿਰ ਜ਼ਿਲ੍ਹਾ ਪੰਚਾਇਤ ਆ ਜਾਂਦੀਆਂ, ਵੱਡੀਆਂ ਹੁੰਦੀਆਂ, ਪੰਚਾਇਤੀ ਰਾਜ ਸਿਸਟਮ, ਇਹ ਸਾਰਾ ਕੁਛ ਰਾਜੇ ਆਲ ਆਫ ਅਬਵ, ਇਹ ਸਾਰੇ ਗ੍ਰਾਸ ਰੂਟ ਆ ਡੈਮੋਕ੍ਰੇਸੀ ਦੇ। ਇਹ ਗੱਲ ਯਾਦ ਰੱਖਣੀ, ਤਿੰਨੇ ਦੇ ਤਿੰਨੇ ਯਾਦ ਕਰ ਲਿਓ, ਗ੍ਰਾਸ ਰੂਟ ਆ ਡੈਮੋਕ੍ਰੇਸੀ ਦੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਕਹਿ ਰਹੇ ਨੇ, ਕਹਿੰਦੇ ਵਿੱਚ ਆਫ ਦਾ ਫੋਲੋਇੰਗ ਇਜ਼ ਏ ਫੀਚਰ ਆਫ ਦਾ ਬੋਥ ਇੰਡੀਅਨ ਫੈਡਰੇਸ਼ਨ ਐਂਡ ਦਾ ਅਮਰੀਕਨ ਫੈਡਰੇਸ਼ਨ। ਇਹ ਪ੍ਰਸ਼ਨ ਰਾਜੇ ਜੇ ਪਾਊਗਾ ਨਾ ਕੋਈ ਬੰਦਾ, ਇਹ ਪ੍ਰਸ਼ਨ ਤੁਹਾਨੂੰ ਪੱਕੀ ਪਾਊਗਾ ਜੇ ਕਿਸੇ ਨੇ ਪੂਰਾ ਤਕੜਾ ਪਾਉਣਾ ਹੋਇਆ ਪੇਪਰ। ਕਹਿੰਦੇ
ਇਹਨਾਂ ਦੇ ਵਿੱਚੋਂ ਭਾਰਤੀ ਫੈਡਰੇਸ਼ਨ ਅਤੇ ਅਮਰੀਕਨ ਫੈਡਰੇਸ਼ਨ ਦੋਵਾਂ ਦੇ ਵਿੱਚੋਂ ਇੱਕ ਇਹਨਾਂ ਦੀ ਇੱਕ ਸਾਂਝੀ ਵਿਸ਼ੇਸ਼ਤਾ, ਉਹ ਕਿਹੜੀ ਵਿਸ਼ੇਸ਼ਤਾ ਇਹਨਾਂ ਦੇ ਵਿੱਚ? ਦੇਖੋ ਸਿੰਗਲ ਸਿਟੀਜ਼ਨਸ਼ਿਪ ਤਾਂ ਕੱਢ ਦਿਓ, ਕਿਤੋਂ ਲੈਤੀ ਹੈ ਆਪਾਂ ਕਮੈਂਟਾਂ ਦੇ ਵਿੱਚ ਦੱਸੋ। ਡਿਊਲ ਰੈਸੀਡੈਂਸੀ ਵੀ ਕੱਢ ਦਿਓ, ਠੀਕ ਹੈ ਜੀ। ਆਹ ਆਪਾਂ ਲੈਤੀ ਹੈ ਰਾਜੇ ਆਸਟ੍ਰੇਲੀਆ ਤੋਂ। ਸਿੰਗਲ ਸਿਟੀਜ਼ਨ ਕਿੱਥੋਂ ਲੈਤੀ? ਆਇਰਲੈਂਡ ਤੋਂ ਲੈਤੀ ਹੈ, ਦੱਸੋ ਕਮੈਂਟਾਂ ਦੇ ਵਿੱਚ ਦੱਸੋ। ਤਾਂ ਡਿਊਲ ਜੁਡੀਸ਼ਰੀ ਵੀ ਆਪਾਂ ਇਹਨਾਂ ਤੋਂ ਨਹੀਂ ਲੈਤੀ। ਤਾਂ ਹੁਣ ਕੱਟ ਕਟਾ ਕੇ ਕੀ ਰਹਿ ਗਿਆ? ਇਹ ਫੈਡਰਲ ਸੁਪਰੀਮ ਕੋਰਟ ਜੀ ਇੰਟਰਪ੍ਰੇਟ ਦਾ ਕੌਂਸਟੀਟਿਊਸ਼ਨ, ਠੀਕ ਹੈ ਜੀ। ਕਹਿੰਦੇ ਸੰਵਿਧਾਨ ਦੀ ਵਿਆਖਿਆ ਕਰਨ ਲਈ ਇੱਕ ਸੰਘੀ ਸੁਪਰੀਮ ਕੋਰਟ। ਇਹ ਜਿਹੜੀ ਫੈਡਰਲ ਸੁਪਰੀਮ ਕੋਰਟ ਦੀ ਗੱਲ ਹੈ ਰਾਜੇ, ਇਹ ਆਪਾਂ ਕਿਤੋਂ ਲੈਤੀ ਹੈ? ਇੰਡੀਅਨ ਫੈਡਰੇਸ਼ਨ ਅਤੇ ਅਮਰੀਕਨ ਫੈਡਰੇਸ਼ਨ ਦੋਨਾਂ ਦਾ ਇਹ ਸਾਂਝਾ ਹੈਗਾ, ਠੀਕ ਹੈ ਜੀ। ਕੋਈ ਵੀ ਮਤਲਬ ਸੰਵਿਧਾਨ ਦੀ ਦੇਖੋ ਮਤਲਬ ਆ, ਜਿਵੇਂ ਮੋਦੀ ਸਾਹਿਬ ਨੇ ਰੂਲ ਬਣਾਤੇ, ਲੈਜਿਸਲੇਚਰ ਨੇ, ਐਗਜ਼ੀਕਿਊਟਿਵ ਨੇ ਰੂਲ ਪਾਸ ਕਰਤੇ, ਇਹ ਰੂਲ ਭਾਈ ਕਿਸੇ ਨੂੰ ਪਸੰਦ ਆਇਆ ਨਹੀਂ, ਤਾਂ ਫਿਰ ਇਹਦੇ ਪ੍ਰਤੀ ਅਗਲਾ ਕਿੱਥੇ ਜਾਊਗਾ? ਸੁਪਰੀਮ ਕੋਰਟ ਦੇ ਵਿੱਚ ਜਾਊਗਾ। ਇਹ ਚੀਜ਼ ਇਹਨਾਂ ਨੇ ਲੈਤੀ ਹੋਈ ਹੈ ਇੱਥੋਂ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ 1935 ਦੇ ਐਕਟ ਦੇ ਤਹਿਤ ਫੈਡਰੇਸ਼ਨ ਵਿੱਚ ਬਾਕੀ ਸ਼ਕਤੀਆਂ ਕਿਸ ਨੂੰ ਦੇ ਦਿੱਤੀਆਂ ਗਈਆਂ ਸੀ? ਦੇਖੋ ਇਹ ਰਾਜੇ ਉਹ ਰੈਸੀਡਿਊ ਪਾਵਰ, ਪਹਿਲੀ ਗੱਲ ਤਾਂ ਤੁਹਾਨੂੰ ਦੱਸਦਾ ਰੈਸੀਡਿਊਸ ਪਾਵਰ ਕਿਹੜੀਆਂ ਹੁੰਦੀਆਂ। ਰੈਸੀਡਿਊ ਪਾਵਰ ਉਹ ਹੁੰਦੀਆਂ ਗੀਆਂ, ਠੀਕ ਹੈ ਜੀ, ਜਿਹੜੀਆਂ ਨਾ ਤਾਂ ਸੈਂਟਰ ਦੀ ਸਰਕਾਰ ਕੋਲੇ ਹੁੰਦੀਆਂ, ਨਾ ਹੀ ਸਟੇਟ ਦੀ ਸਰਕਾਰ ਕੋਲੇ ਹੁੰਦੀਆਂ। ਇਹ ਕਿਹਦੇ ਕੋਲੇ ਹੋਣਗੇ ਰਾਜੇ? ਜਿੱਥੇ ਵੀ ਕਿਤੇ ਰੈਸੀਡਿਊਰੀ ਪਾਵਰ ਦੀ ਗੱਲ ਆ ਗਈ, ਇਹ ਹੋਣਗੀਆਂ ਗਵਰਨਰ ਜਨਰਲ ਕੋਲੇ, ਇਹ ਹੋਣੇ ਆ ਗਵਰਨਰ ਜਨਰਲ ਮੋਰੇ। ਉਹ ਸ਼ਕਤੀਆਂ ਹੋਣੀਆਂ ਜਿਹੜੀਆਂ ਨਾ ਤਾਂ ਸੈਂਟਰ ਕੋਲੇ ਹੁੰਦੀਆਂ ਨਾ ਸਟੇਟ ਕੋਲੇ ਹੁੰਦੀਆਂ। ਇਹ ਫਿਰ ਕਿਹਦੇ ਕੋਲੇ ਹੋਣਗੀਆਂ? ਇਹ ਹੋਣਗੀਆਂ ਰਾਜੇ ਗਵਰਨਰ ਜਨਰਲ ਕੋਲੇ, ਠੀਕ ਹੈ ਜੀ। ਪ੍ਰਸ਼ਨ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਕਿਸੇ ਬੱਚੇ ਨੇ ਇਹ ਕਰ ਲਏ ਤਾਂ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਮਰਜ਼ੀ ਪੇਪਰ ਦੇ ਲਓ, ਚਾਹੇ ਤੁਸੀਂ PCS ਦਾ ਪੇਪਰ ਦੇ ਲਿਓ, ਇਦੋਂ ਉੱਤੇ ਪਿਲਟੀ ਪੜ੍ਹਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਕਰਵਾਉਣਾ ਤੁਹਾਨੂੰ PCS ਦੀ ਤਿਆਰੀ ਵੀ ਕਰਵਾਉਣਾ, ਪਰ ਮੇਰੇ ਕੋਲ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਰਾਜੀ। ਹੂ ਕਾਲਡ ਇੰਡੀਅਨ ਫੈਡਰਲਿਜ਼ਮ ਐਜ਼ ਦਾ ਕੋਆਪਰੇਟਿਵ, ਠੀਕ ਹੈ ਜੀ। ਫੈਡਰਲਿਜ਼ਮ, ਫੈਡਰਲ ਦਾ ਮਤਲਬ ਜਿੱਥੇ ਵੀ ਕਿਤੇ ਦੇਖੋ ਤੁਹਾਨੂੰ ਆਪਦੇ ਵੀ ਪਤਾ ਲੱਗਣ ਲੱਗ ਗਿਆ ਹੋਊਗਾ। ਫੈਡਰਲ ਦਾ ਮਤਲਬ ਕੀ ਆ ਗਿਆ? ਕਿ ਜਿੱਥੇ ਦੋ ਸਰਕਾਰਾਂ ਬਣਦੀਆਂ, ਠੀਕ ਹੈ ਜੀ। ਕੋਆਪਰੇਟਿਵ, ਕੋਆਪਰੇਟਿਵ ਦਾ ਮਤਲਬ ਜਿੱਥੇ ਕੋਈ ਚੀਜ਼ ਅੱਧੀ ਸਰਕਾਰੀ ਅੱਧੀ ਪ੍ਰਾਈਵੇਟ ਹੈ, ਕੋਆਪਰੇਟਿਵ, ਠੀਕ ਹੈ ਜੀ। ਕਹਿੰਦੇ ਭਾਰਤੀ ਸੰਘਵਾਦ ਨੂੰ ਸਹਿਕਾਰੀ ਸੰਘਵਾਦ ਕਿਸ ਨੇ ਕਿਹਾ? ਇੰਨਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਜਿਹੜੇ ਭਾਰਤ ਦਾ ਕਹਿੰਦੇ ਸੰਘਵਾਦ ਹੈ, ਉਹਨੂੰ ਕੋਆਪਰੇਟਿਵ ਸੰਘਵਾਦ ਕਿਸ ਨੇ ਕਿਹਾ? ਇਹ ਗੱਲ ਕਿਹੜੇ ਨੇ ਕਹੀ ਸੀ ਰਾਜੇ? ਦੱਸ ਸਕਦਾ ਕੋਈ? ਇਹ ਗੱਲ ਕਹੀ ਸੀ ਆਪਣੇ G. ਔਸਟਨ ਨੇ। ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ। ਇਹ ਉਹ ਸਿਸਟਮ ਹੈ ਜਿਸ ਵਿੱਚ ਕੇਂਦਰ ਅਤੇ ਸਟੇਟ ਦੋਨੇ ਰਲ ਕੇ ਕੰਮ ਕਰਦੇ ਆ ਰਾਜੇ, ਠੀਕ ਹੈ ਜੀ। ਤਾਂ ਉਹਨੂੰ ਕਹਿੰਦੇ ਨੇ ਕੋਆਪਰੇਟਿਵ ਫੈਡਰਲਿਜ਼ਮ। ਇਹ ਇੰਡੀਅਨ ਫੈਡਰਲਿਜ਼ਮ ਕੋਆਪਰੇਟਿਵ ਫੈਡਰਲਿਜ਼ਮ ਕਿਹਾ ਗਿਆ ਗਾ, ਕਿਉਂਕਿ ਤੁਸੀਂ ਦੇਖਿਓ ਹੋਣਾ ਰਾਜੇ, ਆਪਾਂ ਲਿਸਟਾਂ ਬਾਰੇ ਪੜ੍ਹ ਕੇ ਗਏ ਹਾਂ। ਸੈਂਟਰ ਲਿਸਟ, ਸਟੇਟ ਲਿਸਟ, ਯੂਨੀਅਨ ਲਿਸਟ, ਅਤੇ ਇੱਕ ਕਿਹੜੀ ਸੀ? ਕੌਨਕਰੈਂਟ ਲਿਸਟ। ਕੌਨਕਰੈਂਟ ਲਿਸਟ ਦੇ ਵਿੱਚ ਰਾਜੇ ਸੈਂਟਰ ਅਤੇ ਸਟੇਟ ਰਲ ਕੇ ਕੰਮ ਕਰਦੇ ਆ। ਤਾਂ ਇਹੀ ਇੱਕ ਐਗਜ਼ਾਮਪਲ ਹੈ ਰਾਜੇ ਕਾਹਦੀ? ਕੋਆਪਰੇਟਿਵ ਫੈਡਰਲਿਜ਼ਮ ਦੀ, ਕਿ ਆਪਣਾ ਸੈਂਟਰ ਦੀ ਸਰਕਾਰ ਰਲ ਕੇ ਦੋਨੇ, ਸਟੇਟ ਦੀ ਸਰਕਾਰ ਅਤੇ ਸੈਂਟਰ ਦੀ ਸਰਕਾਰ ਦੋਨੇ ਰਲ ਕੇ ਕੰਮ ਕਰਦੇ ਆ। ਤਾਂ ਕਰਕੇ ਆਪਣੀ ਸਟੇਟ ਨੂੰ ਕੀ ਕਹਿਤਾ? ਇੱਕ ਕੋਆਪਰੇਟਿਵ ਫੈਡਰਲਿਜ਼ਮ ਕਹਿਤਾ, ਠੀਕ ਹੈ ਜੀ। ਉਹ ਕਿਹਨੇ ਕਹੀ ਇਹ ਗੱਲ? ਇਹ ਗੱਲ ਕਹੀ ਹੈ G. ਔਸਟਨ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਆਹ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਊਗਾ। ਕਹਿੰਦੇ ਡਰਾਫਟ ਕਮੇਟੀ ਦਾ ਚੇਅਰਮੈਨ ਕਿਹਨੂੰ ਲਾਇਆ ਸੀ? ਤੁਹਾਨੂੰ ਸਾਰਿਆਂ ਨੂੰ ਪਤਾ ਡਾਕਟਰ B. R. ਅੰਬੇਦਕਰ ਨੂੰ। ਜਵਾਹਰ ਨਹਿਰੂ ਫਸਟ PM, ਡਾਕਟਰ ਰਾਜਿੰਦਰ ਪ੍ਰਸਾਦ ਫਸਟ ਪ੍ਰੈਜ਼ੀਡੈਂਟ। ਕੌਣ ਸੀ ਬਾਕੀ? ਇਹ 11 ਦਸੰਬਰ ਨੂੰ ਇਹਨਾਂ ਨੂੰ ਕੀ ਬਣਾਇਆ ਗਿਆ ਸੀ ਰਾਜੇ? ਬੋਲੋ ਕੀ ਬਣਾਤਾ ਸੀ ਇਹਨਾਂ ਨੂੰ? ਕੌਂਸਟੀਟਿਊਸ਼ਨ ਅਸੈਂਬਲੀ ਦਾ ਪੱਕਾ ਪ੍ਰੈਜ਼ੀਡੈਂਟ, ਪੱਕਾ ਪ੍ਰੈਜ਼ੀਡੈਂਟ, ਠੀਕ ਹੈ ਜੀ। ਚਲੋ ਹੁਣ ਰਾਜੇ ਇੱਥੋਂ ਪ੍ਰਸ਼ਨ ਬਹੁਤ ਪੁੱਛੇ ਜਾਂਦੇ। ਜਿਹੜੀ ਡਰਾਫਟ ਕਮੇਟੀ ਬਣਾਈ ਸੀ ਨਾ, ਇਹਦੇ 7 ਮੈਂਬਰ ਸੀ। ਇਹਦੇ 7 ਮੈਂਬਰ ਸੀ। ਉਹ 7 ਮੈਂਬਰਾਂ ਦੇ ਨਾਂ ਜ਼ਰੂਰ ਯਾਦ ਕਰ ਲਿਓ, ਠੀਕ ਹੈ ਜੀ। ਪਹਿਲਾ ਕਿਹੜਾ ਸੀ? ਅਲਾਡੀ। ਦੇਖੋ ਤੁਸੀਂ ਐਂ ਯਾਦ ਕਰ ਲਿਓ। ਅਈਅਰ, ਦੇਖੋ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦਾ ਯਾਦ ਕਰਨ ਦੀ। ਸਭ ਤੋਂ ਪਹਿਲਾਂ ਯਾਦ ਕਰ ਲਿਓ ਕ੍ਰਿਸ਼ਨ ਖੇਤਾਨ, ਠੀਕ ਹੈ ਜੀ। ਮਾਧਵ ਮੁਨਸ਼ੀ, ਠੀਕ ਹੈ ਜੀ, ਮਾਧਵ ਮੁਨਸ਼ੀ, ਠੀਕ ਹੈ ਜੀ। ਇਸ ਤੋਂ ਬਾਅਦ NT ਮੁਹੰਮਦ। ਬਾਤ ਤੋਂ ਸਿੱਧਾ ਯਾਦ ਕਰ ਲਓ। ਸਭ ਤੋਂ ਪਹਿਲਾਂ ਕ੍ਰਿਸ਼ਨ ਆਇਆ, ਫਿਰ ਖੇਤਾਨ ਆਇਆ, ਫਿਰ MM ਆਏ। ਕ੍ਰਿਸ਼ਨਾ, ਖੇਤਾਨ, ਮਾਧਵ ਮੁਨਸ਼ੀ। ਕ੍ਰਿਸ਼ਨਾ, ਖੇਤਾਨ, ਕੇ ਤੇ ਨਾਮ ਹੈ ਕ੍ਰਿਸ਼ਨਾ, ਸਾਰਾ ਨਾਂ ਨਾ ਯਾਦ ਕਰਿਓ। ਆਪਣਾ ਕਿਹੜਾ ਕੋਈ ਰਿਸ਼ਤੇਦਾਰ ਲੱਗਦਾ ਕੋਈ ਕਿ ਆਪਾਂ ਜਾ ਕੇ ਉਹਦਾ ਨਾਂ ਲੈ ਕੇ ਉਹਦੇ ਦੱਸਣਾ, ਆਪਾਂ ਸਿਰਫ ਇੱਕ ਟ੍ਰਿਕ ਵਜੋਂ ਯਾਦ ਕਰਨੇ ਆ, ਠੀਕ ਹੈ ਜੀ। ਕ੍ਰਿਸ਼ਨਾ, ਡਾਕਟਰ B. R. ਅੰਬੇਦਕਰ ਦਾ ਨਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ, ਠੀਕ ਹੈ ਜੀ। ਡਾਕਟਰ ਭੀਮ ਰਾਓ ਅੰਬੇਦਕਰ ਜੀ। ਕੇ ਤੇ ਕ੍ਰਿਸ਼ਨਾ, ਠੀਕ ਹੈ ਜੀ। ਕੇ ਤੇ ਕ੍ਰਿਸ਼ਨਾ, ਕੇ ਤੇ ਖੇਤਾਨ, M ਤੇ ਮਾਧਵ, M ਤੇ ਮੁਨਸ਼ੀ। ਇਸ ਤੋਂ ਬਾਅਦ NT ਲਿਖ ਲਓ, NT, N ਤੇ N, ਠੀਕ ਹੈ ਜੀ। T ਤੇ T, N ਤੇ N, ਕਿਉਂਕਿ ਇਕੱਲਾ ਇਕੱਲਾ ਨਾਂ ਪਾਉਣਗੇ ਨਾ ਉਹ NT, ਕਿਉਂਕਿ ਨਾਂ ਵਾਲਾ ਵੱਡਾ ਵਗ ਜਾਂਦਾ। N ਤੇ T। ਇਹ ਦੋ ਵਾਰ ਮੁਹੰਮਦ, NT ਮੁਹੰਮਦ, ਬਸ ਇੰਨਾ ਯਾਦ ਕਰ ਲਿਓ, ਠੀਕ ਹੈ ਜੀ। ਇਹ ਕਾਂਗਰਸ ਨਾਲ ਸੰਬੰਧ ਰੱਖਦੇ ਸੀ, ਇਹ ਮੁਸਲਿਮ ਲੀਗ ਨਾਲ ਸੰਬੰਧਿਤ ਰੱਖਦੇ ਸੀ, ਓਕੇ ਜੀ। ਇਸ ਤੋਂ ਬਾਅਦ ਅਗਲਾ ਆਹ ਤੁਹਾਨੂੰ ਪਹਿਲਾਂ ਵੀ ਰਿਪੀਟ ਹੋਇਆ ਪ੍ਰਸ਼ਨ। ਕਹਿੰਦੇ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਡਿਸਕ੍ਰਾਈਬ, ਜਿਹੜਾ ਆਪਣਾ ਸੰਵਿਧਾਨ ਆ ਭਾਰਤ ਦਾ, ਉਹਦੇ ਵਿੱਚ ਭਾਰਤ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈਗਾ? ਇਹ ਤਾਂ ਤੁਹਾਨੂੰ ਬਹੁਤ ਵਾਰੀ ਕਰਕੇ ਗਏ ਆ। ਇਹ ਯੂਨੀਅਨ ਆਫ ਸਟੇਟ,
ਇਹ ਯੂਨੀਅਨ ਆਫ ਸਟੇਟ, ਠੀਕ ਹੈ ਜੀ, ਇਹਨੂੰ ਕੀਤਾ ਗਿਆ। ਹੁਣ ਕੁਆਸੀ ਫੈਡਰਲ ਦਾ ਕੀ ਮਤਲਬ ਹੈ ਰਾਜੇ? ਕੁਆਸੀ ਫੈਡਰਲ ਦਾ ਮਤਲਬ ਕੀ ਹੈ ਰਾਜੇ? ਆਪਣੇ ਸੈਂਟਰ 'ਚ ਵੀ ਸਰਕਾਰ ਬਣਦੀ ਹੈ ਇੱਕ, ਅਤੇ ਆਪਣੇ ਇੱਕ ਸਟੇਟ ਦੇ ਵਿੱਚ ਵੀ ਸਰਕਾਰ ਬਣਦੀ ਹੈ। ਤਾਂ ਕਰਕੇ ਆਪਣੀ ਜਿਹੜੀ ਇੱਥੇ ਬਣਦੀ ਹੈ, ਇੱਥੇ ਕਿਹੜੀ ਸਰਕਾਰ ਬਣਦੀ ਹੈ? ਆਪਣੇ ਕੁਆਸੀ ਫੈਡਰਲ ਬਣਦੀ ਹੈ। ਇਹਦਾ ਮਤਲਬ ਇਹ ਹੈਗਾ। ਆਂਸਰ ਇਹਦਾ ਨੰਬਰ ਆਪਸ਼ਨ ਹੀ ਹੈਗਾ। ਯੂਨੀਟਰੀ ਗਵਰਨਮੈਂਟ ਦਾ ਮਤਲਬ ਕਿ ਜਿੱਥੇ ਇਕੱਲੀ ਪ੍ਰੈਜ਼ੀਡੈਂਟ ਹੀ ਬਣਦਾ ਹੋਵੇ, ਸਟੇਟਾਂ ਦੇ ਵਿੱਚ ਸਰਕਾਰ ਨਾ ਹੋਵੇ, ਜਿਵੇਂ USA ਦੇ ਵਿੱਚ ਚੱਲਦੀ ਹੈ। ਪਰ ਆਹ ਤਾਂ ਇਹਦਾ ਕੋਈ ਮਤਲਬ ਹੀ ਨਹੀਂ ਹੈਗਾ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਆਹ ਕਨਵੈਕਸ਼ਨ ਕਿੱਥੋਂ ਦੀ ਹੈ ਕਿ ਵਨਸ ਏ ਸਪੀਕਰ ਆਲਵੇਜ਼ ਸਪੀਕਰ ਫੋਲੋਡ ਇਨ। ਕਹਿੰਦੇ ਕਿਹਨੇ ਇਹ ਗੱਲ ਕਹੀ ਸੀ, ਕਿੱਥੋਂ ਦੀ ਕਨਵੈਕਸ਼ਨ ਹੈ ਰਾਜੇ, ਕਿ ਇੱਕ ਵਾਰ ਸਪੀਕਰ ਹਮੇਸ਼ਾ ਸਪੀਕਰ ਹੁੰਦਾ ਹੈ। ਮੰਨ ਲਓ ਰਾਜੇ ਦੇਖੋ ਆਪਣੇ ਕੀ ਹੁੰਦਾ, ਆਪਣੇ 5 ਸਾਲਾਂ ਵਾਸਤੇ ਕੋਈ ਵੀ ਸਰਕਾਰ ਬਣਦੀ ਹੈ। ਜਦੋਂ 5 ਸਾਲਾਂ ਤੋਂ ਬਾਅਦ ਨਵੀਂ ਸਰਕਾਰ ਆਉਂਦੀ ਹੈ, ਜਾਂ ਮੰਨ ਲਓ ਉਹੀ ਸਰਕਾਰ ਦੁਬਾਰੇ ਆਉਂਦੀ ਹੈ, ਉਹ ਤਾਂ ਬਾਹਰ ਦੀਆਂ ਗੱਲਾਂ ਰਹਿ ਗਈਆਂ, ਤਾਂ ਉਦੋਂ ਉਹਨਾਂ ਦਾ ਸਪੀਕਰ ਵੀ ਬਣ ਜਾਂਦਾ ਹੁੰਦਾ। ਜਦੋਂ ਵੀ ਕੋਈ ਨਵੀਂ ਸਰਕਾਰ ਬਣ ਕੇ ਆਉਂਦੀ ਹੈ, ਤਾਂ ਉਹ ਆਪਦੀ ਜਿਹੜੀ ਪਾਰਟੀ ਜਿੱਤਦੀ ਹੁੰਦੀ ਹੈ, ਉਹ ਆਪਦੇ ਵਿੱਚੋਂ ਇੱਕ ਬੰਦੇ ਨੂੰ ਸਪੀਕਰ ਚੁਣ ਲੈਂਦੀ ਹੈ। ਆਪਦੇ ਵਿੱਚੋਂ ਇੱਕ ਬੰਦੇ ਨੂੰ ਉਹ ਸਪੀਕਰ ਚੁਣ ਲੈਂਦੇ। ਜਿਹੜੀ ਸਰਕਾਰ ਸੈਂਟਰ ਦੀ ਸਰਕਾਰ ਹੁੰਦੀ, ਜਿਵੇਂ ਆਪਣੇ ਪੰਜਾਬ ਦੇ ਵਿੱਚ ਆਮ ਪਾਰਟੀ ਸਰਕਾਰ ਆ, ਇਹਨਾਂ ਨੇ ਆਪਦਾ ਸਪੀਕਰ ਚੁਣਿਆ ਕੁਲਤਾਰ ਰੰਧਾਵਾ ਨੂੰ। ਸੈਂਟਰ ਦੇ ਵਿੱਚ ਸਰਕਾਰ ਆ, ਉਹਨਾਂ ਨੇ ਆਪ ਸਪੀਕਰ ਚੁਣਿਆ ਗਿਆ ਮੋਦੀ ਸਾਹਿਬ ਨੇ, ਠੀਕ ਹੈ ਜੀ। ਤਾਂ ਉਵੇਂ ਜਿਵੇਂ ਰਾਜੇ ਆਪਣੇ ਤਾਂ ਬਦਲ ਜਾਂਦੇ ਆ ਸਪੀਕਰ, ਪਰ ਇਹ ਕਹਿੰਦੇ ਉਹ ਕਿਹੜੀ ਕੰਟਰੀ ਹੈ ਰਾਜੇ, ਜਿਹੜਾ ਸਪੀਕਰ ਇੱਕ ਵਾਰੀ ਬਣ ਗਿਆ, ਜਿੰਨਾ ਚਿਰ ਉਹ ਮਰਦਾ ਨਹੀਂ ਉਹਨਾਂ ਟਾਈਮ ਹੋਰ ਨਹੀਂ ਕੋਈ ਬੈਠ ਸਕਦਾ ਉਹਦੀ ਸੀਟ 'ਤੇ, ਉਹੀ ਰਹੂਗਾ ਉਹਨਾਂ ਟਾਈਮ। ਇੱਕ ਵਾਰੀ ਜਿਹੜਾ ਬਣ ਗਿਆ ਬਸ ਐਂਡ ਤੱਕ ਉਹੀ ਰਹੂ, ਜਿੰਨਾ ਚਿਰ ਉਹ ਮਰਦਾ ਨਹੀਂ ਹੈਗਾ, ਡੈਥ ਨਹੀਂ ਹੁੰਦੀ ਜਿੰਨਾ ਚਿਰ ਉਹ ਬੰਦੇ ਦੀ। ਤਾਂ ਇਹ ਗੱਲ ਹੈਗੀ ਹੈ ਜੀ UK ਦੇ ਵਿੱਚ ਹੈ ਇਹ ਗੱਲ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਵਾਸ ਦਾ ਪਾਪੂਲਰ ਸਲੋਗਨ ਆਫ ਦਾ ਫ੍ਰੈਂਚ ਰੈਵੋਲੂਸ਼ਨ। ਜਦੋਂ ਫ੍ਰੈਂਚ ਰੈਵੋਲੂਸ਼ਨ ਆਈ ਸੀ ਰਾਜੇ ਆਪਣੀ, ਫਰਾਂਸੀਸੀ ਕ੍ਰਾਂਤੀ ਕਹਿੰਦੇ ਇਹਨੂੰ, ਫਰਾਂਸੀਸੀ ਕ੍ਰਾਂਤੀ ਆਈ ਸੀ, ਉਹਦੇ ਇਹਨਾਂ ਵਿੱਚੋਂ ਕਿਹੜਾ ਨਾਅਰਾ ਲਗਾਇਆ ਗਿਆ ਸੀ? ਠੀਕ ਹੈ ਜੀ, ਇਹ ਨਾਅਰਾ ਤਾਂ ਲਾਇਆ ਗਿਆ, ਇਹਦਾ ਸੰਬੰਧ ਆਪਣੇ ਨਾਲ ਵੀ ਆਊਗਾ, ਅੱਗੇ ਜਾ ਕੇ ਪ੍ਰਿੰਬਲ ਦੇ ਸਵਾਲ ਕਰਾਂਗੇ, ਤੁਹਾਨੂੰ ਸਮਝਾਊਂਗਾ ਇਹ ਨਾਅਰੇ ਬਾਰੇ, ਠੀਕ ਹੈ ਜੀ। ਅਤੇ ਇਹਨਾਂ 'ਚ ਕਿਹੜਾ ਨਾਅਰਾ ਲਾਇਆ ਗਿਆ ਸੀ ਦੱਸੋ ਤੁਸੀਂ? ਅਤੇ ਇਹਦੇ 'ਚ ਨਾਅਰਾ ਲਾਇਆ ਗਿਆ ਸੀ ਆਹ ਵਾਲਾ। ਇਹ ਨਾਅਰੇ ਦਾ ਮਤਲਬ ਕੀ ਹੈ? ਲਿਬਰਟੀ ਦਾ ਮਤਲਬ ਹੈਗਾ ਰਾਜੇ ਆਜ਼ਾਦੀ, ਇਕੁਅਲਿਟੀ ਦਾ ਮਤਲਬ ਹੈਗਾ ਭਾਈ ਸਮਾਨਤਾ, ਫੈਡਰਿਟੀ ਦਾ ਮਤਲਬ ਹੈਗਾ ਭਾਈਚਾਰਾ, ਠੀਕ ਹੈ ਜੀ। ਲਿਬਰਟੀ, ਇਕੁਅਲਿਟੀ, ਫੈਡਰਿਟੀ, ਇਹ ਨਾਅਰਾ ਦੇਖੋ ਆਪਣੇ ਪ੍ਰਿੰਬਲ ਦੇ ਵਿੱਚ ਇਹਦਾ ਨਾਂ ਵੀ ਹੈਗਾ ਗਾ, ਲਿਬਰਟੀ, ਇਕੁਅਲਿਟੀ, ਫੈਡਰਿਟੀ, ਇਹ ਆਪਾਂ ਜੋੜੇ ਹੋਏ ਸ਼ਬਦ ਆਪਣੇ। ਇਹ ਜਿਹੜੇ ਸ਼ਬਦ ਹੈ ਆਪਾਂ ਫ੍ਰੈਂਚ ਰੈਵੋਲੂਸ਼ਨ ਤੋਂ ਲੈਤੇ ਹੋਏ ਆ ਰਾਜੇ, ਠੀਕ ਹੈ ਜੀ। ਚਲੋ ਇਸ ਤੋਂ ਬਾਅਦ ਅਗਲਾ ਆਹ ਪ੍ਰਸ਼ਨ ਮਹੱਤਵਪੂਰਨ ਹੈ। ਕਹਿੰਦੇ ਡਰਾਫਟ ਕਮੇਟੀ ਰੋਟ ਇੰਡੀਅਨ ਕੌਂਸਟੀਟਿਊਸ਼ਨ ਵਿੱਚ ਲੈਂਗੁਏਜ। ਹੁਣ ਡਰਾਫਟ ਕਮੇਟੀ ਸੀ ਰਾਜੇ, ਡਰਾਫਟ ਕਮੇਟੀ ਸੀ ਜਿਹਦਾ ਚੇਅਰਮੈਨ ਕੌਣ ਸੀ? ਡਾਕਟਰ BM ਅੰਬੇਦਕਰ ਜੀ, ਭੀਮ ਰਾਓ ਅੰਬੇਦਕਰ ਜੀ ਸੀ, ਠੀਕ ਹੈ ਜੀ, ਭੀਮ ਰਾਓ ਅੰਬੇਦਕਰ ਜੀ, ਠੀਕ ਹੈ ਜੀ। ਡਰਾਫਟ ਕਮੇਟੀ ਦੇ ਚੇਅਰਪਰਸਨ ਸੀ, ਨਾਲ 7 ਮੈਂਬਰ ਹੋਰ ਸੀ ਜਿਨ੍ਹਾਂ ਦੇ ਆਪਾਂ ਨਾਂ ਪਹਿਲਾਂ ਡਿਸਕਸ ਕਰ ਗਏ, KK, MM, NT, M, ਠੀਕ ਹੈ ਜੀ। ਉਸ ਨੂੰ ਕਿਹਾ ਜੀ ਯਾਦ ਕਰ ਲਿਓ, ਠੀਕ ਹੈ ਜੀ। ਅਤੇ ਡਰਾਫਟ ਕਮੇਟੀ, ਜਦੋਂ ਡਰਾਫਟ ਕਮੇਟੀ ਨੇ ਰਾਜੇ ਕਦੋਂ ਬਣਾਇਆ ਸੀ? 11 ਇਹਦੇ ਸੈਸ਼ਨ ਹੋਏ ਸੀ, ਕੌਂਸਟੀਟਿਊਸ਼ਨ ਅਸੈਂਬਲੀ ਦੇ ਸੈਸ਼ਨ ਹੋਏ ਸੀ 11, ਉਹਦੇ ਤਹਿਤ ਜਦੋਂ ਡਰਾਫਟ ਕਮੇਟੀ ਬਣਾਈ ਗਈ ਸੀ, ਠੀਕ ਹੈ ਜੀ। ਕਹਿੰਦੇ ਜਦੋਂ ਪਹਿਲੀ ਵਾਰ ਆਪਣਾ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ, ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਪਹਿਲੀ ਵਾਰ? ਇਹ ਪੁੱਛ ਰਹੇ ਨੇ। ਤਾਂ ਇਹ ਲਿਖਿਆ ਗਿਆ ਸੀ ਸਿਰਫ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਸੀ, ਠੀਕ ਹੈ ਜੀ, ਸਿਰਫ ਇੰਗਲਿਸ਼ ਦੇ ਵਿੱਚ। ਆ ਜਾਓ ਥੱਲੇ, ਸੰਵਿਧਾਨ ਨੂੰ ਹੱਥੀਂ ਹੱਥੀਂ ਲਿਖਿਆ ਗਿਆ ਸੀ, ਜਿਵੇਂ ਮੈਂ ਲਿਖਤਾ, ਆਹ ਸ਼ਬਦ ਲਿਖਤੇ ਮੈਂ, ਠੀਕ ਹੈ ਜੀ, ਆਹ ਲਿਖਤਾ, ਆਹ ਮੈਂ ਲਿਖੀ ਜਾਂਦਾ ਕੁਛ ਵੀ, ਇਹ ਮੈਂ ਆਪ ਲਿਖ ਰਿਹਾ। ਤਾਂ ਜੋ ਸੰਵਿਧਾਨ ਲਿਖ ਰਹੇ ਸੀ ਨਾ, ਉਹ ਜਿਹੜੇ ਬੰਦੇ ਨੇ ਸੰਵਿਧਾਨ ਸਾਰਾ ਪੈਨ ਨਾਲ ਲਿਖਿਆ ਸੀ, ਠੀਕ ਹੈ ਜੀ, ਆਹ ਹੱਥੀਂ ਲਿਖਿਆ ਸੀ, ਉਹ ਬੰਦਾ ਕਿਹੜਾ ਸੀ? ਉਹ ਹੈਗਾ ਸੀ ਪ੍ਰੇਮ ਬਿਹਾਰੀ। ਪੁੱਛ ਸਕਦੇ ਆ ਕਿ ਸੰਵਿਧਾਨ ਨੂੰ ਜਿਹੜਾ ਲਿਖਿਆ ਸੀ ਉਹ ਕਿਹਨੇ ਲਿਖਿਆ ਸੀ ਅਸਲ ਭਾਸ਼ਾ ਦੇ ਵਿੱਚ, ਪਰ ਮਤਲਬ ਜਿਹੜੀ ਓਰੀਜਨਲ ਲੈਂਗੁਏਜ ਸੀ, ਦੁਬਾਰਾ ਟਰਾਂਸਲੇਟ ਕੀਤਾ, ਦੁਬਾਰਾ ਹੋਰ ਮਸ਼ੀਨਾਂ ਨਾਲ ਲਿਖਿਆ, ਕੰਪਿਊਟਰ ਨਾਲ ਲਿਖਿਆ ਗਿਆ। ਪਹਿਲਾਂ ਤਾਂ ਇਹਦੇ ਨਾਲ ਹੀ ਲਿਖਿਆ ਗਿਆ ਸੀ ਨਾ, ਪਹਿਲਾਂ ਤਾਂ ਹੱਥ ਨਾਲ ਹੀ ਲਿਖਿਆ ਗਿਆ ਸੀ, ਅਤੇ ਇਸ ਨੂੰ ਸਜਾਇਆ। ਕਹਿੰਦਾ ਮਤਲਬ ਜਿਹੜਾ ਤੁਸੀਂ ਦੇਖੋਗੇ ਸੰਵਿਧਾਨ ਦੇ ਪੇਜ, ਇਕੱਲਾ ਪੇਜ ਸਜਾਇਆ ਹੋਇਆ ਸੰਵਿਧਾਨ ਦਾ, ਉਹ ਨੰਦਾ ਲਾਲ ਬੋਸ ਨੇ ਅਤੇ ਰਾਮ ਮਨੋਹਰ ਸਿੰਨਹਾ ਦੋਨਾਂ ਨੇ ਸਜਾਇਆ ਸੀ, ਠੀਕ ਹੈ ਜੀ। ਅਤੇ ਜਿਹੜੀ ਸੰਵਿਧਾਨ ਦੀ ਰਾਜੇ ਅਸਲੀ ਕਾਪੀ ਹੈ, ਉਹ ਆਪਣੀ ਸਰਵੇ ਆਫ ਇੰਡੀਆ ਦੇਹਰਾਦੂਨ ਦੇ ਵਿੱਚ ਪਈ ਹੈ। ਹੁਣ ਇਹ ਨਾ ਉਲਝ ਜੋ, ਤੁਸੀਂ ਤਾਂ ਜੀ ਦਿੱਲੀ ਪ੍ਰਿੰਬਲ ਤੁਸੀਂ ਤਾਂ ਦਿੱਲੀ ਲਿਖਾ ਕੇ ਗਏ ਸੀ, ਦਿੱਲੀ ਮੈਂ ਲਿਖਾ ਕੇ ਗਿਆ ਸੀ ਰਾਜੇ ਪ੍ਰਿੰਬਲ, ਜਿਹੜਾ ਪ੍ਰਿੰਬਲ ਪਿਆ ਉਹ ਦਿੱਲੀ ਪਿਆ, ਠੀਕ ਹੈ ਜੀ, ਆਪਣੇ ਰਾਸ਼ਟਰਪਤੀ ਭਵਨ ਦੇ ਵਿੱਚ। ਜਿਹੜਾ ਸੰਵਿਧਾਨ ਦੀ ਕਾਪੀ ਹੈ, ਸੰਵਿਧਾਨ ਦੀ ਅਸਲੀ ਲਿਖਤ ਹੈ, ਜਿਹੜੀ ਸਾਰਾ ਸੰਵਿਧਾਨ ਓਰੀਜਨਲ ਪਿਆ, ਉਹ ਆਪਣਾ ਸਰਵੇ ਆਫ ਇੰਡੀਆ ਦੇਹਰਾਦੂਨ ਦੇ ਵਿੱਚ ਪਿਆ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣਾ, ਮਹੱਤਵਪੂਰਨ ਹੈ। ਕੀ ਕਹਿ ਰਹੇ ਨੇ? ਕਹਿੰਦੇ ਵਿੱਚ ਅਮੰਗ ਦਾ ਫੋਲੋਇੰਗ ਗਿਵ ਦਾ ਸਟੇਟਮੈਂਟ ਇੰਡੀਅਨ ਕੌਂਸਟੀਟਿਊਸ਼ਨ ਸਟ੍ਰਾਈਕ ਏ ਗੁੱਡ ਬੈਲੈਂਸ ਬਿਟਵੀਨ ਦਾ ਐਕਸਟ੍ਰੀਮਲੀ ਰਿਜਿਡਿਟੀ ਐਂਡ ਟੂ ਮੱਚ ਫਲੈਕਸੀਬਿਲਿਟੀ, ਠੀਕ ਹੈ ਜੀ। ਕਹਿੰਦੇ ਹੇਠ ਦੇ ਵਿੱਚ ਕੌਣ ਬਿਆਨ ਕਰਦਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਬਹੁਤ ਜ਼ਿਆਦਾ ਕਠੋਰਤਾ ਅਤੇ ਬਹੁਤ ਜ਼ਿਆਦਾ ਲਚਕਤਾ ਦੇ ਵਿਚਕਾਰ ਇੱਕ ਚੰਗਾ ਸੰਤੁਲਨ ਹੈ। ਇਹ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। ਕੀ ਕਹਿ ਰਹੇ ਨੇ? ਕਹਿੰਦੇ ਜਿਹੜਾ ਭਾਰਤ ਦਾ ਸੰਵਿਧਾਨ ਹੈ ਨਾ, ਇਹ ਜਿਹਾ ਸੰਵਿਧਾਨ ਆ ਜਿਹੜਾ ਨਾਲ ਤਾਂ ਪੂਰਾ ਕਠੋਰ ਆ ਰਾਜੇ। ਕਠੋਰ ਦਾ ਮਤਲਬ ਕਿ ਬਹੁਤ ਜ਼ਿਆਦਾ ਸਖਤ ਹੈ। ਜਿਵੇਂ ਆਪਣੇ ਫੰਡਾਮੈਂਟਲ ਰਾਈਟ ਹੋ ਗਏ ਰਾਜੇ, ਉਹ ਬਦਲੇ ਨਹੀਂ ਜਾ ਸਕਦੇ, ਉਹ ਵੀ ਰਹਿਣਗੇ, ਠੀਕ ਹੈ ਜੀ। DPSP ਹੋ ਗਿਆ, ਆਪਣੇ ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਵੀ ਰਹਿਣਗੀਆਂ, ਪਰ ਬਹੁਤ ਜ਼ਿਆਦਾ ਲਚਕਤਾ ਵੀ ਹੈ। ਲਚਕਦਾਰ ਮਤਲਬ ਰਾਜੇ ਇਹਦੇ ਵਿੱਚ ਆਪਾਂ ਸੋਧ ਵੀ ਕਰ ਸਕਦੇ ਹਾਂ। ਦੋਨੇ ਚੀਜ਼ਾਂ ਨਾਲ ਹੀ ਇੱਕ ਚੰਗਾ ਸੰਤੁਲਨ ਬਣਾਇਆ ਹੋਇਆ ਆਪਣਾ। ਇਹ ਗੱਲ ਕਹੀ ਸੀ ਆਪਣੇ ਸੰਵਿਧਾਨ ਨੂੰ। ਤਾਂ ਇਹ ਗੱਲ ਕਿਹਨੇ ਕਹੀ ਸੀ? ਆਪ ਤੋਂ ਹੀ ਪੁੱਛ ਰਹੇ। ਇਹ ਗੱਲ ਕਹੀ ਸੀ ਅਲੈਗਜ਼ੈਂਡਰ ਵਿਕਜ ਨੇ, ਠੀਕ ਹੈ ਜੀ, ਇਹਨੇ ਕਹੀ ਸੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਕਹਿ ਰਹੇ ਨੇ? ਕਹਿੰਦੇ ਡੈਮੋਕ੍ਰੈਟਿਕ ਸੋਸ਼ਲਿਜ਼ਮ,
ਡੈਮੋਕ੍ਰੈਟਿਕ ਸੋਸ਼ਲਿਜ਼ਮ, ਇਹਦਾ ਕੀ ਮਤਲਬ ਹੈ ਰਾਜੇ? ਲੋਕਤੰਤਰ ਸਮਾਜਵਾਦ ਦਾ ਕੀ ਉਦੇਸ਼ ਹੈ ਕਿ ਲੋਕਤੰਤਰ, ਲੋਕ ਆਪਣੀ ਮਰਜ਼ੀ ਦੇ ਨਾਲ ਆਪਣੀ ਸਰਕਾਰ ਚੁਣਦੇ ਆ, ਇਹਦਾ ਮਤਲਬ ਕੀ ਹੈਗਾ ਕਿ ਲੋਕ ਕਿਵੇਂ ਆਪਦੇ, ਕੀ ਮਤਲਬ ਹੈ? ਆਪਾਂ ਕਹਿੰਦੇ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੱਲਦੀ ਹੈ, ਲੋਕ ਹੀ ਲੋਕਤੰਤਰ ਆਪਦਾ ਸਮਾਜ ਆਪ ਸਿਰਜਦਾ ਹੈਗਾ, ਠੀਕ ਹੈ ਜੀ। ਇਹਨਾਂ 'ਚੋਂ ਕਿਹੜੀ ਲਾਈਨ ਸਹੀ ਹੈ? ਕਹਿੰਦੇ ਸ਼ਾਂਤਮਈ ਢੰਗ ਨਾਲ ਸਮਾਜਵਾਦ ਲਿਆਉਂਦੇ ਆ ਲੋਕ। ਸ਼ਾਂਤਮਈ ਢੰਗ ਨਾਲ ਕਿਵੇਂ ਲੈ ਕੇ ਆਉਣਗੇ? ਕਿਤੇ ਸ਼ਾਂਤ ਰਹਿ ਕੇ ਸਮਾਜਵਾਦ ਆ ਜਾਂਦਾ, ਗਲਤ ਹੈ, ਠੀਕ ਹੈ ਜੀ। ਹਿੰਸਕ ਲੜਾਈ ਝਗੜਾ ਕਰਕੇ ਉਹ ਲੋਕਤੰਤਰ ਲੈ ਕੇ ਆਉਂਦਾ, ਗਲਤ ਹੈ। ਹਿੰਸਕ ਸਾਧਨਾਂ ਰਾਹੀਂ, ਹਿੰਸਕ ਸਾਧਨਾਂ ਮਤਲਬ ਲੜਾਈ ਵਾਲੇ ਸਾਧਨਾਂ ਰਾਹੀਂ, ਦਿੰਦੇ ਆਪਸ਼ਨ ਸਿੱਧੀਆਂ ਗਲਤ ਹੋਈ ਜਾਂਦੀਆਂ। ਤਾਂ ਬ੍ਰਿੰਗਿੰਗ ਅਬਾਊਟ ਸੋਸ਼ਲਿਜ਼ਮ ਅਬਾਊਟ ਡੈਮੋਕ੍ਰੈਟਿਕ ਮੀਨਸ ਕਹਿੰਦਾ ਵੀ ਲੋਕਤੰਤਰ ਤਰੀਕਿਆਂ ਦੇ ਨਾਲ, ਜਿਵੇਂ ਕਿ ਵੋਟ ਪਾ ਕੇ, ਠੀਕ ਹੈ ਜੀ, ਮਤਲਬ ਆਪਦੇ ਜਿਹੜੇ ਚੋਣ ਵੋਟਾਂ ਰਾਹੀਂ ਖੜੇ ਹੋ ਕੇ ਆਪਦੇ ਲੋਕ ਜਿਹੜੇ ਲੋਕਤੰਤਰ ਲਿਆਉਂਦੇ ਆ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਇੰਡੀਅਨ ਪਿਨਲ ਕੋਡ। ਇਹਦੇ 'ਚ ਬੱਚੇ ਬਹੁਤ ਜ਼ਿਆਦਾ ਉਲਝ ਜਾਂਦੇ ਆ ਭਾਈ। ਦੇਖੋ ਇਹਨੂੰ ਆਪਾਂ IPC ਵੀ ਕਹਿ ਦਿੰਦੇ ਹਾਂ। IPC ਧਾਰਾ ਇੰਨੇ ਤਹਿਤ ਕਿਸੇ ਦੇ ਕੇਸ ਦਰਜ ਹੋਇਆ। IPC ਦੀ ਫੁੱਲ ਫਾਰਮ ਹੈਗੀ ਆ ਇੰਡੀਅਨ ਪੈਨਲ ਕੋਡ। ਇਹ ਕਹਿੰਦੇ ਆਪਰੇਸ਼ਨ ਕਦੋਂ ਹੋਇਆ ਸੀ, ਲਾਗੂ ਕਦੋਂ ਹੋਇਆ ਸੀ? ਦੇਖੋ ਬੰਨ ਦੇ ਵਿੱਚ ਅਤੇ ਲਾਗੂ ਹੋਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਇਹਨੇ ਪੁੱਛਿਆ ਲਾਗੂ ਕਦੋਂ ਹੋਇਆ ਸੀ? ਲਾਗੂ ਹੋਇਆ ਸੀ 1862 ਦੇ ਵਿੱਚ। ਜੇਕਰ ਪੁੱਛਦੇ ਆ ਕਿ ਇਹ ਬਣਿਆ ਕਦੋਂ ਸੀ? ਬਣਿਆ ਸੀ ਇਹ 1860 ਦੇ ਵਿੱਚ। ਹੁਣ ਤੁਸੀਂ ਦੇਖੋ ਆਪਰੇਸ਼ਨ ਦੇ ਵਿੱਚ ਕਿ ਬਣਿਆ ਪੁੱਛ ਰਹੇ ਆ ਕਿ ਲਾਗੂ ਪੁੱਛ ਰਹੇ ਹੈਗੇ, ਠੀਕ ਹੈ ਜੀ। ਦੇਖੋ ਆਹ ਲਿਖਿਆ ਹੋਇਆ ਹੈ IPC 1860 ਦੇ ਵਿੱਚ ਬਣਾਇਆ ਗਿਆ ਸੀ ਰਾਜੇ, ਲਾਗੂ ਕੀਤਾ ਗਿਆ ਸੀ 1862 ਦੇ ਵਿੱਚ। ਇਹਨੂੰ ਕਿਹਦੇ ਤਹਿਤ ਬਣਾਇਆ ਗਿਆ ਸੀ? ਇਹਨੂੰ ਪਹਿਲੇ ਲਾ ਕਮਿਸ਼ਨ ਦੇ ਤਹਿਤ ਬਣਾਇਆ ਗਿਆ ਸੀ। ਇਹਦੀ ਚੇਅਰਮੈਨਸ਼ਿਪ ਕਿਹਦੇ ਕੋਲ ਸੀ? IPC ਬਣਾਉਣ ਦੀ ਚੇਅਰਸ਼ਿਪ ਹੈਗੀ ਸੀ ਲਾਰਡ ਮਕਾਲੇ ਕੋਲੇ। ਇਹ ਲਾਰਡ ਮਕਾਲੇ ਉਹੀ ਹੈ ਜਿਹਨੇ ਆਪਾਂ ਨੂੰ ਅੰਗਰੇਜ਼ੀ ਭਾਸ਼ਾ ਲੈ ਕੇ ਆਇਆ ਹੈਗਾ। ਇਹਨੇ ਕੰਡੇ ਬੀਜੇ ਆਪਾਂ ਨੂੰ ਅੰਗਰੇਜ਼ੀ ਭਾਸ਼ਾ ਦੇ, ਨਹੀਂ ਤਾਂ ਆਪਾਂ ਨੂੰ ਲੋੜ ਹੀ ਸੀ। ਹੁਣ ਮੈਂ ਪੁੱਠੀ ਸਿੱਧੀ ਅੰਗਰੇਜ਼ੀ ਬੋਲੀ ਜਾਂਦਾ, ਕਹਿੰਦੀ ਮੈਨੂੰ ਪੁੱਠੀ ਸਿੱਧੀ ਅੰਗਰੇਜ਼ੀ ਬੋਲਣ ਦੀ ਕੀ ਲੋੜ ਸੀ, ਠੀਕ ਹੈ, ਜੇ ਆਪਣੀ ਅੰਗਰੇਜ਼ੀ ਹੁੰਦੀ ਨਾ। ਇਸ ਤੋਂ ਬਾਅਦ ਅਗਲਾ ਕਹਿੰਦੇ ਵੈਨ ਯੂ ਆਰ ਓਵਰ ਐਂਥਮ ਫਸਟ ਸੰਗ ਐਂਡ ਵੇਅਰ। ਕਹਿੰਦੇ ਸਾਡਾ ਗਾਣ ਪਹਿਲੀ ਵਾਰ ਕਦੋਂ ਅਤੇ ਕਿੱਥੇ ਗਾਇਆ ਗਿਆ ਸੀ? ਸਮਝ ਲਓ ਗੀਤ ਅਤੇ ਗਾਣ ਦੋਨਾਂ ਦੇ ਵਿੱਚ ਫਰਕ ਹੈ। ਚੁੱਬਰੋ ਕਿਤੇ ਉਹੀ ਚੱਕ ਦੋ ਜਾ ਕੇ ਉੱਥੇ। ਗੀਤ ਦਾ ਹੈਗਾ ਬੰਦੇ ਮਾਤਰਮ, ਜਿਹੜਾ ਕਿ 1896 ਦੇ ਵਿੱਚ ਗਾਇਆ ਗਿਆ ਸੀ ਚੈਟਰਜੀ ਦੁਆਰਾ, ਵਿਕਰਮ ਚੈਟਰਜੀ ਦੁਆਰਾ। ਗਾਣ 1911 ਦੇ ਵਿੱਚ ਗਾਇਆ ਗਿਆ ਸੀ। ਕਿੱਥੇ ਗਾਇਆ ਗਿਆ ਸੀ? ਕਲਕੱਤਾ ਦੇ ਵਿੱਚ ਗਾਇਆ ਗਿਆ ਸੀ। ਅਤੇ ਕਿਹਨੇ ਗਾਇਆ ਸੀ? ਰਵਿੰਦਰ ਨਾਥ ਟੈਗੋਰ ਨੇ ਗਾਇਆ ਸੀ। ਹੁਣ ਇਹ ਗੱਲ ਯਾਦ ਰੱਖ ਲਓ, ਜਿਹੜਾ ਗਾਣ ਗਾਇਆ ਸੀ, ਗਾਣ ਕਿਹੜਾ? ਆਪਣਾ ਜਨ ਗਣ ਮਨ। ਅਤੇ ਹੁਣ ਜਿਹੜਾ ਜਨ ਗਣ ਮਨ ਆ ਰਾਜੇ, ਇਹਦੇ ਬਸ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਇਹਦੇ ਵਿੱਚ ਜਿਹੜਾ ਜਾਰਜ ਫਿਫਥ ਆਇਆ ਸੀ, ਜਾਰਜ ਫਿਫਥ ਨਹੀਂ ਆਇਆ ਸੀ, ਪੰਜਵਾਂ, ਉਹਦੀ ਇਹ ਗੀਤ ਦੇ ਵਿੱਚ ਉਸਤਤ ਕੀਤੀ ਗਈ ਸੀ। ਉਹਨੂੰ ਸਟੀਲ ਦੀ ਬੂਕੀ ਵਾਲੇ ਪੰਪ ਦਿੱਤੇ ਗਏ ਸੀ ਕਿ ਤੂੰ ਹੀ ਭਾਈ ਭਾਰਤ ਬਾਗਿਆ ਬਤਾਤਾ ਹੈ, ਤੂੰ ਹੀ ਸਾਡਾ ਮਾਣ ਹੈ, ਤੂੰ ਹੀ ਸਾਡਾ ਜਾਣ ਹੈ, ਤੂੰ ਹੀ ਸਾਡਾ। ਇੰਨੇ ਪੰਪ ਦਿੱਤੇ ਉਹਨੂੰ ਵਿਚਾਰੇ ਨੂੰ, ਸਟੀਲ ਦੀ ਬੂਕੀ ਵਾਲੇ ਜਾਰਜ ਫਿਫਥ ਨੂੰ। ਉਹ ਵੀ ਪੰਪਾਂ ਦੇ ਵਿੱਚ ਆ ਗਿਆ ਪਤੰਦਰ। ਉਹਨੇ ਪੰਪਾਂ ਦੇ ਵਿੱਚ ਆ ਕੇ ਕਹਿੰਦੇ ਗੱਲ ਸੁਣੋ ਰਜਿੰਦਰ ਸਾਹਿਬ, ਕਹਿੰਦਾ ਹਾਂਜੀ, ਕਹਿੰਦਾ ਆਪਾਂ ਤੁਹਾਡੀ ਰਾਜਧਾਨੀ ਕਹਿੰਦਾ ਦਿੱਲੀ ਨਾ ਲੈ ਜਾਈਏ। ਉਹ ਕਹਿੰਦਾ ਲੈ ਜਾਓ ਜੀ, ਹੋਰ ਅਸੀਂ ਕੀ ਭਾਲਦੇ ਹਾਂ। ਬਸ ਦਿੱਲੀ ਲੈ ਕੇ ਫਿਰ ਪੰਪ ਦੇ ਕੇ ਆਪਣੇ ਵਾਲੇ ਕੰਮ ਕਰਾ ਹੀ ਲੈਂਦੇ, ਤੁਹਾਨੂੰ ਪਤਾ ਤਾਂ ਹੈਗਾ ਹੀ ਹੈਗਾ, ਠੀਕ ਹੈ ਜੀ। ਇਹ ਚੀਜ਼ ਸੀ। ਤਾਂ ਇਹ ਗੀਤ ਗਾਇਆ ਤਾਂ ਤੁਹਾਨੂੰ ਮੈਂ ਦੱਸਤਾ ਕਿ ਮੈਂ ਤੁਹਾਨੂੰ ਗੱਲਾਂ ਜੀ ਦੱਸ ਗਿਆ ਕਿ 1911 ਨੂੰ ਗਾਇਆ ਗਿਆ ਸੀ। ਕਿੱਥੇ ਗਾਇਆ ਗਿਆ ਸੀ? ਕਲਕੱਤੇ ਦੇ ਵਿੱਚ ਗਾਇਆ ਗਿਆ ਸੀ। ਡੇਟ ਤੁਹਾਨੂੰ ਮੂਹਰੇ ਲਿਖਤੀ ਭਾਈ, 27 ਦਸੰਬਰ 1911 ਨੂੰ ਕਲਕੱਤਾ ਦੇ ਵਿੱਚ ਗਾਇਆ ਗਿਆ ਸੀ। ਉਦੋਂ ਆਪਣੀ ਰਾਜਧਾਨੀ ਕਲਕੱਤਾ ਹੁੰਦੀ ਸੀ, ਪਰ ਪੰਪ ਦੇ ਕੇ ਆਪਣੇ ਦਿੱਲੀ ਰਾਜਧਾਨੀ ਚੱਕ ਲਿਆ ਆਪਣੇ ਵਾਲੀ। ਹੁਣ ਆਹ ਚੀਜ਼ਾਂ ਵੀ ਸੁਣ ਲਓ ਥੱਲੇ ਆ ਜਾਓ। ਕਹਿੰਦੇ ਉਸ ਸਮੇਂ INC ਦਾ ਪ੍ਰਧਾਨ ਵਿਸ਼ਵ ਨਾਰਾਇਣ ਧਰ ਸੀ ਰਾਜੇ। INC ਦਾ ਪ੍ਰਧਾਨ ਇਹ ਹੁੰਦਾ ਸੀ, ਤੂੰ ਪੁੱਛ ਸਕਦੇ ਜਿਹੜੇ ਗੀਤ ਗਾਇਆ ਗਿਆ ਸੀ ਉਦੋਂ INC ਨੇ, ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਕੌਣ ਸੀ? ਵਿਸ਼ਵ ਨਾਰਾਇਣ। ਸਾਡਾ ਨੈਸ਼ਨਲ ਗਾਣ ਕੀ ਹੈ? ਜਨ ਗਣ ਮਨ। ਇਹ ਗਾਣ ਪਹਿਲੀ ਵਾਰ ਬੰਗਾਲੀ ਭਾਸ਼ਾ ਦੇ ਵਿੱਚ ਰਵਿੰਦਰ ਨਾਥ ਟੈਗੋਰ ਦੁਆਰਾ ਲਿਖਿਆ ਗਿਆ ਸੀ। ਇਸ ਗਾਣ ਨੂੰ 24 ਜਨਵਰੀ 1950 ਨੂੰ ਅਪਣਾਇਆ ਗਿਆ ਸੀ। ਸਾਰੇ ਫੈਕਟ ਯਾਦ ਕਰਨੇ ਆ। ਜਨ ਗਣ ਮਨ ਦਾ ਪਹਿਲਾ ਨਾਮ ਹੁੰਦਾ ਸੀ ਭਾਰਤ ਬਾਗੇ ਵਿਦਾਤਾ। ਭਾਰਤ ਬਾਗੇ ਦੇ ਸਾਰੇ ਵੀਰੇ ਭਾਰਤ ਵਿਦਾਤਾ ਵੀ ਤੁਹਾਨੂੰ ਮਿਲ ਸਕਦਾ, ਇਕੱਲਾ ਭਾਰਤ ਬਾਗੇ ਵਿਦਾਤਾ ਵੀ ਲਿਖ ਸਕਦੇ ਹੋ। ਇਹਨੂੰ ਮਾਰਨਿੰਗ ਸੌਂਗ ਆਫ ਇੰਡੀਆ ਵੀ ਕਿਹਾ ਜਾਂਦਾ ਗਾ। ਇਸ ਨੂੰ 1919 ਵਿੱਚ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਸੀ। ਇਸ ਵਿੱਚ 5 ਸਟੈਂਜਾਂ ਹਨ। ਸਾਰੇ ਗੀਤ ਨੂੰ, ਇਹਨੂੰ ਜਨ ਗਣ ਮਨ ਗਾਣ ਗੀਤ ਨਹੀਂ ਕਹੂੰਗਾ, ਗਾਣ ਨੂੰ 52 ਸੈਕਿੰਡ ਦੇ ਵਿੱਚ ਗਾਇਆ ਜਾਂਦਾ ਹੈ। ਜੇਕਰ ਇਸ ਦਾ ਪਹਿਲਾ ਅਤੇ ਪੰਜਵਾਂ ਪਹਿਰਾ ਗਾਉਂਦੇ ਹਾਂ ਤਾਂ ਉਹ 20 ਸਕਿੰਟ ਦੇ ਵਿੱਚ ਗਾ ਸਕਦੇ ਹਾਂ। ਦੇਖੋ ਕਿੰਨੇ ਪ੍ਰਸ਼ਨ ਬਣ ਗਏ। ਇਹੀ ਕੁਛ ਤੁਹਾਨੂੰ ਮੈਂ ਐਪ ਦੇ ਉੱਪਰ ਕਰ ਰਿਹਾ, ਇਹੀ ਚੰਗੀ ਤਰ੍ਹਾਂ ਡਿਟੇਲ ਕਰਵਾ ਰਿਹਾ ਰਾਜੇ ਤੁਹਾਨੂੰ ਮੈਂ। ਜਿੱਥੇ ਮਰਜ਼ੀ ਭੱਜ ਲਿਓ, ਸਿਲੇਬਸ ਨੂੰ ਇੱਥੋਂ ਹੀ ਆਊ ਕਰਵਾਇਆ ਹੋਇਆ। ਭਾਰਤੀ ਵਿਧਾਨ ਸਭਾ ਨੂੰ ਪਹਿਲੀ ਵਾਰ 2 ਕੈਮਰਲ ਬਣਾਇਆ ਗਿਆ ਸੀ। ਬਾਈ ਕੈਮਰਲ ਦਾ ਮਤਲਬ ਕੀ ਹੈ ਰਾਜੇ? ਬਾਈ ਕੈਮਰਲ ਦਾ ਮਤਲਬ ਕੀ ਹੈ ਦੱਸੋ? ਦੱਸ ਸਕਦਾ ਕੋਈ? ਬਾਈ ਕੈਮਰਲ ਦਾ ਮਤਲਬ ਕੀ ਹੈ ਰਾਜੇ? ਕਿ ਆਪਣੇ ਲੋਕ ਸਭਾ ਹੈਗੀ, ਇੱਕ ਰਾਜ ਸਭਾ ਹੈਗੀ, ਠੀਕ ਹੈ ਜੀ। ਆਪਣੇ 2 ਬੰਦੇ ਬਹਿੰਦੇ ਆ ਲੋਕ ਸਭਾ ਦੁਆਰਾ ਜਿਹੜੇ ਚੁਣ ਕੇ ਆਉਂਦੇ ਆ ਰਾਜੇ, ਠੀਕ ਹੈ ਜੀ। ਅਤੇ ਇੱਕ ਜਿਹੜੇ ਰਾਜ ਸਭਾ ਦੁਆਰਾ ਚੁਣ ਕੇ ਆਉਂਦੇ ਆ। ਤਾਂ ਕਰਕੇ ਬਿੱਲ ਜਦੋਂ ਪਾਸ ਕਰਨਾ ਹੁੰਦਾ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੁੰਦਾ, ਫਿਰ ਰਾਜ ਸਭਾ ਦੇ ਵਿੱਚ ਪਾਸ ਹੁੰਦਾ। ਤਾਂ ਕਰਕੇ ਇਹਨੂੰ ਬਾਈ ਕੈਮਰਲ ਸਰਕਾਰ, ਬਾਈ ਕੈਮਰਲ ਇਹਨੂੰ ਕਹਿੰਦੇ ਹੈਗੇ। ਆਪਣੇ ਪੰਜਾਬ ਕੀ ਹੈ ਰਾਜੇ? ਆਪਣਾ ਪੰਜਾਬ ਹੈ ਜਿਹੜਾ ਉਹ ਯੂਨੀ ਕੈਮਰਲ ਹੈ। ਯੂਨੀ ਕੈਮਰਲ ਦਾ ਮਤਲਬ ਹੁੰਦਾ ਰਾਜੇ ਆਪਣੇ ਇਕੱਲੀ ਵਿਧਾਨ ਸਭਾ ਹੈਗੀ, ਆਪਣੇ ਇਕੱਲੀ ਵਿਧਾਨ ਸਭਾ ਹੈਗੀ, ਆਪਣੇ ਵਿਧਾਨ ਪਰਿਸ਼ਦ ਨਹੀਂ ਹੈਗੀ, ਆਪਣੇ ਓਨਲੀ ਵਿਧਾਨ ਸਭਾ ਹੈਗੀ, ਠੀਕ ਹੈ ਜੀ। ਤਾਂ ਜਿਹੜੇ ਕਹਿੰਦੇ ਬਾਈ ਕੈਮਰਲ ਬਣਾਤਾ ਸੀ ਆਪਾਂ ਕਿ ਆਪਣੇ ਲੋਕ ਸਭਾ ਵੀ ਹੋਊਗੀ, ਆਪਣੇ ਰਾਜ ਸਭਾ ਵੀ ਹੋਊਗੀ। ਇਹ ਗੱਲ ਕਿਹੜੇ ਐਕਟ ਦੇ ਵਿੱਚ ਇਦੋਂ ਪਹਿਲਾਂ ਪਾਸ ਹੋ ਚੁੱਕੀ ਸੀ? ਇਹੀ ਪੁੱਛ ਰਹੇ ਨੇ
ਕਿਹੜੇ ਐਕਟ ਦੇ ਵਿੱਚ ਇਹ ਚੀਜ਼ ਪਾਸ ਹੋਈ ਸੀ ਦੱਸੋ ਰਾਜੇ। ਇੰਪੋਰਟੈਂਟ ਪ੍ਰਸ਼ਨ ਹੈਗਾ। ਇੱਕ ਤੁਹਾਨੂੰ ਤਰੀਕਾ ਸੌਖਾ ਦੱਸ ਦਿੰਦਾ, ਜਿਹੜਾ ਇਹਨਾਂ ਦੇ ਵਿੱਚ ਉਹ ਐਕਟ ਦਾ ਨਾਮ ਹੈਗਾ ਗਾ ਮੌਂਟੇਗ ਚੈਮਸਫੋਰਡ ਰਿਫੋਰਮ ਵੀ ਕਹਿ ਦਿੰਦੇ ਉਹ ਐਕਟ ਨੂੰ। ਹੁਣ ਬਹੁਤ ਬੱਚੇ ਦਾ ਆਨਸਰ ਲਾ ਦੇਣਗੇ ਚੈਮਸਫੋਰਡ ਰਾਜੇ ਉਹੀ ਹੈਗੀ ਜਿਹਦੇ ਸਮੇਂ ਦੇ ਵਿੱਚ ਜ਼ਿਲ੍ਹਿਆਂਵਾਲੇ ਬਾਗ ਦੀ ਘਟਨਾ ਹੋਈ ਸੀ। ਜ਼ਿਲ੍ਹਿਆਂਵਾਲੇ ਬਾਗ ਦੀ ਘਟਨਾ ਜਿਹਦੇ ਸਮੇਂ ਹੋਈ ਸੀ ਉਹ ਚੈਮਸਫੋਰਡ ਦੇ ਸਮੇਂ ਹੋਈ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿ ਇਹਦੇ 'ਚ ਚੈਮਸਫੋਰਡ ਦਾ ਸਮਾਂ ਕਿਹੜਾ, ਜ਼ਿਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਸਮਾਂ ਕਿਹੜਾ, 1919 ਹੈਗਾ। ਤਾਂ ਇੱਕ ਚੀਜ਼ ਚੱਕ ਕੇ ਤੁਸੀਂ ਇੱਥੇ ਆਨਸਰ ਲਾ ਸਕਦੇ ਸੀ। ਸੋ ਤੁਸੀਂ ਵੀ ਪੁੱਛਿਆ ਜਾ ਸਕਦਾ ਗਵਰਨਮੈਂਟ ਆਫ ਇੰਡੀਆ ਐਕਟ ਦਾ ਦੂਜਾ ਨਾਮ ਕੀ ਹੈ, ਮੌਂਟੇਗ ਚੈਮਸਫੋਰਡ ਰਿਫੋਰਮ। ਠੀਕ ਹੈ ਰਾਜੇ। ਤਾਂ ਇਹ ਨਾਲ ਅੱਜ ਦੇ ਆਪਣੇ 30 MCQ ਕਵਰ ਹੁੰਦੇ ਆ ਅਤੇ ਅਗਲੀ ਵੀਡੀਓ ਦੇ ਵਿੱਚ ਜਲਦ ਮਿਲਦੇ ਆ ਰਾਜੇ। ਅਤੇ ਕਿਵੇਂ ਲੱਗਿਆ ਲੈਕਚਰ, ਦੇਖੋ ਤੁਸੀਂ ਪਹਿਲੀ ਵੀਡੀਓ ਨੂੰ ਫੁੱਲ ਰਿਸਪੌਂਸ ਦਿੱਤਾ ਤਾਂ ਕਰਕੇ ਨਵੀਂ ਲੈ ਕੇ ਆਏ, ਜੇ ਇਹਨੂੰ ਵੀ ਫੁੱਲ ਰਿਸਪੌਂਸ ਦੇਵਾਂਗੇ ਹੋਰ ਨਵੀਂ ਲਿਆਵਾਂਗੇ, ਉਹ ਤੁਹਾਡੇ ਸਾਰੇ ਆ। ਠੀਕ ਹੈ ਜੀ, ਧੰਨਵਾਦ।